ਡਾਕਟਰ ਆ ਉਹਨਾਂ ਨੇ ਇਹ ਦਿਨ ਸੜਕਾਂ ਤੇ ਮਨਾਇਆ। ਸਰਕਾਰਾਂ ਤੇ ਤਪੇ ਹੋਏ ਸੀ, ਨਾਅਰੇਬਾਜ਼ੀ ਕਰ ਰਹੇ ਸੀ। 6ਵਾਂ ਪੇ ਕਮਿਸ਼ਨ ਜਦੋਂ ਤੋਂ ਸਰਕਾਰ ਨੇ ਉਹਨੂੰ ਪਾਸ ਕੀਤਾ, ਲਾਗੂ ਕੀਤਾ ਤੇ ਉਹ ਸਾਹਮਣੇ ਲੋਕਾਂ ਦੇ ਆਇਆ। ਉਹਨੂੰ ਪੜ੍ਹਨ ਤੋਂ ਬਾਅਦ ਜਿੰਨੀਆਂ ਵੀ ਸਰਕਾਰੀ ਮੁਲਾਜ਼ਮ ਜਥੇਬੰਦੀਆਂ ਉਹ ਸਾਰੀਆਂ ਲਗਭਗ ਸੜਕਾਂ ਤੇ। ਅੱਜ ਹੀ ਮੈਂ ਇੱਕ ਗੱਲ ਪੜ੍ਹਦਾ ਸੀਗਾ ਕਿ ਕਿਸੇ ਵੱਡੇ ਬੰਦੇ ਨੇ ਕਿਹਾ ਸੀਗਾ ਕਿ ਜੇ ਤੁਸੀਂ ਚੰਗੇ ਬਣਨਾ ਆ ਤੇ ਬਹੁਤ ਸਾਰੇ ਚੰਗੇ ਕੰਮ ਕਰੋ ਤੇ ਉਸ ਚੰਗੇ ਕੰਮ ਕਰਨ ਦਾ ਢੋਲ ਜਿਹੜਾ ਆ ਉਹ ਜਿੰਨਾ ਹੋ ਸਕੇ ਉਨਾ ਘੱਟ ਪਿੱਟੋ ਜੀ। ਪਰ ਹੁਣ ਦੀਆਂ ਸਰਕਾਰਾਂ ਇਸ ਤੋਂ ਉਲਟ ਕਰਦੀਆਂ, ਕਰਦੇ ਕੁਝ ਨਹੀਂ ਤੇ ਢੋਲ ਜਿਹੜਾ ਉਹ ਜ਼ਿਆਦਾ ਪਿੱਟਦੇ। ਅਸੀਂ ਹਮੇਸ਼ਾ ਹੀ ਇਹ ਸੋਚਦੇ ਹਾਂ ਕਿ ਅਮਰੀਕਾ ਤੇ ਇੰਗਲੈਂਡ ਜਿਹੜੇ ਆ ਠੰਡੇ ਮੁਲਕ ਤੇ ਉੱਥੇ ਕੱਲ ਪਹਿਲੀ ਵਾਰੀ ਮੇਰਾ ਖਿਆਲ ਸਾਡੀ ਤਾਂ ਸੋਚ 'ਚ ਪਹਿਲੀ ਵਾਰੀ ਆਇਆ ਜਿਹੜੇ ਉੱਥੇ ਲੋਕ ਰਹਿੰਦੇ ਉਹ ਦੱਸਦੇ ਆ ਕਿ ਕੈਲੀਫੋਰਨੀਆ ਪੰਜਾਬ ਵਰਗਾ ਹੀ ਆ। ਪਰ ਕੈਨੇਡਾ ਦੇ ਜਿਹੜੇ ਸ਼ਹਿਰਾਂ ਦੇ ਤਾਪਮਾਨ 47 ਡਿਗਰੀ 48 ਡਿਗਰੀ 49 ਡਿਗਰੀ ਦੇਖਣ ਨੂੰ ਮਿਲਿਆ। ਉੱਥੇ ਦੇ ਲੋਕਾਂ ਨਾਲ ਗੱਲ ਹੋਈ ਤੇ ਹਾਹਾਕਾਰ ਮਚੀ ਹੋਈ ਆ ਕਿ ਏਸੀ ਨਹੀਂ ਲੱਭਦੇ ਪਏ, ਪੱਖੇ ਨਹੀਂ ਲੱਭਦੇ ਪਏ, ਛੁੱਟੀਆਂ ਕਰਤੀਆਂ। ਉਹਨਾਂ ਨੂੰ ਪਤਾ ਹੀ ਨਹੀਂ ਗਰਮੀ ਨਾਲ ਨਜਿੱਠਣਾ ਕਿਵੇਂ। UN ਨੇ ਕੱਲ ਇੱਕ ਬਿਆਨ ਜਾਰੀ ਕੀਤਾ ਕਿ WHO ਯੂਨਾਈਟਿਡ ਨੇਸ਼ਨਸ ਤੋਂ ਕੱਲ ਇੱਕ ਬਿਆਨ ਜਾਰੀ ਹੋਇਆ ਕਿ ਜਦੋਂ WHO ਨੇ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਜਿਸ ਟੀਕੇ ਨੂੰ ਮਾਨਤਾ ਦੇ ਦਿੱਤੀ ਉਹਦੇ ਤੇ ਹੋਰ ਕੋਈ ਵੀ ਦੇਸ਼ ਫਿਰ ਕਿੰਤੂ ਪਰੰਤੂ ਨਾ ਕਰੇ। ਕਿ ਜੇ WHO ਨੇ ਕਹਿਤਾ ਕਿ ਇਹ ਦਵਾਈ ਜਿਹੜੀ ਆ ਉਹ ਪ੍ਰਮਾਣਿਤ ਆ ਤੇ ਠੀਕ ਆ ਤੇ ਫਿਰ ਚਾਹੇ ਉਹ ਯੂਰਪੀਅਨ ਯੂਨੀਅਨ ਹੋਵੇ ਚਾਹੇ ਕੋਈ ਵੱਖਰਾ ਮੁਲਕ ਹੋਵੇ ਉਹਦੇ ਤੇ ਫਿਰ ਕਿੰਤੂ ਪਰੰਤੂ ਨਾ ਕੀਤਾ ਜਾਵੇ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸਵਲੀਨ ਕੌਰ ਜੱਸੜ ਤੇ ਪ੍ਰੋਗਰਾਮ ਹੈ ਵਿਚਾਰ ਚਰਚਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਾਡੇ ਮਾਹਿਰ ਮਹਿਮਾਨ ਹੋਣਗੇ ਅੰਮ੍ਰਿਤਪਾਲ ਸ਼ਰਮਾ ਜੀ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਬਿਜਲੀ ਦੇ ਸੰਕਟ ਦੀ, ਵੱਧ ਰਹੀ ਗਰਮੀ ਦੀ, ਪੰਜਾਬ ਦੀ ਰਾਜਨੀਤੀ ਦੀ, ਕਰੋਨਾ ਮਹਾਮਾਰੀ ਦੀ ਗੱਲਬਾਤ ਕਰਾਂਗੇ ਤੇ ਭਾਰਤ ਦੇ ਵੀ ਬਹੁਤ ਸਾਰੇ ਮੁੱਦੇ ਵਿਚਾਰਾਂਗੇ। ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਆਪਣੇ ਮਾਹਿਰ ਮਹਿਮਾਨ ਦਾ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਸ਼ਰਮਾ ਜੀ, ਸਵਾਗਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਸੁਲੀਨ ਜੀ, ਕੀ ਹਾਲ ਚਾਲ? ਬਹੁਤ ਵਧੀਆ, ਤੁਸੀਂ ਦੱਸੋ? ਲਾਈਟ ਰਹੀ ਰਾਤ ਕਿ ਨਹੀਂ? ਲਾਈਟ ਤਾਂ ਮੈਂ ਹੁਣ ਝੱਗਾ ਚੁੱਕਿਆ ਉਹਦਾ ਢਿੱਡ ਨੰਗਾ ਹੁੰਦਾ, ਆਪਣੀਆਂ ਸਰਕਾਰਾਂ ਨੂੰ ਇੱਥੇ ਬਹਿ ਕੇ ਕੁਝ ਕਹਿ ਵੀ ਨਹੀਂ ਸਕਦੀ। ਨਹੀਂ, ਲਾਈਟ ਆਈ ਰਾਤ ਕਿ ਨਹੀਂ ਆਈ? ਨਹੀਂ ਆਈ। ਕੱਲ ਮੈਨੂੰ ਪਹਿਲੀ ਵਾਰ ਲੱਗਿਆ ਕਿ ਪਿੰਡ 'ਚ ਰਹਿ ਕੇ ਵੀ ਲਾਈਟ ਸੀਗੀ ਤੇ ਕਈ ਬੰਦਿਆਂ ਨਾਲ ਸ਼ਹਿਰ ਦੇ ਵਿੱਚ ਦਾ ਮੈਸੇਜ ਤੇ ਟੈਲੀਫੋਨਿਕ ਗੱਲਾਂ ਹੋਈਆਂ ਤੇ ਕਈ ਸ਼ਹਿਰਾਂ 'ਚ ਲਾਈਟ ਜਿਹੜੀ ਆ ਉਹ ਨਹੀਂ ਸੀ। ਅਸੀਂ ਸ਼ਹਿਰਾਂ 'ਚ ਰਹਿ ਕੇ ਵੀ ਸਾਰੀ ਰਾਤ ਛੱਤਾਂ ਤੇ ਬਹਿ ਕੇ ਕੱਟਦੇ ਆ ਪੱਖੀਆਂ ਲੈ ਕੇ ਤੇ ਤਾਰੇ ਤੁਰੇ ਗਿਣੋ। ਵਧੀਆ ਪੁਰਾਣੇ ਟਾਈਮ 'ਚ ਵਾਪਸ ਆਓ। ਤੁਸੀਂ ਤਾਂ ਉਸ ਸਮੇਂ ਦੇ ਨਹੀਂ ਹੈਗੇ ਜਦੋਂ ਲੋਕ ਛੱਤਾਂ 'ਚ ਸੌਂ ਕੇ ਤਾਰੇ ਗਿਣਦੇ ਸੀ ਤੇ ਫਿਰ ਦੇਖਣਾ ਸੀ ਤਾਰੇ ਸਮਾਨ 'ਚ। ਤਾਰੇ ਦੇਖਦੇ ਆ, ਆਪਣੀ ਕਿਸਮਤ ਨੂੰ ਕੋਸਦੇ ਆ, ਆਪਣੀਆਂ ਸਰਕਾਰਾਂ ਨੂੰ ਕੋਸਦੇ ਆ, ਬੜਾ ਕੁਝ ਕਰਦੇ ਆ ਜੀ। ਚਲੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ। ਕੱਲ ਡਾਕਟਰਸ ਡੇ ਸੀਗਾ। ਬਿਲਕੁਲ। ਤੇ ਜਿਹੜੇ ਸਾਡੇ ਦੂਜਾ ਰੱਬ ਆ ਡਾਕਟਰ ਆ, ਉਹਨਾਂ ਨੇ ਇਹ ਦਿਨ ਸੜਕਾਂ ਤੇ ਮਨਾਇਆ। ਸਰਕਾਰਾਂ ਤੇ ਤਪੇ ਹੋਏ ਸੀ, ਨਾਅਰੇਬਾਜ਼ੀ ਕਰ ਰਹੇ ਸੀ। ਕੀ ਕਹਿਣਾ ਚਾਹੋਗੇ? ਪਰ ਸਾਡੀਆਂ ਸਰਕਾਰਾਂ ਟਵੀਟ ਕਰ ਕਰਕੇ ਬੜੀਆਂ ਵੱਡੀਆਂ ਗੱਲਾਂ ਕਰ ਰਹੀਆਂ ਸੀ। ਦੇਖੋ, ਆਪਾਂ ਇਸ ਤੋਂ ਪਹਿਲਾਂ ਕਿ ਇਹਨਾਂ ਸਾਰੀਆਂ ਗੱਲਾਂ ਵੱਲ ਆਪਾਂ ਝਾਤੀ ਮਾਰੀਏ ਜਾਂ ਕਿਸੇ ਹੋਰ ਪਾਸੇ ਨੂੰ ਆਈਏ ਤੇ ਸਰਕਾਰਾਂ ਨੂੰ ਕੋਸਣ ਦੀ ਗੱਲ ਕਰੀਏ, ਮੌਸਮ ਦੀ ਤੁਸੀਂ ਗੱਲ ਕੀਤੀ, ਲਾਈਟ ਦੇ ਨਾ ਆਉਣ ਦੀ ਗੱਲ ਕੀਤੀ, ਮੈਂ ਡਾਕਟਰਸ ਡੇ ਦੀ ਜੇ ਗੱਲ ਕਰਾਂ ਤੇ ਬਹੁਤ ਮਹਾਨ ਇਨਸਾਨ ਸੀ। 1 ਜੁਲਾਈ 1882 ਨੂੰ ਉਹਨਾਂ ਦਾ ਜਨਮ ਹੁੰਦਾ। ਡਾਕਟਰ BC ਰॉय ਜੀ, ਵਿਧਾਨ ਚੰਦਰਾ ਰॉय ਪਟਨਾ 'ਚ ਜੰਮੇ ਤੇ ਉਹਨਾਂ ਦੀ ਜਿਹੜੀ ਇੱਕ ਹੋਰ ਉਹਨਾਂ ਦੇ ਨਾਲ ਇੱਕ ਤਰੀਕ ਖਾਸ ਤੌਰ ਤੇ ਜੁੜ ਗਈ। ਇਸੇ ਤਰੀਕ ਨੂੰ 1962 ਦੇ ਵਿੱਚ ਉਹਨਾਂ ਦੀ ਜਿਹੜੀ ਹੈ ਮ੍ਰਿਤਿੂ ਹੁੰਦੀ ਹੈ ਕਲਕੱਤਾ ਦੇ ਵਿੱਚ। ਉਹਨਾਂ ਕੋਲ 2 ਵੱਡੀਆਂ ਡਿਗਰੀਆਂ ਸੀ, MRCP ਤੇ FRCS, ਮੈਂਬਰਸ਼ਿਪ ਆਫ ਰਾਇਲ ਕਾਲਜ ਆਫ ਫਿਜ਼ੀਸ਼ੀਅਨਸ ਤੇ ਫੈਲੋਸ਼ਿਪ ਆਫ ਰਾਇਲ ਕਾਲਜ ਆਫ ਸਰਜਨਸ। ਫਿਜ਼ੀਸ਼ੀਅਨਸ ਦੀ ਜਿਹੜੀ ਸਭ ਤੋਂ ਵੱਡੀ ਇੰਸਟੀਟਿਊਸ਼ਨ ਆ ਉਹਦੇ ਵੀ ਉਹ ਮੈਂਬਰ ਸੀ ਤੇ ਜਿਹੜੀ ਸਰਜਨਸ ਦੀ ਇੰਸਟੀਟਿਊਸ਼ਨ ਆ ਉਹਦੀ ਵੀ ਉਹਨਾਂ ਕੋਲ ਫੈਲੋਸ਼ਿਪ ਸੀ ਜੀ। ਬੰਗਾਲ ਦੇ ਉਹ CM ਰਹੇ ਆ 48 ਤੋਂ ਲੈ ਕੇ ਜਦ ਤੱਕ ਉਹਨਾਂ ਦੀ ਡੈਥ ਹੁੰਦੀ ਆ 1961-2 ਤੱਕ। ਤੇ ਭਾਰਤ ਰਤਨ ਉਹਨਾਂ ਨੂੰ ਮਿਲਿਆ। ਜਿਹੜੀਆਂ ਹਿੰਦੁਸਤਾਨ ਦੀਆਂ 2 ਵੱਡੀਆਂ ਸੰਸਥਾਵਾਂ ਆ, IMA ਤੇ MCI, ਮੈਡੀਕਲ ਕਾਉਂਸਲ ਆਫ ਇੰਡੀਆ ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ, ਇਹਨਾਂ ਦੋਨਾਂ ਨੂੰ ਬਣਾਉਣ ਦੇ ਵਿੱਚ ਉਹਨਾਂ ਦੀ ਵੱਡੀ ਭੂਮਿਕਾ ਰਹੀ। ਤੇ ਇਹ ਵੀ ਦੱਸਿਆ ਜਾਂਦਾ ਕਿ ਉਹ ਬਹੁਤ ਜ਼ਿਆਦਾ ਦਾਨਿਸ਼ਵਰ ਲੋਕ ਸੀ ਤੇ ਜਿੰਨਾ ਕੁ ਵੀ ਕਮਾਉਂਦੇ ਸੀ ਆਪਣੀ ਡਾਕਟਰੀ ਤੋਂ ਜਾਂ ਆਪਣੇ ਪੇਸ਼ੇ ਤੇ ਉਹ ਸਾਰਾ ਹੀ ਜਿਹੜਾ ਸੀ ਉਹ ਡੋਨੇਟ ਕਰ ਦਿੰਦੇ ਸੀ। ਬੰਗਾਲ ਦੇ ਵਿੱਚ ਕਹਿੰਦੇ ਆ ਕਿ ਮਾਡਰਨ ਬੰਗਾਲ ਨੂੰ ਬਣਾਉਣ ਦੇ ਵਿੱਚ ਸਭ ਤੋਂ ਵੱਡਾ ਹੱਥ ਉਹਨਾਂ ਦਾ ਸੀ। 1976 'ਚ ਉਹਨਾਂ ਦੇ ਨਾਮ ਦੇ ਉੱਤੇ ਇੱਕ ਅਵਾਰਡ ਸ਼ੁਰੂ ਕੀਤਾ ਗਿਆ, ਡਾਕਟਰ BC ਰॉय ਅਵਾਰਡ, ਜਿਹੜਾ ਮੈਡੀਕਲ ਖੇਤਰ ਦੇ ਵਿੱਚ ਹਿੰਦੁਸਤਾਨ ਦਾ ਸਭ ਤੋਂ ਵੱਡਾ ਅਵਾਰਡ ਆ। ਤਾਂ ਉਹਨਾਂ ਨੂੰ ਇੱਕ ਸ਼ਰਧਾਂਜਲੀ ਆ ਕਿ ਐਸੇ ਲੋਕ ਧਰਤੀ ਤੇ ਦੁਬਾਰਾ ਆਉਣ ਤੇ ਕੁਝ ਚੰਗੇ ਕਰਮ ਕਰਨ। ਤੇ ਹੁਣ ਆਪਾਂ ਗੱਲ ਕਰਦੇ ਹਾਂ ਟਵੀਟਸ ਦੀ ਤੇ ਡਾਕਟਰਾਂ ਦੀ। 6ਵਾਂ ਪੇ ਕਮਿਸ਼ਨ ਜਦੋਂ ਤੋਂ
ਸਰਕਾਰ ਨੇ ਉਹਨੂੰ ਪਾਸ ਕੀਤਾ, ਲਾਗੂ ਕੀਤਾ ਤੇ ਉਹ ਸਾਹਮਣੇ ਲੋਕਾਂ ਦੇ ਆਇਆ। ਉਹਨੂੰ ਪੜ੍ਹਨ ਤੋਂ ਬਾਅਦ ਜਿੰਨੀਆਂ ਵੀ ਸਰਕਾਰੀ ਮੁਲਾਜ਼ਮ ਜਥੇਬੰਦੀਆਂ ਉਹ ਸਾਰੀਆਂ ਲਗਭਗ ਸੜਕਾਂ ਤੇ ਨੇ ਜੀ। ਉਹ ਇਸ ਕਰਕੇ ਸੜਕਾਂ ਤੇ ਨੇ ਕਿਉਂਕਿ ਪੇ ਕਮਿਸ਼ਨ ਜਿਹੜਾ ਆ ਕਾਫੀ ਲੰਬੇ ਸਮੇਂ ਬਾਅਦ ਆਉਂਦਾ ਆ। 16 ਦੇ ਵਿੱਚ ਇਹਦਾ ਗਠਨ ਹੁੰਦਾ ਆ। ਉਦੋਂ ਦੀਆਂ ਮਹਿੰਗਾਈ ਦੀਆਂ ਸਾਰੀਆਂ ਚੀਜ਼ਾਂ ਨੂੰ ਐਨਾਲਿਸਿਸ ਕਰਨ ਤੋਂ ਬਾਅਦ ਉਹ ਰਿਕਮੈਂਡੇਸ਼ਨ ਦਿੰਦੇ ਆ ਵੀ 16 ਤੋਂ ਲੈ ਕੇ 21 ਤੱਕ 5 ਸਾਲ ਤੇ ਪਹਿਲਾਂ ਲੇਟ ਆ। ਉਸ ਤੋਂ ਬਾਅਦ ਉਹਦੇ ਵਿੱਚ ਜਿਹੜੀਆਂ ਮੱਦਾਂ ਸਰਕਾਰ ਨੇ ਵਿਚਾਰੀਆਂ, ਜਿਹੜੀਆਂ ਵਿਚਾਰਨੀਆਂ ਸੀ ਉਹ ਨਹੀਂ ਵਿਚਾਰੀਆਂ, ਜਿਹੜੀਆਂ ਨਹੀਂ ਵਿਚਾਰਨੀਆਂ ਸੀ ਉਹ ਮੰਨ ਲਈਆਂ। ਕਈਆਂ ਦੀਆਂ ਤਨਖਾਹਾਂ ਘਟਦੀਆਂ ਤੇ ਕਈਆਂ ਦੀਆਂ ਵੱਧਦੀਆਂ ਤੇ ਕਈਆਂ ਦੀਆਂ ਪੈਨਸ਼ਨਸ ਦੇ ਵਿੱਚ ਕੁਝ ਫੇਰ ਹੁੰਦਾ ਤੇ ਬਹੁਤ ਸਾਰੇ ਭੱਤੇ ਜਿਹੜੇ ਆ ਉਹਨਾਂ ਦੇ ਵਿੱਚ ਘਟਾਓ ਕੀਤੀ ਗਈ ਆ। ਜਮ੍ਹਾਂ ਘੱਟ ਕੀਤੀ ਗਈ ਆ ਤੇ ਘਟਾਓ ਜ਼ਿਆਦਾ ਕੀਤੀ ਗਈ। ਸਰਕਾਰਾਂ ਅਸੀਂ ਬਹੁਤ ਵਾਰੇ ਗੱਲਾਂ ਕਰ ਕਰਕੇ ਥੱਕ ਗਏ ਆ, ਪਰ ਸੱਚਾਈ ਇਹ ਆ ਕਿ ਸਰਕਾਰਾਂ ਕੰਪਨੀਆਂ ਵਾਂਗ ਤੇ ਕਮਰਸ਼ੀਅਲ ਅਦਾਰਿਆਂ ਵਾਂਗ ਵਿਹਾਰ ਜਿਹੜਾ ਉਹ ਕਰਦੀਆਂ ਆ ਤੇ ਉਹਨਾਂ ਨੂੰ ਵੀ ਇਸੇ ਗੱਲ ਦਾ ਰਹਿੰਦਾ ਕਿ ਉਹਨਾਂ ਦੇ ਖਜ਼ਾਨੇ ਜਿਹੜੇ ਆ ਭਰੇ ਰਹਿਣ ਤਾਂ ਜੋ ਉਹਨਾਂ ਪੈਸਿਆਂ ਨੂੰ ਉਹ ਆਪਣੇ ਸੁੱਖ ਸਹੂਲਤਾਂ ਲਈ ਤੇ ਮੁੜ ਕੇ ਫਿਰ ਜਦੋਂ ਵੋਟਾਂ ਨੇੜੇ ਆਉਣ ਤੇ ਵੋਟਾਂ ਬਟੋਰਨ ਲਈ ਉਹ ਖਰਚ ਸਕਣ। ਡਾਕਟਰਸ ਡੇ ਸੀ ਤੇ ਡਾਕਟਰਸ ਡੇ ਦੇ ਉੱਤੇ ਡਾਕਟਰ ਤੁਸੀਂ ਦੱਸਿਆ ਕਿ ਸੜਕਾਂ ਤੇ ਸੀ, ਹੜਤਾਲ ਤੇ ਸੀ। OPDs ਜਿਹੜੀਆਂ ਉਹ ਕਈ ਦਿਨਾਂ ਤੋਂ ਬੰਦ ਆ ਤੇ ਸਰਕਾਰ ਕੀ ਕਰ ਰਹੀ ਸੀ? ਉਹ ਟਵੀਟ ਕਰ ਰਹੀ ਸੀ। ਇੱਕ ਨਵੇਂ ਦੌਰ ਦਾ ਤਰੀਕਾ ਆ ਉਹਨਾਂ ਕੋਲ ਕਮਿਊਨੀਕੇਸ਼ਨਸ ਦਾ। ਬੰਦੇ ਰੱਖੇ ਹੋਏ ਨੇ ਉਹਨਾਂ ਨੇ, ਆਪਣੀ IT ਸੈੱਲ ਦੇ ਇੰਚਾਰਜ ਨੇ ਜਿਹੜੇ ਉਹਨਾਂ ਦੀ ਗੱਲਾਂ ਸਮਝਦੇ ਨੇ ਤੇ ਤਾਰ ਸਮਝਦੇ ਨੇ ਕਿਹੜੀ ਗੱਲ ਲਿਖਣੀ ਆ, ਕੀ ਕਰਨਾ ਆ। ਤੁਸੀਂ ਹੁਣੇ ਗੱਲ ਕਰਦੇ ਸੀ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਕਿ ਸਿੱਧੂ ਸਾਹਿਬ ਨੇ 1 ਘੰਟੇ ਦੇ ਵਿੱਚ ਜਾਂ 1.5 ਘੰਟੇ ਦੇ ਵਿੱਚ 9 ਟਵੀਟ ਕਰਤੇ ਜੀ। ਤੇ ਜਿੱਦਾਂ ਇਦਾਂ ਨਹੀਂ ਲੱਗਦਾ ਕਿ 9 ਮਿਜ਼ਾਈਲਾਂ ਛੱਡਤੀਆਂ ਤੇ ਸਾਰੇ ਬਿਜਲੀ ਘਰ ਜਿਹੜੇ ਆ ਉਹ ਸਾਰੇ ਇਹਨਾਂ ਮਿਜ਼ਾਈਲਾਂ ਨੇ ਢਾਹ ਦੇਣੇ ਆ ਤੇ ਬਿਜਲੀ ਆਪ ਮੁਹਾਰੇ ਚੱਲੀ ਜਾਣੀ। ਇਹ ਟਵੀਟ ਕਰਨਾ ਚੰਗੀ ਗੱਲ ਆ, ਤੁਸੀਂ ਆਪਣੀ ਗੱਲ ਲੋਕਾਂ ਸਾਹਮਣੇ ਰੱਖਦੇ ਹੋ, ਪਰ ਤੁਸੀਂ ਸਿਰਫ ਗੱਲਾਂ ਕਰਨ ਲਈ ਜਾਂ ਗੱਲਾਂ ਰੱਖਣ ਲਈ ਨਹੀਂ ਬਣੇ। ਸਰਕਾਰਾਂ ਦਾ ਕੰਮ ਗੱਲਾਂ ਕਰਨ ਜਾਂ ਗੱਲਾਂ ਰੱਖਣ ਲਈ ਨਹੀਂ ਹੈ। ਅੱਜ ਹੀ ਮੈਂ ਇੱਕ ਗੱਲ ਪੜ੍ਹਦਾ ਸੀਗਾ ਕਿ ਕਿਸੇ ਵੱਡੇ ਬੰਦੇ ਨੇ ਕਿਹਾ ਸੀਗਾ ਕਿ ਜੇ ਤੁਸੀਂ ਚੰਗੇ ਬਣਨਾ ਆ ਤੇ ਬਹੁਤ ਸਾਰੇ ਚੰਗੇ ਕੰਮ ਕਰੋ ਤੇ ਉਸ ਚੰਗੇ ਕੰਮ ਕਰਨ ਦਾ ਢੋਲ ਜਿਹੜਾ ਆ ਉਹ ਜਿੰਨਾ ਹੋ ਸਕੇ ਉਨਾ ਘੱਟ ਪਿੱਟੋ ਜੀ। ਪਰ ਹੁਣ ਦੀਆਂ ਸਰਕਾਰਾਂ ਇਸ ਤੋਂ ਉਲਟ ਕਰਦੀਆਂ, ਕਰਦੇ ਕੁਛ ਨਹੀਂ ਤੇ ਢੋਲ ਜਿਹੜਾ ਉਹ ਜ਼ਿਆਦਾ ਪਿੱਟਦੇ। ਬੀਤੇ ਦਿਨਾਂ ਦੇ ਵਿੱਚ ਅਸੀਂ ਗੱਲ ਕੀਤੀ ਸੀਗੀ ਕਿ ਪੰਜਾਬ ਦੇ ਜਿਹੜੇ ਸਕੂਲ ਆ ਉਹ ਨੰਬਰ 1 ਤੇ ਆ ਗਏ। ਉਹ ਕਿੰਨੇ ਕੁ ਨੰਬਰ 1 ਤੇ ਆਏ ਆ? ਉਹ ਜਿਹੜੇ ਅਧਿਆਪਕ ਆ ਕਿੰਨਿਆਂ ਦਿਨਾਂ ਤੋਂ ਧਰਨੇ ਤੇ ਬੈਠੇ ਆ, ਰੋਜ਼ ਮੁਜ਼ਾਹਰੇ ਕਰਦੇ ਆ। ਕਦੀ CM ਦੀ ਕੋਠੀ ਵੱਲ ਨੂੰ ਤੁਰ ਪੈਂਦੇ ਆ, ਕਦੀ CM ਦੇ ਦਫ਼ਤਰ ਵੱਲ ਨੂੰ ਤੁਰ ਪੈਂਦੇ ਆ। ਟਾਂਗਾਂ ਖਾ ਕੇ ਉਹ ਵਾਪਸ ਆ ਜਾਂਦੇ ਆ, ਜ਼ਖਮੀ ਹੋ ਕੇ ਵਾਪਸ ਆ ਜਾਂਦੇ ਆ, ਪਰਚੇ ਕਰਾ ਕੇ ਵਾਪਸ ਆ ਜਾਂਦੇ ਆ। ਤੇ ਉਹ ਜਿਹੜੀ ਸਰਕਾਰ ਦੇ ਗਲ 'ਚ ਟੱਲੀ ਬੰਨਣੀ ਆ ਉਹ ਨਹੀਂ ਵੱਜੀ ਜਾਂਦੀ। ਉਹਨਾਂ ਦੀ ਗੱਲ ਕੋਈ ਨਹੀਂ ਸੁਣਦਾ ਤੇ ਕਿਤੇ ਵੀ ਉਹ ਵਿਚਾਰੀ ਨਹੀਂ ਜਾਂਦੀ। ਡਾਕਟਰਸ ਡੇ ਤੇ ਡਾਕਟਰਾਂ ਦਾ ਹੜਤਾਲ ਤੇ ਹੋਣਾ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ? ਇੱਕ ਡਾਕਟਰ ਜਦੋਂ ਡਾਕਟਰ ਬਣਦਾ ਆ, ਮੇਰੀ ਕੱਲ ਜਾਂ ਪਰਸੋਂ ਅਸੀਂ ਇੱਕ ਡਾਕਟਰ ਸਾਹਿਬ ਨਾਲ ਬੈਠੇ ਸੀ, ਵੈਸੇ ਹੀ ਡਾਕਟਰ ਡੇ ਕੱਲ ਸੀ, ਉਹ ਪਰਸੋਂ ਵੈਸੇ ਹੀ ਮਿਲ ਪਿਆ ਸਾਨੂੰ ਸ਼ਾਮ ਨੂੰ। ਮੇਰੇ ਦੋਸਤ ਨੇ ਉਹ ਡਾਕਟਰਸ ਨੇ ਤੇ ਉਹ ਗੱਲਬਾਤ ਚੱਲਦੀ ਸੀ ਕਿ ਡਾਕਟਰਸ ਬਹੁਤ ਓਵਰਚਾਰਜ ਕਰਦੇ ਆ। ਉਹ ਫਿਰ ਉਹਨੇ ਦੱਸਿਆ ਕਿ ਜਦੋਂ ਅਸੀਂ ਕਿੰਨੇ ਸਾਲ ਇਸ ਪੜ੍ਹਾਈ ਲਈ ਲਾਉਂਦੇ ਆ ਤੇ ਕਿੰਨੇ ਪੈਸੇ ਅਸੀਂ ਇਸ ਪੜ੍ਹਾਈ ਤੇ ਖਰਚਦੇ ਹਾਂ ਤੇ ਸਰਕਾਰ ਸਾਨੂੰ ਕੀ ਦੇ ਰਹੀ ਆ। ਉਸ ਤੋਂ ਬਾਅਦ ਜੇ ਅਸੀਂ ਕਿਸੇ ਹਸਪੀਟਲ ਦੇ ਵਿੱਚ ਜੌਬ ਕਰੀਏ ਤੇ ਉੱਥੇ ਸਾਡੀਆਂ ਵਰਕਿੰਗ ਆਵਰਸ ਦੇ ਉੱਤੇ ਤੇ ਸਾਡੀਆਂ ਜਿਹੜੀਆਂ ਮੈਨੇਜਮੈਂਟ ਆ ਉਹ ਸਾਡੇ ਤੇ ਕਿੱਦਾਂ ਕੰਮ ਕਰਦੀਆਂ, ਸਾਡੇ ਤੋਂ ਕਿੱਦਾਂ ਕੰਮ ਕਰਾਉਂਦੀਆਂ, ਵਰਕਿੰਗ ਐਨਵਾਇਰਨਮੈਂਟਸ ਕਿੱਦਾਂ ਦਾ। ਉਸ ਤੋਂ ਬਾਅਦ ਫਿਰ ਉਹਨਾਂ ਨੇ ਦੱਸਿਆ ਕਿ ਮੈਡੀਕਲ ਕੰਪਨੀਆਂ ਦਵਾਈਆਂ ਦੇਣ ਲਈ ਤੇ ਦਵਾਈਆਂ ਵੇਚਣ ਲਈ ਸਾਨੂੰ ਕਿੰਨਾ ਕੁ ਪ੍ਰੈਸ਼ਰਾਈਜ਼ ਕਰਦੀਆਂ ਜਾਂ ਤੰਗ ਕਰਦੀਆਂ। ਅਸੀਂ ਕਹਿੰਦੇ ਆ ਕਿ ਡਾਕਟਰਸ ਆਪਣੀਆਂ ਮਰਜ਼ੀ ਦੀਆਂ ਦਵਾਈਆਂ ਦਿੰਦੇ ਆ ਤੇ ਉਹ ਦਵਾਈਆਂ ਮਹਿੰਗੀਆਂ ਹੁੰਦੀਆਂ। ਉਹ ਕਹਿੰਦਾ ਅਸੀਂ ਡਾਕਟਰ ਥੋੜੀ ਦਵਾਈਆਂ ਬਣਾਉਂਦੇ ਆ, ਡਾਕਟਰਸ ਤੇ ਦਵਾਈਆਂ ਤੇ ਕੰਪਨੀਆਂ ਬਣਾਉਂਦੀਆਂ। ਉਹ ਸਾਡੇ ਕੋਲ MR ਭੇਜਦੀਆਂ, ਸਾਨੂੰ ਲਾਲਚ ਵੀ ਦਿੰਦੀਆਂ ਤੇ ਸਾਨੂੰ ਹੋਰ ਵੀ ਕਈ ਤਰੀਕੇ ਨਾਲ ਉਹ ਜਿਹੜੀਆਂ ਚੀਜ਼ਾਂ ਆ ਕਰਨ ਲਈ ਮਜਬੂਰ ਕਰਦੀਆਂ। ਫਿਰ ਉਸ ਤੋਂ ਬਾਅਦ ਉਹ ਦੱਸਦਾ ਵੀ ਜੇ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਛੱਡ ਕੇ 2-4 ਡਾਕਟਰ ਇਕੱਠੇ ਹੋ ਕੇ ਕੋਈ ਹਸਪੀਟਲ ਬਣਾਈਏ ਤੇ ਉਹਦੇ ਤੇ ਖਰਚੇ ਕਿੰਨੇ ਆ, ਮੈਡੀਕਲ ਇਨਸਟਰੂਮੈਂਟਸ ਜਿਹੜੇ ਆ ਜਾਂ ਇਕਵਿਪਮੈਂਟਸ ਜਿਹੜੇ ਆ ਉਹ ਕਿੰਨੇ ਮਹਿੰਗੇ। ਉਹ ਦੱਸਦੇ ਆ ਵੀ ਜਿਹੜੀ ਹਾਰਟ ਦੇ ਵਿੱਚ ਸਟੰਟਿੰਗ ਹੋਣ ਲਈ ਜਿਹੜੀ ਕੈਥ ਲੈਬ ਬਣਦੀ ਆ ਉਹ ਕਈ ਕਰੋੜਾਂ ਲੱਗਦੇ ਆ ਉਹਦੇ ਤੇ। ਸਟੰਟ ਦੀ ਕੀਮਤ ਭਾਵੇਂ ਕੁਝ ਥੋੜੇ ਰੁਪਈਏ ਆ ਜੀ, ਪਰ ਉਸ ਕੈਥ ਲੈਬ ਨੂੰ ਬਣਾਉਣ ਦੇ ਉੱਤੇ ਹੀ ਕਰੋੜਾਂ ਦਾ ਖਰਚਾ ਹੈ। ਸੋ ਕੁੱਲ ਮਿਲਾ ਕੇ ਹਰ ਤਬਕਾ ਜਿਹੜਾ ਆ ਉਸ ਚੱਕਰ ਦੇ ਵਿੱਚ ਫਸਿਆ ਹੋਇਆ ਜਿੱਥੋਂ ਨਿਕਲਣਾ ਮੁਸ਼ਕਲ ਆ ਜੀ। ਹੁਣ ਜੇ ਅਸੀਂ ਉਹਦੇ ਅਗਲੇ ਪਿਛਲੇ ਪਾਸੇ ਫਰੋਲੀਏ ਵੀ ਉਹ ਕਿਉਂ ਫਸੇ ਹੋਏ ਆ, ਕਿਉਂ ਨਹੀਂ, ਫਿਰ ਅਸੀਂ ਉੱਥੇ 1991 'ਚ ਚਲੇ ਜਾਂਦੇ ਆ ਕਿ ਨਰਸਿਮਹਾ ਰਾਓ ਨੇ ਆਰਥਿਕ ਆਧਾਰਾਂ ਦੀ ਉਦਾਰੀਕਰਨ ਦੀ ਸ਼ੁਰੂਆਤ ਕੀਤੀ ਜੀ। ਮਨਮੋਹਨ ਸਿੰਘ ਆਏ, ਪੈਸੇ ਦਾ ਜਿਹੜਾ ਆਦਾਨ ਪ੍ਰਦਾਨ ਸੀ ਉਹ ਵਧਿਆ, ਓਪਨ ਵਪਾਰ ਨੂੰ ਦਿੱਤੀਆਂ ਗਈਆਂ, ਬਹੁਤ ਸਾਰੀਆਂ ਗੱਲਾਂ ਉਹ ਕਿਸੇ ਹੋਰ ਪਾਸੇ ਲਾਈਨ ਚਲੇ ਜਾਂਦੀ। ਸੋ ਗੱਲ ਤਾਂ ਇੱਥੇ ਤੱਕ ਆ ਕਿ ਜੇ ਸਰਕਾਰਾਂ ਚਾਹਣ, ਜੇ ਸਰਕਾਰਾਂ ਦੀ ਨੀਤ ਤੇ ਨੀਤੀ ਠੀਕ ਹੋਵੇ, ਫਿਰ ਡਾਕਟਰਸ ਡੇ ਵਾਲੇ ਦਿਨ ਡਾਕਟਰਾਂ ਨੂੰ ਹੜਤਾਲ ਨਾ ਕਰਨੀ ਪਵੇ। ਉਹ ਤੁਸੀਂ ਹੁਣੀ ਗੱਲ ਕੀਤੀ ਆ ਕਿ ਉਹਨਾਂ ਨੂੰ ਦੂਸਰਾ ਰੱਬ ਕਹਿੰਦੇ ਆ, ਇਹ ਬਿਲਕੁਲ ਠੀਕ ਗੱਲ ਆ। ਜਦੋਂ ਤੁਹਾਨੂੰ ਰਾਤ ਬਰਾਤੇ ਕਿਤੇ ਕੋਈ ਪਰੇਸ਼ਾਨੀ ਹੋਵੇ, ਕਿਤੇ ਦਰਦ ਹੋਵੇ ਤੇ ਡਾਕਟਰ ਦੀ
ਟੈਲੀਫੋਨ ਤੇ ਹੀ ਉਹ ਗੋਲੀ ਦੱਸ ਦੇਵੇ ਤਾਂ ਤੁਹਾਡੇ ਕੋਲ ਬਾਈ ਚਾਂਸ ਕਿਤੇ ਹੋਵੇ ਜੇ ਤੁਸੀਂ ਠੀਕ ਹੋ ਜਾਂਦੇ ਤਾਂ ਫਿਰ ਤੁਸੀਂ ਉਹਨੂੰ ਰੱਬ ਹੀ ਮੰਨਦੇ ਆ। ਜੀ ਜੀ। ਜਦੋਂ ਕਿਤੇ ਕਿਸੇ ਸ਼ਖਸ ਬੰਦੀ ਨੂੰ ਆਪਰੇਸ਼ਨ ਲਈ ਲੈ ਕੇ ਜਾਂਦੇ ਆ ਤੇ ਡਾਕਟਰ ਨੂੰ ਕਹਿੰਦੇ ਆ ਜੀ ਤੁਹਾਡੇ ਕੋਲ ਜਾਂ ਇਹਨੂੰ ਬਚਦਾ ਤੇ ਬਚਾ ਲਓ। ਜੇ ਆਪਣੀ ਵੀ ਸਿਚੁਏਸ਼ਨ ਇਹੋ ਜਿਹੀ ਹੋਵੇ ਤਦ ਵੀ ਤੁਸੀਂ ਇਹੀ ਕਹਿੰਦੇ ਆ ਕਿ ਡਾਕਟਰ ਸਾਹਿਬ ਤੁਸੀਂ ਦੇਖਣਾ, ਹੁਣ ਜੋ ਤੁਸੀਂ ਕਰ ਸਕਦੇ ਹੋ ਉਹੀ ਕਰ ਸਕਦੇ ਹੋ। ਸੋ ਜਿਹੜਾ ਵੀ ਬੰਦਾ ਕਿਸੇ ਵੀ ਸਕਿੱਲ ਦੇ ਵਿੱਚ ਸਿੱਖ ਕੇ ਪੜ੍ਹ ਕੇ ਡਿਗਰੀ ਕਰਕੇ ਇੱਕ ਨੌਕਰੀ ਤੇ ਆਮਦ ਹੁੰਦਾ, ਜਿੱਤੇ ਇੱਕ ਕੁਰਸੀ ਤੇ ਬੈਠਦਾ ਆ, ਉਹਨੂੰ ਉਨੇ ਕੁ ਪੈਸੇ ਤਾਂ ਦਿਓ ਕਿ ਉਹਦਾ ਜਿਹੜਾ ਧਿਆਨ ਆ ਹੋਰ ਪਾਸੇ ਨਾ ਭਟਕੇ। ਉਹਨੂੰ ਕੰਮ ਕਰਨ ਲਈ ਇੱਕ ਚੰਗਾ ਮਾਹੌਲ, ਇੱਕ ਚੰਗਾ ਵਾਤਾਵਰਣ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਮਿਲਣੀਆਂ ਚਾਹੀਦੀਆਂ। ਚਾਹੇ ਉਹ ਡਾਕਟਰ ਹੋਣ, ਚਾਹੇ ਉਹ ਟੀਚਰ ਹੋਣ, ਚਾਹੇ ਉਹ ਬਿਜਲੀ ਕਰਮਚਾਰੀ ਹੋਣ ਤੇ ਚਾਹੇ ਉਹ ਕਿਸੇ ਹੋਰ ਕਿੱਤੇ ਨਾਲ ਜੁੜੇ ਹੋਏ ਲੋਕ ਹੋਣ। ਸ਼ਰਮਾ ਜੀ, ਹੁਣ ਉਸ ਮੁੱਦੇ ਵੱਲ ਰੁਖ ਕਰਦੇ ਆ ਜਿਹੜਾ ਤੁਸੀਂ ਆਉਂਦਿਆਂ ਛੇੜਨ ਦੀ ਕੋਸ਼ਿਸ਼ ਕੀਤੀ। ਜੀ। ਗਰਮੀ ਦਾ ਕਹਿਰ ਪੰਜਾਬ ਤੇ ਵਰਸ ਰਿਹਾ ਆ ਤੇ ਬਿਜਲੀ ਦਾ ਸੰਕਟ ਵੀ ਮੰਡਰਾ ਰਿਹਾ ਆ ਤੇ ਸਿਆਸਤਦਾਨ ਕੀ, ਆਮ ਲੋਕ ਕੀ, ਸਾਰੇ ਸੜਕਾਂ ਤੇ ਮੁਜ਼ਾਹਰੇ ਕਰ ਰਹੇ ਨੇ ਇਸ ਵੇਲੇ। ਦੇਖੋ ਜੀ, ਜਿਹੜੀ ਤੁਸੀਂ ਗੱਲ ਕੀਤੀ ਆ ਉਹਦੇ 'ਚ ਦੋ ਤਿੰਨ ਗੱਲਾਂ ਨੇ। ਬਿਜਲੀ ਦਾ ਸੰਕਟ ਵੱਖਰੀ ਚੀਜ਼ ਆ ਤੇ ਗਰਮੀ ਦਾ ਸੰਕਟ ਜਿਹੜਾ ਵੱਖਰਾ। ਜੀ। ਜਦੋਂ ਅਸੀਂ ਗਰਮੀ ਦੀ ਗੱਲ ਕਰਦੇ ਸੀ ਤੇ ਮੈਨੂੰ ਫਿਰ ਯਾਦ ਆਈਆਂ ਉਹੀ ਗੱਲਾਂ ਕਿ ਆਰਥਿਕ ਉਦਾਰੀਕਰਨ ਦੇ 3 ਦਹਾਕੇ ਜਿਹੜੇ ਆ ਪੂਰੇ ਹੋ ਗਏ। 30 ਕੁ ਸਾਲ ਹੋ ਗਏ 1991 ਤੋਂ ਲੈ ਕੇ ਹੁਣ ਤੱਕ ਅਸੀਂ ਗਿਣੀਏ ਤੇ ਜਿਹੜੀਆਂ ਚੀਜ਼ਾਂ ਹਿੰਦੁਸਤਾਨ ਦੀ ਗੱਲ ਕਰ ਲਓ ਜਾਂ ਸਾਰੇ ਦੁਨੀਆ ਦੀ ਗੱਲ ਕਰ ਲਓ, ਉਦਾਰੀਕਰਨ, ਵਿਸ਼ਵੀਕਰਨ, ਨਵੀਨੀਕਰਨ ਤੇ ਨਿੱਜੀਕਰਨ, ਇਹ ਜਿਹੜੇ ਅਸੀਂ ਕਰਨ ਕੀਤੇ ਆ ਨਾ, ਜਿਹੜੇ ਅਸੀਂ ਕਰਮ ਧਰਤੀ ਦੇ ਉੱਤੇ ਕੀਤੇ ਆ, ਉਹਨਾਂ ਦੇ ਨਾਲ ਜੋ ਸਾਨੂੰ ਹੁਣ ਤੱਕ ਮਿਲ ਰਿਹਾ ਉਹ ਇਹੀ ਆ ਕਿ ਕੁਦਰਤ ਜਿਹੜੀ ਆ, ਧਰਤੀ ਜੋ ਸਾਨੂੰ ਦੇ ਰਹੀ ਸੀ ਅਸੀਂ ਉਹਦਾ ਕੋਈ ਸਤਿਕਾਰ ਨਹੀਂ ਕੀਤਾ, ਕੋਈ ਅਸੀਂ ਉਹਦੀ ਰਿਸਪੈਕਟ ਨਹੀਂ ਕੀਤੀ। ਜਿੰਨੇ ਮਨੁੱਖ ਧਰਤੀ ਤੇ ਇਸ ਵੇਲੇ ਰਹਿ ਰਹੇ ਨੇ ਤੇ ਜਿੰਨੇ ਕੰਮ ਇਸ ਧਰਤੀ ਤੇ ਹੋ ਰਹੇ ਨੇ ਉਹਦੇ ਲਈ ਜੇ ਮਾਹਰਾਂ ਦੀ ਗੱਲ ਕਰੀਏ, ਜਿਹੜੇ ਚਗਿਰਦੇ ਦੇ ਮਾਹਰ ਨੇ ਜਾਂ ਸਾਇੰਸ ਨਾਲ ਜੁੜੇ ਹੋਏ ਲੋਕ ਨੇ, ਉਹ ਕਹਿੰਦੇ ਨੇ ਕਿ ਇੰਨੇ ਕੰਮ ਹੋਣ ਲਈ ਘੱਟੋ ਘੱਟ 2.25 ਧਰਤੀਆਂ ਚਾਹੀਦੀਆਂ। 1.7 ਅਰਥ ਹੋਣ ਤਾਂ ਇਹ ਹੋ ਸਕਦਾ, ਪਰ ਅਸੀਂ ਬਹੁਤ ਢੀਠ ਹਾਂ ਇਸ ਕੰਮ ਲਈ, ਬਹੁਤ ਖੁਦ ਗਰਜ਼ ਹਾਂ ਕਿ ਅਸੀਂ ਸੋਚਦੇ ਨਹੀਂ ਕਿ ਧਰਤੀ ਹੋਰ ਨਹੀਂ ਹੈਗੀ। ਬ੍ਰਹਿਮੰਡ ਦੇ ਵਿੱਚ ਕਿਤੇ ਵੀ ਸਾਡੇ ਕੋਲ ਹੋਰ ਧਰਤੀ ਨਹੀਂ ਆ। ਰਹਿਣ ਲਈ ਇਹੋ ਹੀ ਇੱਕ ਜਗ੍ਹਾ ਆ ਜਿੰਨੀ ਵੀ ਹੁਣ ਤੱਕ ਅਸੀਂ ਖੋਜ ਕੀਤੀ। ਕੱਲ ਤੱਕ ਕੋਈ ਨਵਾਂ ਗ੍ਰਹਿ ਲੱਭ ਜੇ ਤਾਂ ਕਹਿ ਨਹੀਂ ਸਕਦੇ, ਪਰ ਅੱਜ ਵੀ ਜੇ ਚੰਦਰਮਾ ਤੇ ਜਾਂ ਮਾਰਸ ਤੇ ਘੁੰਮਣ ਜਾਣਾ ਹੋਵੇ ਤਾਂ ਕਈ ਕਰੋੜ ਡਾਲਰ ਜਿਹੜੇ ਆ ਉਹ ਲੱਗਦੇ ਨੇ। ਸ਼ਰਮਾ ਜੀ, ਇਸ ਗੱਲਬਾਤ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਵਕਫੇ ਦਾ। ਜਲਦ ਹਾਜ਼ਰ ਹੁੰਦੇ ਹਾਂ। ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਗਰਮੀ ਦੀ, ਬਿਜਲੀ ਦੇ ਸੰਕਟ ਦੀ, ਤੇ ਉਹੀ ਗੱਲ ਕੰਟੀਨਿਊ ਕਰਦੇ ਹਾਂ। ਬਿਲਕੁਲ ਜੀ, ਧਰਤੀ ਦੀ ਅਸੀਂ ਗੱਲ ਕਰਦੇ ਸੀ ਕਿ ਧਰਤੀ ਹੋਰ ਨਹੀਂ ਹੈਗੀ। ਜੋ ਵੀ ਇਸ ਨੇਚਰ ਨੇ, ਇਸ ਕੁਦਰਤ ਨੇ ਵਿਧਾਨ ਬਣਾਇਆ ਕਿ ਧਰਤੀ ਸੂਰਜ ਦੁਆਲੇ 24 ਘੰਟਿਆਂ ਇੱਕ ਚੱਕਰ ਪੂਰਾ ਕਰਦੀ ਹੈ, ਤੇ ਉਸ ਚੱਕਰ ਦੇ ਨਾਲ ਹੀ ਜਿਹੜਾ ਆ ਮੌਸਮ ਆ ਉਹਦੇ 'ਚ ਤਬਦੀਲੀਆਂ ਆਉਂਦੀਆਂ, ਦਿਨ ਤੇ ਰਾਤ ਬਣਦੇ ਆ। ਫਿਰ ਜਿਹੜੀ ਧਰਤੀ ਆਪਣੀ ਧੁਰੀ ਦੁਆਲੇ ਘੁੰਮਦੀ ਆ 365 364 ਕੁਛ ਦਿਨਾਂ ਦੇ ਵਿੱਚ, ਉਹਦੇ ਨਾਲ ਜਿਹੜੀਆਂ ਰੁੱਤਾਂ ਬਣਦੀਆਂ। 30 ਕਿਲੋਮੀਟਰ ਇੱਕ ਸਕਿੰਟ ਦੀ ਸਪੀਡ ਆ ਜਿਹਦੇ ਨਾਲ ਧਰਤੀ ਘੁੰਮਦੀ ਆ। ਤੇ ਅਸੀਂ ਇੱਥੇ ਕਿੰਨੇ ਸਾਰੇ ਦਰਖਤ ਜਿਹੜੇ ਆ ਰੋਜ਼ ਦੀ ਰੋਜ਼ ਪੁੱਟੀ ਜਾਂਦੇ ਆ, ਕਿੰਨਾ ਕੁ ਕਾਰਬਨ ਅਸੀਂ ਬਣਾਈ ਜਾਂਦੇ ਆ, ਚਾਹੇ ਉਹ ਏਸੀ ਦੇ ਨਾਲ ਆ, ਚਾਹੇ ਉਹ ਫੈਕਟਰੀਆਂ ਦੇ ਨਾਲ ਆ, ਚਾਹੇ ਉਹ ਕੰਸਟਰਕਸ਼ਨਸ ਦੇ ਨਾਲ ਆ, ਕਿੰਨਾ ਕੁ ਲੋਹਾ ਅਸੀਂ ਕੁੱਟ-ਕੁੱਟ ਕੇ ਇੰਡਸਟਰੀਆਂ ਦੇ ਨਾਲ ਕੀਤਾ। ਠੀਕ ਆ, ਤਰੱਕੀ ਦੀ ਵੀ ਲੋੜ ਆ, ਪਰ ਜ਼ਿੰਦਗੀ ਦੀ ਲੋੜ ਜ਼ਿਆਦਾ ਆ। ਜੇ ਜ਼ਿੰਦਗੀ ਹੋਵੇਗੀ ਤਾਂ ਤਰੱਕੀ ਹੋਵੇਗੀ। ਇੱਦਾਂ ਹੀ ਤੁਸੀਂ ਪਾਣੀ ਦੀ ਗੱਲ ਕਰ ਲਓ। ਜੇ ਮੈਂ ਸਾਰੇ ਦੁਨੀਆ ਦੀ ਨਾ ਗੱਲ ਕਰਾਂ, ਬਹੁਤ ਵਾਰ ਇਹ ਗੱਲਾਂ ਪੜ੍ਹੀਆਂ ਸੁਣੀਆਂ ਕਿ ਇਹ ਕਿਹਾ ਜਾਂਦਾ ਕਿ ਅਗਲਾ ਵਿਸ਼ਵ ਯੁੱਧ ਆ ਜੇ ਕਦੇ ਹੋਇਆ ਤੇ ਉਹ ਪਾਣੀ ਲਈ ਹੋਣਾ। ਪਹਿਲਾਂ ਵੀ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਨਲਕਿਆਂ ਤੋਂ ਪਾਣੀ ਪੀਂਦੇ ਸੀ, ਉਹ ਨਲਕੇ ਖਤਮ ਹੋ ਗਏ। ਫਿਰ ਹੁਣ ਟੂਟੀਆਂ ਤੋਂ ਪੀਂਦੇ ਹਾਂ ਤੇ ਜਿੰਨੀ ਕੁ ਸਪੀਡ ਨਾਲ ਅਸੀਂ ਕੱਢੀ ਜਾਂਦੇ ਹਾਂ। ਬੀਤੇ ਦਿਨ ਅਸੀਂ ਇੱਕ ਦਿਨ ਗੱਲ ਕਿਤੇ ਪੜ੍ਹਦੇ ਸੀਗੇ ਕਿ ਜਿੰਨਾ ਪੰਜਾਬ ਦੇ ਕਿਸਾਨ ਧਰਤੀ 'ਚੋਂ ਪਾਣੀ ਕੱਢ ਕੇ ਝੋਨਾ ਲਾਉਣ ਲਈ ਵਰਤ ਰਹੇ ਨੇ, ਇੱਕ ਦਿਨ 'ਚ ਜਿੰਨਾ ਅਸੀਂ ਪਾਣੀ ਕੱਢ ਰਹੇ ਹਾਂ ਉਹ 35 ਸਾਲ ਇੱਕ ਵੱਡਾ ਸ਼ਹਿਰ ਉਹਨੇ ਪਾਣੀ ਦੇ ਨਾਲ ਗੁਜ਼ਾਰਾ ਕਰ ਸਕਦਾ। ਹੁਣ ਤੁਸੀਂ ਸੋਚੋ ਕਿ ਰਿਸੋਰਸਸ ਤਾਂ ਲਿਮਿਟਿਡ ਨੇ ਨਾ, ਪਾਣੀ ਤੇ ਕਿਸੇ ਲੈਬੋਰਟਰੀ 'ਚ ਨਹੀਂ ਬਣਾਇਆ ਜਾਣਾ। ਸਮੁੰਦਰ ਤੋਂ ਹੀ ਆਸ ਜੇ ਕਦੇ ਆਉਣ ਵਾਲੇ ਸਾਲਾਂ ਦੇ ਵਿੱਚ, ਦਹਾਕਿਆਂ ਦੇ ਵਿੱਚ ਕੋਈ ਇਹੋ ਜਿਹੀ ਖੋਜ ਹੋਗੀ ਕਿ ਜਿਹਦੇ ਨਾਲ ਸਮੁੰਦਰ ਦਾ ਪਾਣੀ ਸੌਖਿਆਂ ਖਾਰੇ ਤੋਂ ਮਿੱਠਾ ਕੀਤਾ ਜਾ ਸਕਿਆ, ਤਦ ਵੀ ਤੁਹਾਡੀ ਪਹੁੰਚ 'ਚ ਉਹ ਨਹੀਂ ਆਉਣਾ ਤੇ ਖੇਤੀ ਲਈ ਵੀ ਉਹ ਨਹੀਂ ਆਉਣਾ। ਸਮੁੰਦਰ ਦੇ ਕਿਨਾਰੇ ਰਹਿਣ ਵਾਲੇ ਲੋਕਾਂ ਲਈ ਤਾਂ ਹੋ ਜਾਏਗਾ, ਪਰ ਫਿਰ ਉਹਦੀ ਟਰਾਂਸਪੋਰਟੇਸ਼ਨ ਤੁਰ ਪੈਗੀ, ਦੁਨੀਆ ਕਿਸੇ ਹੋਰ ਪਾਸੇ ਨੂੰ ਤੁਰ ਪੈਗੀ। ਹਾਲਾਂ ਤੱਕ ਇਹ ਸਾਰੀਆਂ ਜਿਹੜੀਆਂ ਆ ਹਾਈਪੋਥੈਟਿਕ ਗੱਲਾਂ ਨੇ। ਅੱਜ ਦੀ ਜੇ ਗੱਲ ਕਰਾਂ ਪੰਜਾਬ ਦੀ, ਤੇ 138 ਬਲਾਕ ਨੇ ਤੇ 119 ਜਿਹੜੇ ਆ ਸੋਕੇ ਵੱਲ ਨੂੰ ਤੁਰ ਪਏ ਨੇ।
ਇੱਕ ਹਾਰਸ ਪਾਵਰ ਦੀ ਮੋਟਰ ਨਾਲ ਖੂਹੀ ਦੇ ਉੱਤੇ ਚੱਲਦੇ ਅਸੀਂ ਇੰਜਣ ਜਿਹੜੇ ਟਿਊਬਵੈਲ ਆ ਉਹ ਦੇਖੇ। ਖੂਹੀ ਦੇ ਵਿੱਚ 10 ਕੁ ਫੁੱਟ ਡੂੰਘੀ ਜਾਂ 15 ਫੁੱਟ ਡੂੰਘੀ ਮੋਟਰ ਰੱਖੀ ਹੁੰਦੀ ਸੀ ਜੀ, ਛੋਟੀ ਜੀ ਮੋਟਰ ਸੀ ਉਹ। 1 ਹਾਰਸ ਪਾਵਰ ਦੀ, ਫਿਰ 2 ਦੀਆਂ ਆ ਗਈਆਂ, ਫਿਰ 5 ਦੀਆਂ ਆ ਗਈਆਂ, ਫਿਰ ਉਹ ਬੰਦ ਹੋ ਗਈਆਂ। ਉਸ ਤੋਂ ਬਾਅਦ ਹੁਣ ਸਬਮਰਸੀਬਲ ਆ ਗਈਆਂ। 100 ਫੁੱਟ, 150 ਫੁੱਟ, 200 ਫੁੱਟ, 250 ਫੁੱਟ, 350 ਫੁੱਟ, 400 ਫੁੱਟ, 500 ਫੁੱਟ ਤੱਕ ਅਸੀਂ ਪਹੁੰਚ ਗਏ। ਉਹ 5 ਹਾਰਸ ਪਾਵਰ ਦੀ ਮੋਟਰ ਸੀ। ਹੁਣ 35 40 ਹਾਰਸ ਪਾਵਰ ਦੀਆਂ ਮੋਟਰਾਂ ਪੰਜਾਬ 'ਚ ਆਮ ਚੱਲਦੀਆਂ ਜੀ। 15 ਲੱਖ ਟਿਊਬਵੈਲ, 14 ਲੱਖ ਕੁਛ ਟਿਊਬਵੈਲ ਜਿਹੜੇ ਆ ਉਹ ਪਾਣੀ ਕੱਢ ਕੇ ਸੁੱਟੀ ਜਾਂਦੇ ਆ। ਕਿਸਾਨ ਆਪਣੇ ਪੱਖ ਤੋਂ ਸੱਚਾ ਆ ਕਿ ਜੇ ਝੋਨਾ ਨਾ ਬੀਜੇ ਤੇ ਬੀਜੇ ਕੀ, ਤੇ ਸਰਕਾਰ ਅਵੇਸਲੀ ਆ। ਉਹ ਕਹਿੰਦੇ ਆ ਕੋਈ ਗੱਲ ਨਹੀਂ, 2-4 ਸਾਲ ਬਾਅਦ ਆਪੇ ਹਟ ਜਾਣੇ, ਜਦੋਂ ਪਾਣੀ ਨਹੀਂ ਹੋਣਾ ਤੇ ਝੋਨਾ ਕਾਹਨੂੰ ਬੀਜਣਾ। ਸੋ ਇਹਦੇ ਵਿੱਚ ਕਿਸਾਨ ਦਾ ਕਸੂਰ ਥੋੜਾ ਬਹੁਤ ਕਿਸਾਨ ਦਾ ਵੀ ਹੈਗਾ ਤੇ ਸਰਕਾਰ ਦਾ ਵੀ ਹੈਗਾ। ਜਦੋਂ ਬਹੁਤ ਸਾਲ ਪਹਿਲਾਂ ਇੱਕ ਵਾਰੀ ਇੱਕ ਖੇਤੀ ਮਾਹਰ ਲੋਕਾਂ ਨੂੰ ਸਲਾਹ ਦੇ ਰਿਹਾ ਸੀ, ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰ ਰਿਹਾ ਸੀਗਾ ਕਿ ਝੋਨਾ ਬੀਜਣਾ ਬੰਦ ਕਰ ਦਿਓ। ਉਹ ਫਿਰ ਕੋਈ ਸਿਆਣਾ ਕਹਿੰਦਾ ਜੀ ਬੀਜੀਏ ਕੀ? ਉਹ ਕਹਿੰਦੇ ਸੋਚ ਲਓ ਪਾਣੀ ਹੈ ਨਹੀਂ, 4 ਸਾਲ ਬਾਅਦ ਕੀ ਬੀਜਣਾ, ਉਹੀ ਹੁਣ ਬੀਜਣ ਲੱਗ ਜਾਓ। ਸਾਨੂੰ ਬਦਲਵੀਆਂ ਫਸਲਾਂ ਵੱਲ ਆਉਣਾ ਪੈਣਾ। ਅੱਜ ਨਹੀਂ ਆਵਾਂਗੇ ਤੇ 4 ਸਾਲ ਬਾਅਦ 'ਚ ਆ ਜਾਵਾਂਗੇ। ਉਹ ਝੋਨੇ ਦੇ ਜਿਹੜੀ ਉਪਜ ਆ, ਜਿੰਨੇ ਕੁ ਅਸੀਂ ਪੈਸੇ ਉਹਦੇ 'ਚੋਂ ਕਮਾਉਂਦੇ ਆ, ਜਿੰਨੇ ਕੁ ਸਾਨੂੰ ਲੱਗਦਾ ਆ ਅਸੀਂ ਕਮਾ ਰਹੇ ਆ, ਉਹ ਉਨੇ ਹੀ ਸਾਲ 2 ਸਾਲ ਬਾਅਦ ਅਸੀਂ ਮੋਟਰਾਂ ਦੇ ਖਰਚ ਦਿੰਦੇ ਜਾਂ ਕਿਸੇ ਹੋਰ ਪਾਸੇ ਖਰਚ ਲੈਂਦੇ। ਬਿਲਕੁਲ ਉਹ ਹੱਡੀ ਵਾਲਾ ਸਵਾਦ ਹੀ ਆ ਕਿ ਲੱਗਦਾ ਆ ਕਿ ਉਹਦੇ 'ਚੋਂ ਕੁਝ ਨਿਕਲ ਰਿਹਾ, ਉਹਦੇ 'ਚੋਂ ਨਿਕਲ ਕੁਝ ਨਹੀਂ ਰਿਹਾ। ਅਲਟੀਮੇਟਲੀ ਉਹ ਆਪਣਾ ਹੀ ਖਰਚਾ ਆ, ਇੱਧਰੋਂ ਪੂਰਾ ਕਰ ਲਓ ਚਾਹੇ ਉੱਧਰੋਂ ਪੂਰਾ ਕਰ ਲਓ। ਸੋ ਗਰਮੀ ਵਧਾਉਣ ਦੇ ਵਿੱਚ ਵੀ ਇਨਸਾਨ ਦਾ ਵੱਡਾ ਰੋਲ ਆ ਜੀ। ਕਾਰਬਨ ਦਾ ਪ੍ਰੋਡਕਸ਼ਨ ਹੈਗੀ ਆ, ਜਾਂ ਇਹ ਪ੍ਰਦੂਸ਼ਣ ਆ, ਜਾਂ ਇਹ ਜਿਹੜਾ ਦਰਖਤ ਆ ਉਹਨਾਂ ਨੂੰ ਵੱਢਣ ਦੀ ਜਿਹੜੀ ਪ੍ਰਕਿਰਿਆ ਆ ਤੇ ਨਵੇਂ ਜੰਗਲ ਲਾਉਣ ਦੀ ਪ੍ਰਕਿਰਿਆ ਆ। ਦੁਨੀਆ ਦੇ ਅਸੀਂ ਉਹਨਾਂ ਨੂੰ ਫੇਫੜੇ ਕਹਿੰਦੇ ਸੀ, ਜਿਹੜੇ ਬ੍ਰਾਜ਼ੀਲ ਦੇ ਵਿੱਚ ਜੰਗਲ ਸੀ, ਜਾਂ ਦੁਨੀਆ ਦੇ ਹੋਰ ਦੇਸ਼ਾਂ ਦੇ ਵਿੱਚ ਜਿਹੜੇ ਜੰਗਲ ਨੇ, ਉਹਨਾਂ ਦੀ ਕਟਾਈ ਕਿੰਨੀ ਸਪੀਡ ਨਾਲ ਹੋ ਰਹੀ ਹੈ। ਬੀਤੇ ਦਿਨਾਂ ਤੋਂ ਅਸੀਂ ਪੰਜਾਬ 'ਚ ਦੇਖ ਰਹੇ ਹਾਂ ਕਿੰਨੀਆਂ ਹੀ ਪਬਲਿਕ ਪਲੇਸਿਸ ਦੇ ਉੱਤੇ, ਚਾਹੇ ਉਹ ਕੋਈ ਹਸਪਤਾਲ ਦੇ ਵਿੱਚ ਨੇ, ਦਰਖਤ ਲੱਗੇ ਹੋਏ ਸੀ, ਜਾਂ ਕਿਸੇ ਫੈਕਟਰੀ ਦੀ ਜਦੋਂ ਬੰਦ ਹੋ ਗਈ ਤਾਂ ਉੱਥੇ ਬਹੁਤ ਸਾਰੇ ਦਰਖਤ ਸੀ, ਉਹਨਾਂ ਨੂੰ ਵੱਢ ਕੇ ਉਹ ਜ਼ਮੀਨ ਨੂੰ ਸਮਤਲ ਕੀਤਾ ਜਾ ਰਿਹਾ। ਤੁਸੀਂ ਹਿਮਾਚਲ ਨੂੰ ਚਲੇ ਜਾਓ, ਪਹਾੜਾਂ ਨੂੰ ਕਿਸੇ ਵੀ ਪਾਸੇ ਨੂੰ ਘੁੰਮਣ ਲਈ ਚਲੇ ਜਾਓ, ਤਾਂ ਤੁਹਾਨੂੰ ਅਕਸਰ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਆ ਡਿਮੋਲਿਸ਼ਿੰਗ ਦੀਆਂ ਨਜ਼ਰ ਆਉਂਦੀਆਂ ਕਿ ਕਟਾਈ ਹੋ ਰਹੀ ਆ, ਦਰਖਤ ਕੱਟੇ ਜਾ ਰਹੇ ਆ ਤੇ ਜਿਹੜੀ ਜ਼ਮੀਨ ਆ ਉਹਨੂੰ ਪੱਧਰਾ ਕੀਤਾ ਜਾ ਰਿਹਾ ਤਾਂ ਕਿ ਰਿਹਾਇਸ਼ ਲਈ ਜਿਹੜੀਆਂ ਕਲੋਨੀਆਂ ਬਣਾਈਆਂ ਜਾ ਸਕਣ। ਬੀਤੇ ਦਿਨੀ ਆ ਛੋਟੇ ਜਿਹੇ ਭੋਗਪੁਰ ਸ਼ਹਿਰ ਦੀ ਖਬਰ ਸੀ ਕਿ ਸਿਵਲ ਹਸਪਤਾਲ ਦੀ ਜਗ੍ਹਾ ਆ, ਉੱਥੋਂ ਵੀ ਦਰਖਤ ਵੱਢ ਕੇ ਤੇ ਜਿਹੜੀ ਸੜਕਾਂ ਦੇ ਉੱਤੇ ਰੱਖੇ ਹੋਏ ਖੋਖੇ ਆ ਉਹਨਾਂ ਨੂੰ ਵੱਡੇ ਕਰਨ ਦਾ ਯਤਨ ਕੀਤਾ ਜਾ ਰਿਹਾ। ਬਾਏ ਦਿਸ ਵੇ ਔਰ ਦੈਟ ਵੇ, ਚੰਗੇ ਤਰੀਕੇ ਨਾਲ, ਬੁਰੇ ਤਰੀਕੇ ਨਾਲ, ਸਹੀ ਤਰੀਕੇ ਨਾਲ, ਗਲਤ ਤਰੀਕੇ ਨਾਲ ਇਨਸਾਨ ਜਿਹੜਾ ਵਿਕਾਸ ਕਰ ਰਿਹਾ, ਉਹ ਬੇਸਿਕਲੀ ਕੁਦਰਤ ਦੇ ਨਾਲ ਜਿਹੜੀ ਉਹਦੀ ਆ ਇੱਕ ਲੜਾਈ ਆ, ਉਹ ਵੱਧ ਰਹੀ ਆ ਜੀ। ਤੇ 1-ਅੱਧਾ ਡਿਗਰੀ ਟੈਂਪਰੇਚਰ ਜਦੋਂ ਵੱਧ ਜਾਂਦਾ ਤੇ ਗਲੇਸ਼ੀਅਰ ਜਿਹੜੇ ਉਹ ਪਿਘਲ ਜਾਂਦੇ ਆ ਤੇ ਧਰਤੀ ਦੀ ਗਰਮੀ ਦੇ ਵਿੱਚ ਵਾਧਾ ਹੋ ਜਾਂਦਾ। ਅਸੀਂ ਹਮੇਸ਼ਾ ਹੀ ਇਹ ਸੋਚਦੇ ਹਾਂ ਕਿ ਅਮਰੀਕਾ ਤੇ ਇੰਗਲੈਂਡ ਜਿਹੜੇ ਆ ਠੰਡੇ ਮੁਲਕ ਆ, ਤੇ ਉੱਥੇ ਕੱਲ ਪਹਿਲੀ ਵਾਰੀ ਮੇਰਾ ਖਿਆਲ ਸਾਡੀ ਤਾਂ ਸੋਚ 'ਚ ਪਹਿਲੀ ਵਾਰੀ ਆਇਆ, ਜਿਹੜੇ ਉੱਥੇ ਲੋਕ ਰਹਿੰਦੇ ਉਹ ਦੱਸਦੇ ਆ ਕਿ ਕੈਲੀਫੋਰਨੀਆ ਪੰਜਾਬ ਵਰਗਾ ਹੀ ਆ, ਪਰ ਕੈਨੇਡਾ ਦੇ ਜਿਹੜੇ ਸ਼ਹਿਰਾਂ ਦੇ ਤਾਪਮਾਨ 47 ਡਿਗਰੀ 48 ਡਿਗਰੀ 49 ਡਿਗਰੀ ਦੇਖਣ ਨੂੰ ਮਿਲਿਆ। ਬਿਲਕੁਲ ਉੱਥੇ ਦੇ ਲੋਕਾਂ ਨਾਲ ਗੱਲ ਹੋਈ ਤੇ ਹਾਹਾਕਾਰ ਮਚੀ ਹੋਈ ਆ ਕਿ ਏਸੀ ਨਹੀਂ ਲੱਭਦੇ ਪਏ, ਪੱਖੇ ਨਹੀਂ ਲੱਭਦੇ ਪਏ, ਛੁੱਟੀਆਂ ਕਰਤੀਆਂ, ਉਹਨਾਂ ਨੂੰ ਪਤਾ ਹੀ ਨਹੀਂ ਗਰਮੀ ਨਾਲ ਨਜਿੱਠਣਾ ਕਿਵੇਂ। ਵੱਡੇ ਵੱਡੇ ਹਾਲ ਸਰਕਾਰਾਂ ਨੇ ਖੋਲ ਦਿੱਤੇ ਕਿ ਉੱਥੇ ਜਾ ਕੇ ਲੇਟ ਲਓ, ਪਾਣੀ 'ਚ ਲੋਕੀ ਛਾਲਾਂ ਮਾਰਦੇ ਆ। ਕੁਝ ਦਿਨਾਂ ਦੇ ਵਿੱਚ ਹੀ ਸੈਂਕੜੇ ਮੌਤਾਂ ਜਿਹੜੀਆਂ ਉੱਥੇ ਰਿਕਾਰਡ ਹੋਈਆਂ। ਸੋ ਬਹੁਤ ਪਹਿਲਾਂ ਇੱਕ ਵਾਰ ਇੱਕ ਖਬਰ ਇਦਾਂ ਦੀ ਪੜ੍ਹੀ ਸੀ ਅਮਰੀਕਾ ਦੇ ਵਿੱਚ ਕਿ ਜਿਹੜੇ ਟੌਪ ਬਿਊਰੋਕਰੇਟ ਸੀ ਜਾਂ ਟੌਪ ਟੈਕਨੋਕਰੇਟ ਸੀ, ਕੋਈ ਚੰਗੇ ਅਫਸਰ ਜਾਂ ਬਹੁਤ ਚੰਗੇ ਇੰਜੀਨੀਅਰ ਜਿਹੜੇ ਸੀ, ਉਹਨਾਂ ਨੇ ਸਾਰੀਆਂ ਜਿਹੜੀਆਂ ਸੁੱਖ ਸਹੂਲਤਾਂ ਸੀ ਉਹਨਾਂ ਦਾ ਤਿਆਗ ਕਰ ਲਿਆ। ਟੈਂਟ ਲੈ ਕੇ ਸ਼ਹਿਰ ਤੋਂ ਬਾਹਰ ਉਹਨਾਂ ਨੇ ਟੈਂਟ ਲਾ ਲਏ। ਬਿਜਲੀ, ਟਰਾਂਸਪੋਰਟੇਸ਼ਨ, ਮਾਡਰਨ ਸਹੂਲਤਾਂ, ਇੰਟਰਨੈਟ, ਟੈਲੀਫੋਨ, ਸਾਰਾ ਕੁਝ ਛੱਡ ਦਿੱਤਾ। ਕੱਚਾ ਫੂਡ ਲੈ ਕੇ ਜਾਂਦੇ ਸੀ, ਉੱਥੇ ਆਪ ਪਕਾਉਂਦੇ ਸੀ ਤੇ ਖਾਂਦੇ ਸੀ। ਤੇ ਉਹਨਾਂ ਨੇ ਕੁਝ ਦਿਨਾਂ ਬਾਅਦ ਦੱਸਿਆ ਕਿ ਅਸੀਂ ਆਪਣੀ ਜੌਬ ਜ਼ਰੂਰ ਕਰਦੇ ਹਾਂ, ਪਰ ਅਸੀਂ ਬੈਕ ਟੂ ਬੇਸਿਕਸ ਤੇ ਆ ਕੇ ਬਹੁਤ ਹੈਪੀ ਫੀਲ ਕਰਦੇ ਹਾਂ, ਬਹੁਤ ਖੁਸ਼ ਹਾਂ ਤੇ ਜ਼ਿੰਦਗੀ ਦੇ ਜਿਹੜਾ ਤਾਮ ਝਾਮ ਆ, ਜਿਹੜੀਆਂ ਬਹੁਤ ਵਧਾਈਆਂ ਹੋਣੀਆਂ ਸਾਡੀਆਂ ਲੋੜਾਂ ਜਿਹੜੀਆਂ ਸਾਨੂੰ ਤੰਗ ਕਰਦੀਆਂ ਸੀ, ਪਰੇਸ਼ਾਨ ਕਰਦੀਆਂ ਸੀ, ਜਿਹੜੀਆਂ ਸਾਨੂੰ ਤੁਸੀਂ ਕਹਿੰਦੇ ਆ ਸਟ੍ਰੈਸ ਦਿੰਦੀਆਂ ਸੀ ਜਾਂ ਡਿਪਰੈਸ਼ਨ 'ਚ ਲੈ ਕੇ ਜਾਂਦੀਆਂ ਸੀ, ਉਹਨਾਂ ਸਾਰੀਆਂ ਚੀਜ਼ਾਂ ਤੋਂ ਅਸੀਂ ਬਚ ਗਏ ਹਾਂ ਜੀ। ਜਦੋਂ ਅਸੀਂ ਹਿੰਦੁਸਤਾਨ ਦੀ ਗੱਲ ਕਰਦੇ ਸੀ ਤੇ ਇਹਨੂੰ ਕਹਿੰਦੇ ਸੀ ਕਿ ਜਾਦੂਗਰਾਂ ਦਾ ਤੇ ਹਾਥੀਆਂ ਦਾ ਦੇਸ਼ ਹੈ, ਪਰ ਸਾਡੀ ਜਿਹੜੀ ਸਪਿਰਿਚੁਅਲਿਟੀ ਸੀ, ਜਿਹੜਾ ਅਧਿਆਤਮਵਾਦ ਸੀ, ਉਹ ਸਾਨੂੰ ਕੁਝ ਹੋਰ ਸਿਖਾਉਂਦਾ ਸੀ। ਉਹ ਜ਼ਿੰਦਗੀ ਦੀ ਸਾਦਗੀ ਨੂੰ ਮਹੱਤਵਪੂਰਨ ਦੱਸਦਾ ਸੀ, ਨਾ ਕਿ ਜਿਹੜਾ ਵੈਸਟਰਨ ਦਾ ਉਪਭੋਗਤਾਵਾਦ ਹੈ ਉਹਦੀ ਗੱਲ ਕਰਦਾ ਸੀ। ਜਿੱਥੇ ਤੱਕ ਅਸੀਂ ਪਹੁੰਚ ਗਏ ਇੱਥੋਂ ਅਸੀਂ ਹਾਲੇ ਕਿ ਬਹੁਤ ਪਿੱਛੇ ਨਹੀਂ ਜਾ ਸਕਦੇ, ਪਰ ਫੇਰ ਵੀ ਜੇ ਅਸੀਂ ਥੋੜ੍ਹੀਆਂ ਬਹੁਤੀਆਂ ਲੋੜਾਂ ਨੂੰ ਸੀਮਤ ਕਰ ਲਈਏ ਤਾਂ ਠੀਕ ਰਵਾਂਗੇ। ਜੇ ਕਿਤੇ ਸਟੀਫਨ ਹਾਕਿੰਗਸ ਉਹਨਾਂ ਨੇ ਕਿਹਾ ਸੀਗਾ ਕਿ 600 ਸਾਲ ਦੀ ਜ਼ਿੰਦਗੀ ਬਚੀ ਹੈ, ਧਰਤੀ ਇੱਕ ਅੱਗ ਦਾ ਗੋਲਾ ਬਣ ਜਾਣੀ। ਤੇ ਕੁਝ ਜਿਹੜੇ ਉਹਨਾਂ ਤੋਂ ਵੀ ਤਵਰਿਤ ਜਾਂ ਤੇਜ਼ ਵਿਗਿਆਨੀ ਉਹ ਕਹਿੰਦੇ ਆ ਕਿ ਜੇ 2050 ਤੱਕ 1-ਅੱਧਾ ਡਿਗਰੀ ਟੈਂਪਰੇਚਰ ਵੀ ਵੱਧ ਗਿਆ ਤੇ ਜੀਣਾ ਜਿਹੜਾ ਆ ਮੁਸ਼ਕਲ ਹੋ ਜੂ। ਬੰਬੇ ਵਰਗੇ ਜਿਹੜੇ ਵੱਡੇ ਸ਼ਹਿਰ ਨੇ ਉਹ ਤਾਂ ਸਮੁੰਦਰ 'ਚ ਆਈ ਗਲੇਸ਼ੀਅਰਾਂ ਦੇ ਪਾਣੀ ਦੇ ਨਾਲ ਵੈਸੇ ਹੀ ਉਹ ਡੁੱਬ ਜਾਣੇ। ਤੇ ਜੇ ਪੈਰਿਸ ਸੰਧੀ ਦੀ ਗੱਲ ਕਰੀਏ ਤੇ ਦੁਨੀਆ ਦੇ ਸਾਰੇ ਮੁਲਕਾਂ ਨੇ ਇੱਕ ਫੈਸਲਾ ਕੀਤਾ ਸੀਗਾ ਕਿ ਅਸੀਂ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਜਿਹੜੀ ਮਨੁੱਖੀ ਦੁਆਰਾ
ਪੈਦਾ ਕੀਤੀ ਗਰਮੀ ਉਹਨੂੰ ਘਟਾਉਣ ਦਾ ਯਤਨ ਕਰਾਂਗੇ, ਪਰ ਉਹਦੇ ਤੇ ਉਹ ਸਿਰਫ ਫੈਸਲਾ ਹੀ ਆ, ਉਹਦੇ ਤੇ ਕੋਈ ਅਮਲ ਦਰਾਮਦ ਜਿਹੜੀ ਆ ਨਾ ਤੇ ਚੀਨ ਵਰਗੇ ਮੁਲਕ ਕਰ ਰਿਹਾ ਤੇ ਨਾ ਅਮਰੀਕਾ ਵਰਗੇ ਮੁਲਕ ਕਰ ਰਿਹਾ। ਇਹ ਤੇ ਗਰਮੀ ਦੀ ਗੱਲ ਹੈ ਤੇ ਬਿਜਲੀ ਸੰਕਟ ਦੀ ਵੀ ਹੁਣ ਗੱਲ ਕਰ ਲਈਏ। ਸਿੱਧੂ ਸਾਹਿਬ ਨੇ 9 ਟਵੀਟ ਕੀਤੇ ਨੇ ਬੈਕ ਟੂ ਬੈਕ ਬਿਜਲੀ ਸੰਕਟ ਨੂੰ ਲੈ ਕੇ, ਤੇ ਅਕਾਲੀ ਦਲ ਸੜਕਾਂ ਤੇ ਪੱਖੀਆਂ ਲੈ ਕੇ ਤੁਰੇ ਫਿਰਨ ਦੇ ਨੇ। ਦੇਖੋ ਜਦੋਂ ਬਿਜਲੀ ਨਹੀਂ ਆਈ ਤੁਸੀਂ ਵੀ ਰਾਤੀ ਪੱਖੀ ਲੈ ਕੇ ਟਾਈਮ ਪਾਸ ਕੀਤਾ, ਪਰ ਸੜਕਾਂ ਤੇ ਨਹੀਂ ਗਏ। ਤੁਸੀਂ ਛੱਤ ਤੇ ਚਲੇ ਗਏ। ਉਹ ਹੁਣ ਲੀਡਰ ਨੇ, ਉਹਨਾਂ ਨੇ ਵੋਟਾਂ ਲੈਣੀਆਂ ਨੇ, ਉਹ ਸੜਕਾਂ ਤੇ ਚਲੇ ਗਏ ਨੇ। ਜਿਹੜੇ ਜਦੋਂ ਬਿਜਲੀ ਦੀ ਤੁਸੀਂ ਗੱਲ ਕਰਦੇ ਆ, ਜੇ ਆਪਾਂ ਹੁਣ ਉਹ ਜਿਹੜੀ ਗਲੋਬਲ ਜੀ ਅਸੀਂ ਲੈਕਚਰ ਜਿਹਾ ਦਿੰਦੇ ਸੀ ਉਹ ਤੋਂ ਵਾਪਸ ਆ ਕੇ ਪੰਜਾਬ ਦੇ ਬਿਜਲੀ ਸੰਕਟ ਦੀ ਗੱਲ ਕਰੀਏ, ਤੇ ਉਹਦੇ ਲਈ ਸਾਡਾ ਜਿਹੜਾ ਸਾਰਾ ਆਫੀਸ਼ੀਅਲ ਤੰਤਰ ਆ, ਜਿਹੜਾ ਸਰਕਾਰੀ ਤੰਤਰ ਆ, ਉਹ ਜ਼ਿੰਮੇਵਾਰ ਹੈ ਉਹਦੇ ਲਈ ਵੱਡੇ ਤੌਰ ਤੇ। ਤੁਸੀਂ ਬਹੁਤ ਵਧੀਆ ਆਫੀਸਰ ਰੱਖੇ ਹੋਏ ਨੇ, ਤੁਹਾਡੇ ਕੋਲ ਇੰਜੀਨੀਅਰ ਵੀ ਨੇ, ਟੈਕਨੋਕਰੈਟਸ ਵੀ ਨੇ, ਸਰਕਾਰੀ ਮੰਤਰੀ ਵੀ ਨੇ, ਮੰਤਰੀਆਂ ਕੋਲ ਫਿਰ ਅੱਗੇ ਸਟਾਫ ਵੀ ਆ, ਤੇ ਤੁਹਾਨੂੰ ਇਹ ਵੀ ਪਤਾ ਹੈ ਕਿ ਤੁਹਾਡੀ ਆਬਾਦੀ ਕਿੰਨੀ ਹੈ, ਤੁਹਾਨੂੰ ਇਹ ਵੀ ਪਤਾ ਹੈ ਕਿ ਆਬਾਦੀ ਦੇ ਵਿੱਚ ਸਾਲਾਨਾ ਵਾਧਾ ਕਿੰਨਾ ਹੋ ਰਿਹਾ, ਤੇ ਜੇ ਤੁਹਾਨੂੰ ਇਹਨਾਂ ਸਾਰੀਆਂ ਗੱਲਾਂ ਦਾ ਪਤਾ ਹੈ ਫਿਰ ਤੁਹਾਨੂੰ ਬਿਜਲੀ ਦੀ ਖਪਤ ਦਾ ਵੀ ਪਤਾ ਹੈ ਤੇ ਉਹਦੇ 'ਚ ਹੋਣ ਵਾਲੇ ਵਾਧੇ ਦਾ ਵੀ ਪਤਾ ਹੈ। ਤੁਹਾਨੂੰ ਇਹ ਕੋਈ ਪਹਿਲੀ ਵਾਰ ਤੇ ਝੋਨਾ ਲੱਗਿਆ ਨਹੀਂ, ਪਹਿਲੀ ਵਾਰੀ ਗਰਮੀ ਨਹੀਂ ਆਈ, ਪਹਿਲੀ ਵਾਰੀ ਝੋਨਾ ਨਹੀਂ ਲੱਗਿਆ ਤੇ ਨਾ ਹੀ ਪਹਿਲੀ ਵਾਰੀ ਗਰਮੀ ਆਈ। ਹਰ ਸਾਲ ਜਿਹੜਾ ਆ ਪੀਕ ਲੋਡ ਵੱਧਦਾ ਆ, ਹਰ ਸਾਲ ਉਹਦੀ ਜਿਹੜੀ ਆ ਪੂਰਤੀ ਕੀਤੀ ਜਾਂਦੀ ਹੈ। ਬੀਤੇ ਦੇ ਵਿੱਚ ਵੀ ਇਹੋ ਜਿਹੇ ਫਰਮਾਨ ਜਾਰੀ ਕੀਤੇ ਜਾਂਦੇ ਸੀ ਕਿ ਹੁਣ 8 ਘੰਟੇ ਲਈ ਬਿਜਲੀ ਆਉਣੀ ਆ, ਤੇ ਆ ਜਾਂਦੀ ਸੀ, ਕਈ ਵਾਰ ਥੋੜੀ ਬਹੁਤ ਘੱਟ ਵੀ ਆਉਂਦੀ ਸੀ। ਪਰ ਜਿਹੜੇ ਅਕਾਲੀ ਦਲ ਦੀ ਗੱਲ ਕਰੀਏ, ਤੁਸੀਂ ਸਿੱਧੂ ਸਾਹਿਬ ਦੇ ਟਵੀਟਸ ਦੀ ਗੱਲ ਕੀਤੀ, ਉਹਨਾਂ ਟਵੀਟਸ ਦੇ ਵਿੱਚ ਉਹਨਾਂ ਨੇ ਜਿਹੜੇ ਬਿਜਲੀ ਸਮਝੌਤੇ ਆ ਉਹਨਾਂ ਦੀ ਗੱਲ ਵੀ ਕੀਤੀ ਹੈ। ਇਹੀ ਗੱਲ ਕੇਜਰੀਵਾਲ ਸਾਹਿਬ ਬੀਤੇ ਦਿਨੀ ਕਰਕੇ ਗਏ ਸੀ, ਤੇ ਇਹੀ ਗੱਲ ਕੈਪਟਨ ਸਾਹਿਬ ਨੇ ਜਦੋਂ ਸਹੁੰ ਚੁੱਕੀ ਸੀ 17 ਦੇ ਵਿੱਚ ਉਦੋਂ ਵੀ ਕੀਤੀ ਸੀ ਕਿ ਜਿਹੜੇ ਬਿਜਲੀ ਸਮਝੌਤੇ ਆ ਉਹਨਾਂ ਦੇ ਉੱਤੇ ਝਾਤ ਮਾਰੀ ਜਾਊਗੀ, ਉਹਨਾਂ ਨੂੰ ਪੁਨਰ ਵਿਚਾਰ ਕੀਤਾ ਜਾਊਗਾ, ਉਹਨਾਂ ਨੂੰ ਐਨਾਲਿਸਿਸ, ਉਹਨਾਂ ਦਾ ਰੀਐਨਾਲਿਸਿਸ ਜਿਹੜਾ ਕੀਤਾ ਜਾਊਗਾ, ਜੇ ਠੀਕ ਹੋਏ ਤਾਂ ਰੱਖੇ ਜਾਣਗੇ, ਜੇ ਨਹੀਂ ਠੀਕ ਹੋਏ ਤਾਂ ਰੱਦ ਕੀਤੇ ਜਾਣਗੇ। ਪਰ ਉਹ ਫਾਈਲ ਕਿਸੇ ਨੇ ਪੜ੍ਹੀ ਨਹੀਂ। ਸਰਕਾਰ ਸਾਨੂੰ ਮਿਲ ਗਈ ਸੀ ਪ੍ਰਸ਼ਾਂਤ ਕਿਸ਼ੋਰ ਦੇ ਵਾਅਦਿਆਂ ਦਾਅਵਿਆਂ ਨਾਲ, ਝੂਠਿਆਂ ਨਾਲ, ਲੋਕਾਂ ਨੇ ਵੋਟਾਂ ਪਾਤੀਆਂ ਸੀ, ਲੋਕ ਪਰੇਸ਼ਾਨ ਸੀ ਅਕਾਲੀ ਦਲ ਦੇ। ਉਹ ਰੇਤ ਮਾਫੀਆ, ਕੇਬਲ ਮਾਫੀਆ, ਨਸ਼ਾ ਮਾਫੀਆ ਤੇ ਬੇਅਦਬੀ ਕਾਂਡ ਤੇ 10 ਸਾਲ ਦੇ ਲਗਾਤਾਰ ਸ਼ਾਸਨ ਤੋਂ ਹੁਣ ਉਸੇ ਫਾਈਲ ਤੋਂ ਸਾਰੀਆਂ ਪਾਰਟੀਆਂ ਨੇ ਮਿੱਟੀ ਝਾੜਨੀ ਆ। ਦੇਖੋ ਹੁਣ ਉਹ ਮਿੱਟੀ ਝਾੜਨ ਦਾ ਗੱਲ ਫਿਰ ਉਹੀ ਇਸੇ ਕਰਕੇ ਆ ਕਿ ਫਰਵਰੀ ਨੇੜੇ ਆ ਰਹੀ, ਗਰਮੀ ਕਰਕੇ ਨਹੀਂ ਮਿੱਟੀ ਝਾੜੀ ਜਾ ਰਹੀ। ਬਿਲਕੁਲ ਸਿਆਸੀ ਰੋਟੀਆਂ ਸੇਕਣ ਲਈ, ਸਿਰਫ ਔਰ ਸਿਰਫ ਸਿਆਸਤ। ਤੇ ਇਹ ਵੀ ਕਿਹਾ ਜਾਂਦਾ ਕਿ ਉਹ ਜਿਹੜੇ ਸਮਝੌਤੇ ਆ ਬਿਜਲੀ ਵਾਲੇ, ਜਿਹੜੇ ਪ੍ਰਾਈਵੇਟ ਥਰਮਲ ਪਲਾਂਟ ਲੱਗੇ ਹੋਏ ਨੇ, ਉਹਨਾਂ ਤੋਂ ਜੇ ਤੁਸੀਂ ਖਰੀਦੋ ਤਾਂ ਵੀ, ਜੇ ਨਾ ਖਰੀਦੋ ਤਾਂ ਵੀ ਤੁਹਾਨੂੰ ਉਹ ਕੰਪਨੀਆਂ ਜਿਨ੍ਹਾਂ ਨੇ ਥਰਮਲ ਪਲਾਂਟ ਲਾਏ ਉਹਨਾਂ ਨੂੰ ਪੈਸੇ ਦੇਣੇ ਹੀ ਤੁਹਾਨੂੰ ਪੈਣੇ। ਸੋ ਹਜ਼ਾਰਾਂ ਕਰੋੜਾਂ ਦੀਆਂ ਗੱਲਾਂ ਆ, ਉਹ ਸਾਡੇ ਤੁਹਾਡੇ ਤੋਂ ਵੱਡੀਆਂ ਚੀਜ਼ਾਂ ਨੇ। ਉਹ ਪੈਸੇ ਜਿਹੜੇ ਟਰਾਂਸਫਰ ਹੋਈ ਜਾਂਦੇ ਨੇ ਤੇ ਬਿਜਲੀ ਵਿਭਾਗ ਜਿਹੜਾ ਆ ਉਹ ਘਾਟੇ 'ਚ ਚੱਲਦਾ। ਜਿਹੜੇ ਵੀ ਤੁਸੀਂ ਬਿਜਲੀ ਦੇ ਆਫੀਸਰ ਨਾਲ ਗੱਲ ਕਰ ਲਓ, ਉਹ ਦੱਸਦੇ ਨੇ ਵੀ ਹਜ਼ਾਰਾਂ ਕਰੋੜਾਂ ਦਾ ਜਿਹੜਾ ਸਬਸਿਡਾਈਜ਼ਡ ਸੈਕਟਰ ਆ ਉਹਦੇ ਤੇ ਬੋਝ ਆ, ਸਰਕਾਰ ਉਹਨਾਂ ਨੂੰ ਉਹ ਪੈਸੇ ਦਿੰਦੀ ਨਹੀਂ। ਕਹਾਣੀਆਂ ਹੋਰ ਪਾਸੇ ਤੁਰੀਆਂ ਆ। 4 ਸਾਲ 4.5 ਸਾਲ ਲੰਘ ਗਏ, ਬਿਜਲੀ ਦੇ ਉੱਤੇ ਕੋਈ ਗੱਲ ਨਹੀਂ ਕਿਸੇ ਨੇ ਕੀਤੀ, ਉਹਨਾਂ ਸਮਝੌਤਿਆਂ ਨੂੰ ਦੇਖਣ ਦੀ ਗੱਲ ਨਹੀਂ ਕੀਤੀ। ਫਿਰ ਉਹ ਦੁਬਾਰਾ ਰੈਪੀਟੇਸ਼ਨ ਵਾਲੀ ਗੱਲ ਆ ਕਿ ਬਿਜਲੀ ਚੋਰੀ ਦੀ ਕਿਸੇ ਨੇ ਰੋਕਣ ਦੀ ਗੱਲ ਨਹੀਂ ਕੀਤੀ। ਤੇ ਜਿਹੜੀ ਪੁਰਾਣਾ ਸਿਸਟਮ ਹੋਣ ਕਾਰਨ, ਟਰਾਂਸਫਾਰਮਰ ਪੁਰਾਣੇ ਹੋਣ ਕਾਰਨ, ਤਾਰਾਂ ਪੁਰਾਣੀਆਂ ਹੋਣ ਕਾਰਨ, ਖੰਭੇ ਪੁਰਾਣੇ ਹੋਣ ਕਾਰਨ ਜਿਹੜਾ ਟਰਾਂਸਮਿਸ਼ਨ ਲੌਸਟ ਆ, ਉਹਦੀ ਕਿਸੇ ਨੇ ਗੱਲ ਨਹੀਂ ਕੀਤੀ। ਹੁਣ ਵੀ ਇਹ ਗੱਲ ਜਿਹੜੀ ਆ 5-7 10 ਦਿਨ ਆ ਸਿਰਫ। ਪਰਮਾਤਮਾ ਕਰੇ, ਰੱਬ ਦੀ ਮਿਹਰ ਹੋ ਜਾਏ, ਇੱਕ ਮੀਂਹ ਪੈ ਜਾਏ ਤੇ ਸਾਰੇ ਸੰਕਟ ਸਾਰਿਆਂ ਨੂੰ ਭੁੱਲ ਜਾਣੇ। ਆ ਧਰਤੀ 'ਚੋਂ ਪਾਣੀ ਕੱਢਣ ਦੀ ਗੱਲ ਤੁਸੀਂ ਕਿੰਨੇ ਕੁ ਦਿਨ ਸੁਣਦੇ ਆ ਸਾਲ 'ਚ? ਆਹੀ 10 ਕੁ ਦਿਨ, ਜਦੋਂ ਜੂਨ ਤੇ ਜੁਲਾਈ ਦੇ ਵਿੱਚ ਦੇ 10-15 ਦਿਨ ਹੁੰਦੇ ਆ। 10 ਜਾਂ 20 ਜੂਨ ਤੋਂ ਝੋਨਾ ਲੱਗਣਾ ਸ਼ੁਰੂ ਹੋ ਜਾਂਦਾ, ਸਾਰੀਆਂ ਮੋਟਰਾਂ ਚੱਲਣ ਲੱਗ ਪੈਂਦੀਆਂ, ਬਿਜਲੀ ਦਾ ਸੰਕਟ ਆ ਜਾਂਦਾ, ਤੇ ਉਹ ਸਾਰੀਆਂ ਗੱਲਾਂ ਜਿਹੜੀਆਂ ਆ ਉਹ ਹਾਈਲਾਈਟ ਹੋ ਜਾਂਦੀਆਂ। ਅਸੀਂ ਵੀ ਉਹਦੇ ਤੇ ਗੱਲਾਂ ਸ਼ੁਰੂ ਹੀ ਕਰ ਦਿੰਦੇ, ਸਾਰਾ ਸਾਲ ਅਸੀਂ ਧਿਆਨ ਉੱਤੇ ਕਿਤੇ ਨਹੀਂ ਦਿੰਦੇ। ਤੇ ਹੁਣ ਅਕਾਲੀ ਦਲ ਵੀ ਉਸੇ ਤੱਕੜੀ ਦੇ ਵਿੱਚ ਬੈਠਾ ਆ, ਆਮ ਆਦਮੀ ਪਾਰਟੀ ਵੀ ਉਹਦੇ ਵਿੱਚ ਹੀ ਆ, ਕੈਪਟਨ ਸਾਹਿਬ ਵੀ ਉਹਦੇ ਵਿੱਚ ਹੀ ਆ, ਅਸੀਂ ਤੁਸੀਂ ਵੀ ਉਹਦੇ 'ਚ ਹੀ ਆ। ਕਿੰਨੇ ਕੁ ਬੰਦੇ ਆ ਜਿਹੜੇ ਇਸ ਗੱਲ ਦਾ ਧਿਆਨ ਰੱਖਦੇ ਆ ਕਿ ਬਿਜਲੀ ਜਿਹੜੀ ਆ ਉਹ ਅਜਾਈਂ ਨਾ ਗਵਾਈ ਜਾਵੇ? ਕਿੰਨੇ ਕੁ ਲੋਕ ਆ ਜਿਨ੍ਹਾਂ ਦੇ ਜਿਹੜੇ ਏਸੀ ਆ, 에ਅਰ ਕੰਡੀਸ਼ਨਰ ਆ, ਉਹ 25 26 27 ਤੇ ਚੱਲਦੇ, 16 17 18 ਤੇ ਠੰਡ ਲੈ ਕੇ ਤੇ ਸੌਂਦੇ ਆ। ਬਹੁਤੇ ਲੋਕ ਨੇ ਪੰਜਾਬ ਦੇ ਵਿੱਚ ਜਾਂ ਬਾਹਰ ਵੀ ਜਿਹੜੇ ਏਸੀ ਲਾ ਕੇ ਤੇ ਕੰਬਲ ਲੈ ਕੇ ਸੌਣਾ ਪਸੰਦ ਕਰਦੇ। ਸਾਨੂੰ ਬੈਕ ਟੂ ਬੇਸਿਕਸ ਫਿਰ ਆਉਣਾ ਪਊ ਬਿਜਲੀ ਦੇ ਸੰਕਟ ਨੂੰ। ਹੁਣ ਜੇਕਰ ਜਿਹੜੇ ਬਿਜਲੀ ਦੇ ਸੰਕਟ ਦੀ ਗੱਲ ਕਰੀਏ, ਥਰਮਲ ਪਲਾਂਟ ਇਹਨਾਂ ਨੇ ਬੰਦ ਕੀਤੇ ਹੋਏ ਨੇ। ਕਿੰਨਿਆਂ ਸਾਲਾਂ ਤੋਂ ਪੰਜਾਬ ਰਾਜ ਬਿਜਲੀ ਬੋਰਡ ਦੇ ਵਿੱਚ ਮੁਲਾਜ਼ਮਾਂ ਦੀ ਭਰਤੀ ਨਹੀਂ। ਜਿਹੜੇ ਜੇਈ ਭਰਤੀ ਕੀਤੇ ਸੀ ਉਹ 10-10 ਸਾਲ ਤੋਂ ਆਪਣੀ ਪ੍ਰਮੋਸ਼ਨ ਉਡੀਕ ਰਹੇ ਆ ਵੀ ਸਾਨੂੰ ਐਸਡੀਓ ਕਦੋਂ ਬਣਾਇਆ ਜਾਊਗਾ। ਉਹਨਾਂ ਦੀ ਗੱਲ ਕੋਈ ਨਹੀਂ ਸੁਣਦਾ। ਅਮਲਾ, ਜੇ ਤੁਸੀਂ ਅੱਜ ਇੱਕ ਤੁਹਾਨੂੰ ਕਨੈਕਸ਼ਨ ਕੋਈ ਮਿਲ ਜਾਏ ਘਰ ਲਈ ਵੀ, ਤੁਹਾਡੇ ਘਰ ਨੂੰ ਕੋਈ ਖੰਭਾ ਲੱਗਦਾ ਹੋਵੇ ਤੇ ਪ੍ਰਾਈਵੇਟ ਠੇਕੇਦਾਰ ਦੇ ਬੰਦੇ ਆਉਂਦੇ ਆ, ਉਹ ਖੰਭੇ ਦੇ ਪੈਸੇ ਵੀ ਤੁਸੀਂ ਦਿੰਦੇ ਆ, ਤਾਰ ਦੇ ਪੈਸੇ ਵੀ ਤੁਸੀਂ ਦਿੰਦੇ ਆ, ਜੋ ਓਨ ਯੂਰ ਓਨ
ਕਨੈਕਸ਼ਨ ਉਹਨੂੰ ਕਹਿੰਦੇ ਆ, OYT ਔਨ ਯੋਰ ਓਨ ਟਿਊਬਲ ਦਾ ਕਨੈਕਸ਼ਨ ਤਾਂ ਮਿਲਦਾ ਨਹੀਂ। ਕਨੈਕਸ਼ਨ ਦੇ ਵੀ ਸਾਰੇ ਪੈਸੇ ਜਿਹੜੇ ਆ ਉਹ ਤੁਸੀਂ ਆਪ ਪੇ ਕਰਦੇ ਆ। ਫਿਰ ਤੁਹਾਡੇ ਕੋਲ ਇਹ ਵੀ ਸਹੂਲਤ ਨਹੀਂ ਵੀ ਤੁਸੀਂ ਪੈਸੇ ਆਪ ਦੇ ਰਹੇ ਆ, ਤਾਰ ਆਪਣੀ ਮਰਜ਼ੀ ਦੀ ਲੈ ਲਓ, ਤਾਰ ਬਿਜਲੀ ਬੋਰਡ ਦੇ ਕੋਟੇ ਚੋਂ ਲੈਣੀ ਆ, ਉਹ ਟੈਂਡਰ ਜਿੱਥੇ ਜਾਣੇ ਆ ਉਹ ਤੁਹਾਨੂੰ ਸਾਰੀਆਂ ਗੱਲਾਂ ਦਾ ਪਤਾ। ਸੋ ਇਹ ਸਰਕਾਰੀ ਜਿਹੜਾ ਲਬੋ ਲਵਾਬ ਆ, ਇਹਦਾ ਕੋਈ ਅਰਥ ਨਹੀਂ ਹੈਗਾ, ਇਹਦੇ ਕੋਈ ਮਤਲਬ ਨਹੀਂ ਹੈਗੇ। ਇਹ ਸਿਰਫ ਖਾਨਾ ਪੂਰਤੀ ਆ 5-7-10 ਦਿਨ ਦੀ। ਪਰ ਜੋ ਹੋਣਾ ਚਾਹੀਦਾ ਆ ਉਹ ਸਰਕਾਰ ਉਹਦੇ ਵੱਲ ਕੰਨ ਧਰੇ। ਜੇ ਬਿਜਲੀ ਦਿੱਲੀ ਦੇ ਵਿੱਚ ਸਸਤੀ ਹੋ ਸਕਦੀ ਆ, ਸੌਖੀ ਮਿਲ ਸਕਦੀ, ਤੇ ਪੰਜਾਬ 'ਚ ਵੀ ਹੋ ਸਕਦੀ ਹੈ। ਥਰਮਲ ਪਲਾਂਟ ਵਾਲੀ ਜਿਹੜੀ ਬਿਜਲੀ ਆ ਉਹ ਸਸਤੀ ਪੈਂਦੀ ਆ, ਉਹਦੇ ਤੇ ਪ੍ਰਦੂਸ਼ਣ ਕੰਟਰੋਲ ਦੀਆਂ ਕੁਝ ਨਾਰਮਸ ਨੇ। ਪਾਣੀ ਵਾਲੀ ਬਿਜਲੀ ਦਾ ਵੱਖਰਾ ਸੀਨ ਆ। ਜੇ ਅਸੀਂ ਉਸ ਤੋਂ ਬਾਅਦ ਦੀ ਗੱਲ ਕਰੀਏ ਤੇ ਜਿਹੜੀ ਅਸੀਂ ਪਿਛਲੇ ਸਾਲ ਕੁਝ ਸਾਲਾਂ 'ਚ ਅਸੀਂ ਇੱਕ ਗੱਲ ਹੋਰ ਦੇਖੀ ਆ ਕਿ ਜਿਹੜੀ ਸਾਡੇ ਕੋਲ ਕੁਦਰਤੀ ਵਸੀਲਿਆਂ ਤੋਂ ਬਿਜਲੀ ਪੈਦਾ ਕੀਤੀ ਜਾ ਸਕਦੀ, ਹਵਾ ਵਾਲੀ ਤੇ ਪੰਜਾਬ 'ਚ ਨਹੀਂ ਕਰ ਸਕਦੇ। ਸੋਲਰ ਐਨਰਜੀ ਅਸੀਂ ਬਹੁਤ ਸੌਖੇ ਆ ਜਿਹੜੀ ਆ ਉਹ ਪੈਦਾ ਕਰ ਸਕਦੇ ਆ, ਵਰਤ ਸਕਦੇ ਆ, ਤੇ ਸਸਤੀ ਪੈਂਦੀ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਧਿਆਨ ਮੰਗਦੀਆਂ ਆ। ਸਰਕਾਰਾਂ ਦਾ ਧਿਆਨ ਸਿਰਫ ਵੋਟਾਂ 'ਚ ਆ, ਤੇ ਲੋਕ ਹੁਣ ਥੋੜੇ ਕੁ ਦਿਨ ਪਰੇਸ਼ਾਨ ਨੇ। ਜੇ ਮੀਂਹ ਪੈ ਗਿਆ ਤੇ ਠੀਕ ਹੋ ਜਾਣਾ, ਨਹੀਂ ਤੇ ਫਿਰ ਭੁੱਲ ਭੁਲਾ ਜਾਣਗੇ, ਸਭ ਠੀਕ ਹੈ। ਚਲੰਤ ਮੁੱਦਿਆਂ ਤੇ ਚਰਚਾ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਅਸੀਂ ਗੱਲ ਗਰਮੀ ਦੀ ਵੀ ਕਰ ਲਈ ਆ, ਬਿਜਲੀ ਦੇ ਸੰਕਟ ਦੀ ਵੀ ਕਰ ਲਈ ਆ, ਤੇ ਰਾਜਨੀਤੀ ਨੂੰ ਵੀ ਥੋੜਾ ਜਿਹਾ ਘੜੀਸ ਲਿਆ ਆ। ਹੁਣ ਗੱਲ ਕਰਦੇ ਕਰੋਨਾ ਦੀ। ਕਰੋਨਾ ਦੇ ਇਸ ਵੇਲੇ ਕੀ ਹਾਲਾਤ ਨੇ ਭਾਰਤ ਦੇ ਵਿੱਚ? ਅੰਕੜੇ ਕੀ ਬੋਲਦੇ ਨੇ? ਦੇਖੋ, ਅੰਕੜੇ ਤਾਂ ਠੀਕ ਬੋਲ ਰਹੇ ਨੇ, ਕਹਿ ਰਹੇ ਨੇ, ਸਰਕਾਰੀ ਅੰਕੜੇ ਕਹਿ ਰਹੇ ਕਿ ਹੁਣ ਬਹੁਤ ਚੀਜ਼ਾਂ ਜਿਹੜੀਆਂ ਠੀਕ ਨੇ। 46,000 ਦੇ ਨੇੜੇ ਤੇੜੇ ਪੇਸ਼ੈਂਟਸ ਨੇ, ਤੇ 800 ਕੁਝ ਜਿਹੜੀਆਂ ਪਿਛਲੇ 24 ਘੰਟਿਆਂ ਦੀਆਂ ਮੌਤਾਂ ਨੇ। ਹਾਲਾਂਕਿ ਇੱਕ ਵੀ ਬੰਦੇ ਦਾ ਜਾਣਾ ਦੁੱਖਦਾ ਹੀ ਆ, ਪਰ ਜਿਸ ਪੀਕ ਤੋਂ ਅਸੀਂ ਮੁੜੇ ਆ ਉਦੋਂ ਦੇਖ ਕੇ ਲੱਗਦਾ ਹੈ ਕਿ ਕਾਫੀ ਚੀਜ਼ਾਂ ਜਿਹੜੀਆਂ ਠੀਕ ਨੇ। ਜੇ ਪੰਜਾਬ ਦੀ ਗੱਲ ਕਰੀਏ ਤੇ 200-300 ਦੇ ਨੇੜੇ ਤੇੜੇ ਕੇਸ ਨੇ, ਤੇ 15 ਜਿਹੜੀਆਂ 24 ਘੰਟੇ ਦੀਆਂ ਮੌਤਾਂ ਨੇ। ਐਕਟਿਵ ਕੇਸਿਸ ਦੀ ਜਿਹੜੀ ਗਿਣਤੀ ਆ ਉਹ 5 ਲੱਖ ਦੇ ਨੇੜੇ ਤੇੜੇ ਸਵਲੀਨ ਜੀ ਪਿਛਲੇ 24 ਘੰਟਿਆਂ ਤੱਕ ਜਿਹੜੀ ਆ ਉਹ ਰਹਿ ਗਈ ਆ। ਹਾਲਾਤ ਬਹੁਤ ਠੀਕ ਜਾਪ ਰਹੇ ਨੇ। ਪਰ ਜਦੋਂ ਅਸੀਂ ਨਵੇਂ ਵੇਰੀਐਂਟ ਦੀ ਗੱਲ ਕਰਦੇ ਆ, ਫੇਰ ਜਿਹੜਾ ਡਰ ਆ ਉਹ ਫੇਰ ਇੱਕ ਵਾਰ ਜਿਹੜਾ ਸਾਡੀ ਚਿੰਤਾ ਆ ਉਹ ਵਧਾਉਂਦਾ ਹੈ। ਡੈਲਟਾ ਪਲੱਸ ਵੇਰੀਐਂਟ ਜਿਹੜਾ ਆ ਉਹਦੇ ਕਿਹਾ ਜਾ ਰਿਹਾ ਕਿ ਉਹ ਬਹੁਤ ਤੇਜ਼ੀ ਨਾਲ ਜਿਹੜਾ ਉਹ ਫੈਲ ਰਿਹਾ। ਰੋਜ਼ ਦੀ ਰੋਜ਼ ਉਹਦੇ ਉੱਥੇ ਪਾਏ ਜਾਣ ਵਾਲੇ ਕੇਸਾਂ ਦੀ ਜਿਹੜੀ ਗਿਣਤੀ ਵੀ ਵੱਧ ਰਹੀ ਆ, ਤੇ ਮੁਲਕਾਂ 'ਚ ਵੀ ਜ਼ਿਆਦਾ ਆ ਰਿਹਾ। ਕਿੰਨੇ ਕੁ ਮੁਲਕਾਂ 'ਚ ਫੈਲ ਚੁੱਕਾ ਹੁਣ ਤੱਕ? 100 ਤੋਂ ਵੱਧ, 112 ਵੀ ਕੁਝ ਅਖਬਾਰਾਂ ਕਹਿ ਰਹੀਆਂ, ਕੁਝ ਚੈਨਲ ਜਿਹੜੀਆਂ 96 ਕਹਿ ਰਿਹਾ, ਪਰ ਮੈਨੂੰ ਲੱਗਦਾ ਕਿ 100 ਦੇ ਨੇੜੇ ਤੇੜੇ ਤੱਕ ਗਿਣਤੀ ਜਿਹੜੀ ਆ, ਜੇ ਐਵਰੇਜ ਇਹ ਵੀ ਸਾਰੀਆਂ ਖਬਰਾਂ ਦੀ ਕੱਢ ਲਈ ਜਾਵੇ ਤਾਂ 100 ਪਲੱਸ ਮੁਲਕਾਂ ਦੇ ਵਿੱਚ ਉਹਦੀ ਗਿਣਤੀ ਜਿਹੜੀ ਆ ਦੇਖੀ ਜਾ ਰਹੀ ਹੈ। ਰੋਕਥਾਮ, ਬਚਾਅ ਤੇ ਬਚਣ ਦਾ ਤਰੀਕਾ ਜਿਹੜਾ ਉਹ ਸਿਰਫ ਟੀਕਾਕਰਨ ਹੀ ਦੇਖ ਰਿਹਾ। ਇਹ ਵੀ ਕਹਿ ਰਿਹਾ ਜਾ ਕਿ ਉਹਦੇ ਉਹਨਾਂ ਬੰਦਿਆਂ ਦੇ ਵਿੱਚ ਹੀ ਇਹ ਪਾਇਆ ਗਿਆ ਜਿਨ੍ਹਾਂ ਨੂੰ ਟੀਕਾਕਰਨ ਨਹੀਂ ਹੋਇਆ ਸੀ। ਪਿਛਲੇ ਦਿਨਾਂ ਦੀ ਫਿਰ ਉਹੀ ਗੱਲ ਦੁਬਾਰਾ ਸੀਗੀ ਕਿ ਅਮਰੀਕਾ ਦੇ ਵਿੱਚ ਜਿਹੜੇ ਦੂਜੀ ਲਹਿਰ ਦੇ ਦੌਰਾਨ ਵੀ ਜਿਹੜੀ ਡੈਥ ਹੋਈ ਆ, 99% ਲੋਕ ਉਹੀ ਮਰੇ ਆ ਜਿਨ੍ਹਾਂ ਦੇ ਟੀਕਾਕਰਨ ਜਿਹੜਾ ਉਹ ਨਹੀਂ ਹੋਇਆ ਸੀ। ਪਰ ਸਾਡੇ ਮੁਲਕ ਦੀ ਜਿਹੜੀ ਟੀਕਾਕਰਨ ਦੀ ਰਫ਼ਤਾਰ ਆ ਉਹ ਇੱਕ ਦਿਨ 21 ਜੂਨ ਨੂੰ ਤਾਂ ਜ਼ਰੂਰ ਵੱਧ ਗਈ ਸੀ ਵਰਲਡ ਰਿਕਾਰਡ ਬਣਾਉਣ ਦੇ ਨਾਂ ਤੇ, ਪਰ ਬਾਅਦ ਵਿੱਚ ਜਿਹੜੀ ਉਹ ਬਹੁਤ ਫਿਰ ਸਲੋ ਜਿਹੜੀ ਆ ਉਹ ਦੇਖੀ ਜਾ ਰਹੀ ਹੈ। ਟੀਕਿਆਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਤੁਸੀਂ ਕਹਿੰਦੇ ਸੀ ਪਹਿਲਾਂ 1 ਸੀ, ਫਿਰ 2 ਸੀ, ਫਿਰ 3 ਹੋ ਗਏ, ਪਰ ਲਗਭਗ ਬਾਜ਼ਾਰ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਤੇ ਸਿਰਫ ਕੋਵਿਡ ਸੈਂਟਰਾਂ ਦੇ ਵਿੱਚ ਇੱਕ ਹੀ ਟੀਕਾ ਜਿਹੜਾ ਕੋਵਿਸ਼ੀਲਡ ਆ ਉਹੀ ਦਿਖਾਈ ਦੇ ਰਿਹਾ। ਕੋਵਿਸ਼ੀਲਡ ਤੇ ਜਿਹੜੀ ਬਿਪਤਾ ਪਈ ਸੀ ਉਹ ਥੋੜੀ ਜਿਹੀ ਘਟੀ ਹੈ ਕਿ ਨਹੀਂ? ਹੁਣ ਦੇਖੋ, ਉੱਥੇ UN ਨੇ ਕੱਲ ਇੱਕ ਬਿਆਨ ਜਾਰੀ ਕੀਤਾ ਕਿ WHO ਯੂਨਾਈਟਿਡ ਨੇਸ਼ਨਸ ਤੋਂ ਕੱਲ ਇੱਕ ਬਿਆਨ ਜਾਰੀ ਹੋਇਆ ਕਿ ਜਦੋਂ WHO ਨੇ, ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਜਿਸ ਟੀਕੇ ਨੂੰ ਮਾਨਤਾ ਦੇ ਦਿੱਤੀ, ਉਹਦੇ ਤੇ ਹੋਰ ਕੋਈ ਵੀ ਦੇਸ਼ ਫਿਰ ਕਿੰਤੂ ਪਰੰਤੂ ਨਾ ਕਰੇ। ਕਿ ਜੇ WHO ਨੇ ਕਹਿਤਾ ਕਿ ਇਹ ਦਵਾਈ ਜਿਹੜੀ ਆ ਉਹ ਪ੍ਰਮਾਣਿਤ ਆ ਤੇ ਠੀਕ ਆ, ਤੇ ਫਿਰ ਚਾਹੇ ਉਹ ਯੂਰਪੀਅਨ ਯੂਨੀਅਨ ਹੋਵੇ, ਚਾਹੇ ਕੋਈ ਵੱਖਰਾ ਮੁਲਕ ਹੋਵੇ, ਉਹਦੇ ਤੇ ਫਿਰ ਕਿੰਤੂ ਪਰੰਤੂ ਨਾ ਕੀਤਾ ਜਾਵੇ। ਕੱਲ ਤੱਕ ਤਾਂ ਇਹ ਲੱਗਦਾ ਸੀਗਾ ਕਿ ਯੂਰਪ ਦੇ ਵਿੱਚ ਉਹ ਸਾਰਾ ਜਿਹੜਾ ਬੈਨ ਹੀ ਆ ਕੋਵਿਸ਼ੀਲਡ ਨੂੰ ਮੰਨਿਆ ਨਹੀਂ, ਪਰ ਉਹਦੇ 'ਚੋਂ 8-9 ਦੇਸ਼ ਉਹਦੇ ਤੇ ਸਹਿਮਤ ਹੋ ਗਏ ਨੇ। ਐਸਟੋਨੀਆ ਸੀ, ਜਰਮਨ ਸੀ, ਸਵਿਟਜ਼ਰਲੈਂਡ ਸੀ, 1-2 ਹੋਰ ਦੇਸ਼ਾਂ ਦੀ ਵੀ ਗੱਲ ਹੋਈ ਸੀਗੀ। ਉਹਨਾਂ 9 ਨੇ ਤਾਂ ਕਹਿਤਾ ਕਿ ਜਿਹੜੇ ਉਹਦਾ ਜਿਹੜਾ ਗ੍ਰੀਨ ਪਾਸਪੋਰਟ ਆ ਉਹਦੇ 'ਚ ਕੋਵਿਸ਼ੀਲਡ ਨੂੰ ਸ਼ਾਮਿਲ ਉਹਨਾਂ ਨੇ ਕਰ ਲਿਆ। ਤੇ ਜਿੱਦਾਂ WHO ਨੇ ਕਿਹਾ ਜਾਂ UN ਨੇ ਕਿਹਾ, ਤੇ ਜਿਵੇਂ ਜਿਵੇਂ ਸਾਰੀ ਦੁਨੀਆ ਦਾ ਵਰਤਾਰਾ ਆ ਉਹਦੇ ਤੇ ਲੱਗਦਾ ਹੈ ਕਿ ਸਹਿਮਤੀ ਬਣ ਜਾਊਗੀ ਤੇ ਬਣਨੀ ਚਾਹੀਦੀ ਆ। ਅਸੀਂ ਟੀਕੇ ਇਸ ਦੌਰ ਦੇ ਵਿੱਚ ਜਿੱਦਾਂ ਦੀ ਮਹਾਮਾਰੀ ਆ ਤੇ ਜਿੰਨਾ ਕੁ ਸਾਰੀ ਦੁਨੀਆ ਨੇ ਉਹ ਜਿਹੜਾ ਚੀਜ਼ਾਂ ਝੱਲੀਆਂ ਨੇ, ਜੇ ਹੁਣ ਅਸੀਂ ਟਰਾਂਸਪੋਰਟੇਸ਼ਨ ਨੂੰ ਜਾਂ ਲੋਕਾਂ ਦੇ ਇੱਧਰ ਉੱਧਰ ਜਾਣ ਨੂੰ ਫਿਰ ਕਿਸੇ ਇੱਕ ਖਾਸ ਟੀਕੇ ਨਾਲ ਜੋੜ ਕੇ ਰੋਕਾਂਗੇ ਤੇ ਉਹ ਫਿਰ ਜਿਹੜਾ ਖਲਾ ਆ ਉਹ ਵਧੂਗਾ, ਉਹਦਾ 'ਚ ਕੁਝ ਠੀਕ ਹੋਣ ਦੇ
ਅਸਾਰ ਜਿਹੜੇ ਆ ਉਹ ਘਟਣਗੇ ਜਾਂ ਹੌਲੀ ਹੋਣਗੇ, ਜੀ। ਹੋਣਾ ਤਾਂ ਠੀਕ ਹੀ ਆ ਜੀ। ਤੇ ਇਹ ਵੀ ਖਬਰ ਆ ਰਹੀ ਹੈ ਕਿ ਭਾਰਤ ਵਿੱਚ ਇੱਕ 5ਵਾਂ ਟੀਕਾ ਵੀ ਆ ਰਿਹਾ ਜੀ। ਜ਼ਾਈਡਸ ਕੈਡਿਲਾ ਜਿਹੜੀ ਹਿੰਦੁਸਤਾਨ ਦੀ ਕੰਪਨੀ ਆ, ਉਹਨਾਂ ਨੇ DCGI ਤੋਂ ਇਹ ਨੋਟ ਮੰਗ ਲਈ ਆ ਕਿ ਸਾਨੂੰ ਵੀ ਆ ਐਮਰਜੈਂਸੀ ਦੇ ਕੇਸ ਵਿੱਚ, ਆਪਾਤਕਾਲ ਦੇ ਵਿੱਚ ਜਿਹੜਾ ਸਾਡਾ ਟੀਕਾ ਆ ਉਹਨੂੰ ਵੀ ਪ੍ਰਮਾਣਿਕਤਾ ਜਿਹੜੀ ਆ ਦਿੱਤੀ ਜਾਵੇ। ਤੇ ਉਹਨਾਂ ਨੇ ਕਿਹਾ ਕਿ ਅਸੀਂ ਤਿੰਨੋਂ ਚਰਨ ਜਿਹੜੇ ਆ ਉਹ ਪੂਰੇ ਕਰ ਲਏ ਆ। ਜ਼ਾਈਕੋਵ ਡੀ ਉਹਨਾਂ ਦੇ ਟੀਕੇ ਦਾ ਨਾਮ ਹੈ। ਕੈਡਿਲਾ ਜਿਹੜੀ ਹੈ ਹਿੰਦੁਸਤਾਨ ਦੀ ਹੀ ਕੰਪਨੀ ਆ, ਉਹਨਾਂ ਨੇ ਇਹ ਟੀਕਾ ਬਣਾਇਆ ਜੀ। ਤੇ ਇਹਦੇ 'ਚ ਜਿਹੜੀ ਉਹਨਾਂ ਨੇ ਗੱਲ ਦੱਸੀ ਆ ਕਿ ਇਹ ਪਹਿਲੀ ਦੁਨੀਆ ਦੀ ਦਵਾਈ ਆ ਜਿਹੜੀ DNA ਬੇਸਡ ਆ। ਇਹ ਕਹਿੰਦੇ ਆ ਕਿ ਇਹਦੇ 'ਚ ਕੋਵਿਡ ਦਾ DNA ਆ, ਜਦੋਂ ਅਸੀਂ ਉਹਨੂੰ ਬੋਡੀ 'ਚ ਦਾਖਲ ਕਰਦੇ ਆ ਤੇ ਫਿਰ ਉਹ DNA ਐਕਟੀਵੇਟ ਹੋ ਕੇ ਤੇ ਉਹਦੇ ਲਈ ਜਿਹੜੀ ਸੁਰੱਖਿਆਤਮਕ ਪੰਕਤੀ ਉਹ ਬਣਾਉਂਦਾ ਹੈ। ਤੇ ਫਿਰ ਜੇ ਕੋਵਿਡ ਦਾ ਹਮਲਾ ਬੰਦੇ ਤੇ ਹੋਵੇ ਤੇ ਫਿਰ ਉਹ ਜਿਹੜਾ DNA ਬੰਦੇ ਦਾ DNA ਆ ਉਹਦੇ ਵਿੱਚ, ਕਿਉਂਕਿ ਕੋਵਿਡ ਦਾ DNA ਪਹਿਲਾਂ ਹੀ ਆ ਤੇ ਉਹਦੀ ਲੜਨ ਦੀ ਜਿਹੜੀ ਸਮਰੱਥਾ ਉਹ ਬਣ ਜਾਂਦੀ ਹੈ। ਸੋ ਉਹਨਾਂ ਨੇ ਵੀ ਮੰਗੀ ਆ DCGA ਤੋਂ, ਮੇਰਾ ਖਿਆਲ ਹੈ ਕਿ ਜਲਦੀ ਉਹਨਾਂ ਨੂੰ ਮਿਲ ਜਾਊਗੀ। ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਅਸੀਂ 1 ਕਰੋੜ ਟੀਕਾ ਹਰ ਮਹੀਨੇ ਜਿਹੜਾ ਆ ਉਹ ਬਣਾ ਕੇ ਤੇ ਸਪਲਾਈ ਕਰ ਸਕਦੇ ਹਾਂ। ਕੀ ਇਹ 5ਵਾਂ ਟੀਕਾ ਬੱਚਿਆਂ ਦੇ ਲੱਗ ਸਕਦਾ? ਹਾਂ, ਉਹਨਾਂ ਨੇ ਇਹ ਕਿਹਾ ਕਿ 12 ਸਾਲ ਤੋਂ ਉੱਪਰ ਵਾਲੇ ਬੱਚਿਆਂ ਲਈ ਇਹ ਜਿਹੜਾ ਟੀਕਾ ਆ ਉਹ ਕਾਰਗਰ ਆ। ਉਹਨਾਂ ਨੇ ਕਿਉਂਕਿ 3 ਟ੍ਰਾਇਲ ਪੂਰੇ ਕੀਤੇ ਆ, ਉਹਨਾਂ ਦੇ ਦੱਸੇ ਮੁਤਾਬਕ ਇਹ ਜਿਹੜੀ ਗੱਲ ਆ ਉਹ ਠੀਕ ਜਾਪਦੀ ਹੈ। ਦੇਖੋ, ਇਹ ਗੱਲ ਇੱਕ ਹੋਰ ਵੀ ਆ ਸਵਲੀਨ ਜੀ, ਕਿਉਂਕਿ ਸਿਰਫ ਕੋਵਿਸ਼ੀਲਡ ਤੇ ਅਸੀਂ ਡਿਪੈਂਡੈਂਟ ਆ। ਮੈਂ ਨਹੀਂ ਕਹਿੰਦਾ ਕਿ ਇਕੱਲਾ ਕੋਵਿਸ਼ੀਲਡ, ਜਾਂ ਤਾਂ ਫਿਰ ਉਹ ਸਪਲਾਈ ਇੰਨੀ ਦੇ ਦੇਣ ਕਿ ਸਾਰਿਆਂ ਨੂੰ ਉਹੀ ਲੱਗ ਜਾਏ, ਨਹੀਂ ਤਾਂ DCGA ਨੂੰ ਚਾਹੀਦਾ ਕਿ ਸਾਰਿਆਂ ਲਈ ਹੀ ਸਾਰੀਆਂ ਜਿਹੜੀਆਂ ਇਹ ਮਨਜ਼ੂਰੀਆਂ ਇਹਨਾਂ ਨੂੰ ਜਲਦੀ ਕੀਤਾ ਜਾਵੇ। ਤੇ ਬਹੁਤ ਸਾਰੇ ਜਿਹੜੇ ਬਾਕੀ ਵੀ ਜਿਹੜੀਆਂ ਕੰਪਨੀਆਂ ਇਸ ਲਾਈਨ 'ਚ ਨੇ, ਜਿਹੜੀਆਂ ਸ਼ਰਤਾਂ ਪੂਰੀਆਂ ਕਰਦੇ ਆ, ਉਹਨਾਂ ਨੂੰ ਆਉਣ ਦੇਣਾ ਚਾਹੀਦਾ ਤੇ ਉਹ ਸਪਲਾਈ 'ਚ ਜਿੰਨੀ ਤੇਜ਼ੀ ਹੋ ਜਾਏ ਤੇ ਉਹ ਚੰਗੀ ਗੱਲ ਹੈ। ਫਿਰ ਨਾ ਹੋਵੇ ਕਿ ਪਹਿਲੀ ਵਾਰ ਅਸੀਂ ਸੰਭਲੇ ਸੀ ਤੇ ਦੂਜੀ ਲਹਿਰ ਆ ਗਈ, ਤੇ ਦੂਜੀ ਵਾਰ ਜੇ ਅਸੀਂ ਨਾ ਸੰਭਲੇ ਤੇ ਤੀਜੀ ਲਹਿਰ ਜਿਹੜੀ ਆ ਉਹ ਹੋਰ ਖਤਰਨਾਕ ਆਵੇ। ਜਿੱਦਾਂ ਕਿਹਾ ਜਾ ਰਿਹਾ ਕਿ ਜਿਹੜਾ ਡੈਲਟਾ ਵੇਰੀਐਂਟ ਆ ਉਹ ਜ਼ਿਆਦਾ ਤੇਜ਼ੀ ਨਾਲ ਆ ਰਿਹਾ ਤੇ ਆਉਣ ਵਾਲੇ ਕੁਝ ਹਫ਼ਤਿਆਂ 'ਚ ਉਹਦੇ ਹੋਰ ਤੇਜ਼ ਹੋਣ ਦੀ ਜਿਹੜੀ ਗੱਲ ਕੀਤੀ ਜਾ ਰਹੀ ਆ। ਉਸ ਤੋਂ ਪਹਿਲਾਂ ਜਿੰਨਾ ਕੁ ਟੀਕਾਕਰਨ ਆਪਾਂ ਕਰ ਲਈਏ ਉਹ ਚੰਗਾ ਆ। ਅਸੀਂ ਬੀਤੇ ਦਿਨਾਂ 'ਚ ਅੰਕੜੇ ਦੇਖਦੇ ਸੀਗੇ ਕਿ 40 ਤੋਂ 45% ਤੱਕ ਟੀਕੇ ਲੱਗ ਚੁੱਕੇ ਨੇ 60 ਸਾਲ ਤੋਂ ਵੱਧ ਉਮਰ ਦਿਆਂ ਦੇ, ਪਰ ਉਸ ਤੋਂ ਥੱਲੇ ਵਾਲੀ ਜਿਹੜੀ ਗਿਣਤੀ ਆ ਉਹਦੇ 'ਚ ਹਾਲੇ ਟੀਕਾਕਰਨ ਜਿਹੜਾ ਉਹ ਕਾਫੀ ਸਲੋ ਆ। WHO ਨੇ ਤੇ ਇਹ ਵੀ ਕਹਿਤਾ ਕਿ ਸਤੰਬਰ ਤੱਕ ਹਰ ਮੁਲਕ 10% ਘੱਟ ਤੋਂ ਘੱਟ ਵੈਕਸੀਨੇਸ਼ਨ ਲਵਾ ਲੇ ਜੇ ਡੈਲਟਾ ਪਲੱਸ ਤੋਂ ਥੋੜਾ ਜਿਹਾ ਬਚਣਾ ਹੈ ਤਾਂ। ਬਿਲਕੁਲ। ਇੱਕ ਪਾਸੇ ਅਸੀਂ ਕਹਿ ਰਹੇ ਕਿ ਕਰੋਨਾ ਦੀ ਦੂਜੀ ਲਹਿਰ ਤੋਂ ਥੋੜੀ ਰਾਹਤ ਮਿਲ ਰਹੀ ਹੈ, ਇੱਕ ਪਾਸੇ ਡੈਲਟਾ ਪਲੱਸ ਜਿਹੜਾ ਆ ਉਹਦੀ ਵਿਪਤਾ ਬਣੀ ਹੋਈ ਆ, ਤੇ ਦੂਜੇ ਪਾਸੇ ਹਿਮਾਚਲ 'ਚ ਮੰਦਿਰ ਖੁੱਲ ਗਏ ਨੇ। ਕੀ ਕਹਿਣਾ ਚਾਹੁੰਦੇ ਹੋ? ਦੇਖੋ, ਜੋ ਅੱਜ ਦੀਆਂ ਸਥਿਤੀਆਂ ਨੇ ਉਹਦੇ ਮੁਤਾਬਕ, ਕਿਉਂਕਿ ਸਿਸਟਮ ਜਿਹੜਾ ਆ ਬਹੁਤ ਠੀਕ ਹੋ ਰਿਹਾ, ਪੀਕ ਤੋਂ ਅਸੀਂ ਕਾਫੀ ਮੁੜੇ ਆਏ ਆ। ਫਿਰ ਉਹੀ ਦੁਬਾਰਾ ਵਾਲੀ ਗੱਲ ਆ ਕਿ 4000 ਬੰਦੇ ਦੀ ਰੋਜ਼ ਮੌਤ ਹੁੰਦੀ ਸੀ ਤੇ ਹੁਣ ਉਹ ਗਿਣਤੀ ਕੁਝ 100 'ਚ ਰਹਿ ਗਈ ਆ। ਤੇ ਸਾਰੀਆਂ ਚੀਜ਼ਾਂ ਜਿਹੜੀਆਂ ਖੁੱਲਣ ਵੱਲ ਮੁੜ ਰਹੀਆਂ। ਸਕੂਲਸ ਨਹੀਂ ਹਾਲੇ ਤਾਂ ਖੁੱਲੇ, ਯੂਨੀਵਰਸਿਟੀਜ਼ ਨੂੰ ਖੋਲਣ ਲਈ ਕਹਿਤਾ, ਪੱਬ, ਕਲੱਬ, ਹੋਟਲ, ਰੈਸਟੋਰੈਂਟ ਸਾਰੀਆਂ ਚੀਜ਼ਾਂ ਜਿਹੜੀਆਂ ਖੁੱਲ ਰਹੀਆਂ। ਬਹੁਤ ਸਾਰੇ ਹਿਮਾਚਲ, ਜੇ ਅਸੀਂ ਕੱਲ ਸਿਰਫ ਹਿਮਾਚਲ ਦੀ ਗੱਲ ਕਰੀਏ ਜਾਂ ਪੰਜਾਬ ਨਾਲ ਜੁੜਿਆ ਹੋਇਆ ਇੱਕ ਸਟੇਟ ਆ ਜਿੱਥੇ ਬਹੁਤਾ ਕੁਝ ਜਿਹੜਾ ਟੂਰਿਜ਼ਮ ਤੇ ਡਿਪੈਂਡ ਹੈ। ਤੇ ਹਿਮਾਚਲ ਦਾ ਸਾਰਾ ਨਹੀਂ ਕਹਿ ਸਕਦੇ, ਵਧੇਰੇ ਟੂਰਿਜ਼ਮ ਜਿਹੜਾ ਆ ਉਹ ਰਿਲੀਜੀਅਸ ਟੂਰਿਜ਼ਮ ਹੈ। ਉੱਥੇ ਬਹੁਤ ਸਾਰੇ ਲੋਕਾਂ ਦਾ, ਖਾਸ ਤੌਰ ਤੇ ਪੰਜਾਬ ਦੇ ਇਸ ਇਲਾਕੇ ਤੋਂ ਉਧਰ ਨੂੰ ਜਾਣ ਵਾਲੇ ਲੋਕਾਂ ਦਾ ਜਿਹੜਾ ਰੁਝਾਨ ਆ ਉਹ ਮੰਦਿਰਾਂ ਵੱਲ ਨੂੰ ਜ਼ਿਆਦਾ ਆ। ਤੇ ਉਸ ਕਰਕੇ ਫਿਰ ਉਹ ਮੰਦਿਰ ਵੀ ਖੁੱਲ੍ਹਣੇ ਹੀ ਚਾਹੀਦੇ ਆ, ਖੁੱਲ੍ਹਣੇ ਪੈਣੇ ਆ, ਪਰ ਲੋਕਾਂ ਨੂੰ ਸਾਵਧਾਨੀ ਜਿਹੜੀ ਉਹ ਵਰਤਣੀ ਚਾਹੀਦੀ ਆ। ਹਾਲੇ ਵੀ ਬਹੁਤੀ ਕਾਹਲੀ ਨਾ ਕਰਨ, ਜੇ ਆਪਣਾ ਧਿਆਨ ਰੱਖਣ, ਟੀਕਾਕਰਨ ਪਹਿਲ ਹੋਣੀ ਚਾਹੀਦੀ ਆ, ਫੇਰ ਹੀ ਉਹ ਸਾਰੀਆਂ ਚੀਜ਼ਾਂ ਠੀਕ ਹਨ। 2020 ਦੇ 2 ਵੱਡੇ ਮੁੱਦੇ ਸੀ, ਪਹਿਲਾਂ ਕਰੋਨਾ ਤੇ ਫਿਰ ਕਿਸਾਨ ਅੰਦੋਲਨ। ਬਿਲਕੁਲ। ਕਰੋਨਾ ਦੀ ਅਸੀਂ ਗੱਲ ਕਰ ਲਈ ਹੈ ਤੇ ਹੁਣ ਕਿਸਾਨ ਅੰਦੋਲਨ ਦੀ ਗੱਲ ਕਰਦੇ ਹਾਂ। ਕੇਂਦਰੀ ਖੇਤੀਬਾੜੀ ਮੰਤਰੀ ਨੇ ਫਿਰ ਇੱਕ ਵਿਵਾਦਤ ਜਿਹਾ ਬਿਆਨ ਦੇ ਦਿੱਤਾ। ਵਿਵਾਦਤ ਕਾਹਦਾ? ਵੈਸੇ ਤਾਂ ਇੱਕੋ ਹੀ ਗੱਲ ਕਰਦੇ ਨੇ ਹਰ ਵਾਰੀ, ਉਹ ਫਿਰ ਕਹਿੰਦੇ ਨੇ ਕਿ ਜਿਹੜੇ ਕਾਨੂੰਨ ਆ ਉਹ ਰੱਦ ਨਹੀਂ ਕਰ ਰਹੇ ਅਸੀਂ। ਦੇਖੋ, ਰਟਿਆ ਰਟਾਇਆ ਬਿਆਨ ਤੁਸੀਂ ਕਹਿ ਸਕਦੇ ਆ ਜਾਂ ਵਨ ਲਾਈਨਰ ਕਹਿ ਸਕਦੇ ਆ ਕਿ ਪਹਿਲੇ ਦਿਨ ਤੋਂ ਇਸੇ ਗੱਲ ਤੇ ਰੁਕੇ ਹੋਏ ਨੇ। ਪਹਿਲਾਂ ਉਹ ਕਹਿੰਦੇ ਸੀ ਕਿ ਸਾਨੂੰ ਸਮਝਾਓ ਕਾਨੂੰਨ 'ਚ ਗਲਤ ਕੀ ਆ। ਉਹ ਸਾਰਾ ਸਮਝਾਉਣ ਤੋਂ ਬਾਅਦ ਵੀ ਉਹਨਾਂ ਨੇ ਕਹਿਤਾ ਕਿ ਨਹੀਂ, ਇਹ ਠੀਕ ਆ। ਉਹ ਸ਼ਹਿਦ ਦੇ 3 ਲੱਤਾਂ ਵਾਲੀ ਕਹਾਣੀ ਆਪਾਂ ਪਹਿਲਾਂ ਵੀ ਇੱਕ ਵਾਰ ਪ੍ਰੋਗਰਾਮ 'ਚ ਦੱਸੀ ਸੀ, ਉਹ ਉਸੇ ਗੱਲ ਤੇ ਟਿਕੇ ਹੋਏ ਨੇ। ਪਰ ਜਿੱਦਾਂ ਉਹਨਾਂ ਦਾ BJP ਦਾ ਇੱਥੇ ਵਿਰੋਧ ਹੋ ਰਿਹਾ ਬੀਤੇ ਦਿਨਾਂ ਦੇ ਵਿੱਚ, ਹਰ ਥਾਂ ਦੇ ਉੱਤੇ, ਹਰ ਜਗ੍ਹਾ ਦੇ ਉੱਤੇ, ਉਹਨੂੰ ਦੇਖ ਕੇ ਉਹਨਾਂ ਨੂੰ ਇਸ ਲਾਈਨ ਤੋਂ ਮੋੜ ਕੱਟ ਲੈਣਾ ਚਾਹੀਦਾ। ਨਹੀਂ ਤੇ ਫਿਰ ਕਾਫੀ ਦਿਨਾਂ ਤੋਂ ਟਕਰਾਵ ਦੀ ਸਥਿਤੀ ਬਣੀ ਹੋਈ ਆ। ਤੇ ਇਹ ਸਿਰਫ ਤੋਮਰ ਸਾਹਿਬ ਇਦਾਂ ਕਹਿ ਰਹੇ ਨੇ, BJP ਦੇ ਵਿੱਚ ਬਹੁਤ ਸਾਰੇ ਲੀਡਰ ਇਹ ਵੀ ਕਹਿ ਰਹੇ ਨੇ ਕਿ ਨਹੀਂ, ਇੱਥੇ ਗੱਲਬਾਤ ਜਿਹੜੀ ਆ ਹੋ ਜਾਣੀ ਚਾਹੀਦੀ ਆ, ਬਿਨਾਂ ਸ਼ਰਤ ਹੋ ਜਾਣੀ ਚਾਹੀਦੀ ਆ। ਪਹਿਲਾਂ ਵੀ ਅਸੀਂ ਇੱਕ ਦਿਨ ਗੱਲ ਕੀਤੀ ਆ ਕਿ ਤੋਮਰ ਸਾਹਿਬ ਕੁਝ ਹੋਰ ਕਹਿ ਰਹੇ ਨੇ, ਸੋਮ ਪ੍ਰਕਾਸ਼ ਕੁਝ ਹੋਰ ਕਹਿ ਰਹੇ ਨੇ, ਪੰਜਾਬ ਦੇ ਵਿੱਚ ਉਹਨਾਂ ਦੇ ਲੀਡਰ ਕੁਝ ਹੋਰ ਕਹਿ ਰਹੇ ਨੇ। ਕੱਲ ਵੀ ਅਸ਼ਵਨੀ ਸ਼ਰਮਾ ਦਾ ਵੀ ਵਿਰੋਧ ਹੋਇਆ 1-2 ਜਗ੍ਹਾ ਤੇ, ਹੋਰ ਵੀ ਕਿਤੇ ਗਾਈਆਂ ਕਿਤੇ ਖੂਹ 'ਚ ਡਿੱਗ ਗਈਆਂ ਸੀ, ਉੱਥੇ ਵੀ ਕੋਈ BJP ਦੇ ਲੀਡਰ ਆਏ ਤੇ ਉਹਨਾਂ ਦਾ ਫਿਰ ਵਿਰੋਧ ਹੋਇਆ। ਸੋ ਜਿਹੜਾ BJP ਦਾ ਟਕੜਿੱਕਾ ਬਣਿਆ ਹੋਇਆ ਕਿਸਾਨਾਂ ਨਾਲੇ ਤਾਂ ਹੀ ਹੱਲ ਹੋਣਾ ਜੇ ਇਸ ਸਮੱਸਿਆ ਨੂੰ, ਕਿਸਾਨੀ ਦੀ ਨੂੰ ਹੱਲ ਕੀਤਾ ਜਾਵੇ। ਮੋਦੀ ਵਜ਼ਾਰਤ ਦੇ ਬਹੁਤ ਸਾਰੇ ਮੰਤਰੀ ਨੇ ਜਿਹੜੇ ਕਹਿੰਦੇ ਨੇ ਕਿ ਕਿਸਾਨ ਇਹਨਾਂ ਖੇਤੀ ਬਿੱਲਾਂ ਦਾ ਸਮਰਥਨ ਕਰਦੇ ਨੇ। ਉਹ ਕਿਹੜੇ ਕਿਸਾਨ ਨੇ ਜਿਹੜੇ ਚੁੱਪ ਕਰਕੇ ਇਹਨਾਂ ਨੂੰ ਸਮਰਥਨ ਕਰ ਆਉਂਦੇ? ਅਸੀਂ ਤਾਂ ਕਦੀ ਦੇਖੇ ਨਹੀਂ। ਦੇਖੋ, ਤੁਸੀਂ ਨਹੀਂ ਦੇਖੇ ਉਹਨਾਂ ਨੇ ਵੀ ਨਹੀਂ। ਉਹ ਸਿਰਫ ਇੱਕ ਟੈਗਲਾਈਨ ਆ।
ਪਰ ਇਹ ਵੀ ਗੱਲ ਆ ਕਿ ਕੁਝ ਲੋਕ ਹੋ ਵੀ ਸਕਦੇ ਨੇ ਜਿਹੜੇ ਉਹਨਾਂ ਨਾਲ ਜੁੜੇ ਹੋਏ ਹੋਣ ਤੇ ਜਿਨ੍ਹਾਂ ਨੂੰ ਤੁਸੀਂ ਫਿਰ ਭਗਤਾਂ ਦੀ ਸ਼੍ਰੇਣੀ 'ਚ ਰੱਖ ਲੈਂਦੇ ਹੋ ਸਕਦਾ ਕੁਝ ਇਦਾਂ ਦੇ ਬੰਦੇ ਹੋਣ, ਪਰ ਅਮੂਮਨ ਜੇ ਇੱਕ ਜਾਂ ਦੋ ਬੰਦੇ ਕੁਝ ਇਹੋ ਜਿਹੇ ਹਨ ਵੀ ਜਿਹੜੇ ਇਸ ਕੰਟਰੈਕਟ ਫਾਰਮਿੰਗ ਨਾਲ ਸਹਿਮਤ ਹੋਣਗੇ ਜਾਂ ਜਿਨ੍ਹਾਂ ਦਾ ਪਹਿਲਾਂ ਹੀ ਸਾਰਾ ਸਿਸਟਮ ਕਿਸੇ ਪਾਰਟਿਕੂਲਰ ਕੁਝ ਕੰਪਨੀਜ਼ ਨਾਲ ਚੱਲ ਰਿਹਾ, ਜਿਨ੍ਹਾਂ ਦਾ ਮੰਡੀਕਰਨ ਨਾਲ ਬਹੁਤਾ ਲੈਣ ਦੇਣ ਨਹੀਂ ਹੈਗਾ, ਇਦਾਂ ਦੇ ਲੋਕ ਵੀ ਹੋਣਗੇ। ਪਰ ਫਿਰ ਵੀ ਜਦੋਂ ਤੁਸੀਂ ਲੋਕਤੰਤਰ ਦੀ ਗੱਲ ਕਰਦੇ ਆ ਤੇ ਮੈਜੋਰਟੀ ਦੀ ਗੱਲ ਜਿਹੜੀ ਆ ਉਹ ਸੁਣੀ ਜਾਣੀ ਚਾਹੀਦੀ ਆ। ਫਿਰ ਉਹਦਾ ਤਰਕ ਵੀ ਆ ਕੋਈ, ਜੋ ਕਿਸਾਨਾਂ ਨੇ ਹੁਣ ਤੱਕ ਉਸ ਅੰਦੋਲਨ ਨੂੰ ਸਮਝਿਆ ਤੇ ਸਮਝਾਇਆ ਆ, ਉਹਦੇ ਵਿੱਚ ਉਹ ਸਾਰੀਆਂ ਗੱਲਾਂ ਜਿਹੜੀਆਂ ਉਹ ਉਸੇ ਤਰੀਕੇ 'ਚ ਦੇਖੀਆਂ ਜਾਣੀ ਚਾਹੀਦੀਆਂ। ਤੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਕਿਸੇ ਨਵੀਂ ਰਣਨੀਤੀ ਦੀ ਗੱਲ ਕਰ ਰਹੇ ਸੀ। ਬਿਲਕੁਲ ਜੀ, ਚੜੂਨੀ ਸਾਹਿਬ ਨੇ ਫਿਰ ਉਸ ਅੰਦੋਲਨ ਨੂੰ ਥੋੜਾ ਜਿਹਾ ਗਰਮ ਕਰਨ ਦੀ ਗੱਲ ਕੀਤੀ ਆ। ਉਹਨਾਂ ਨੇ ਆਪਣੀਆਂ ਜਥੇਬੰਦੀਆਂ ਤੋਂ ਹੀ ਇੱਕ ਸਵਾਲ ਪੁੱਛਿਆ ਕਿ ਕਿਉਂ ਨਾ ਅਸੀਂ ਸੰਸਦ ਵੱਲ ਨੂੰ ਇੱਕ ਮਾਰਚ ਜਿਹੜਾ ਉਹਦੀ ਤਿਆਰੀ ਕਰੀਏ। ਉਹਨਾਂ ਨੇ ਕਿਹਾ ਕਿ ਲੋਕ ਬਹੁਤ ਦਿਨਾਂ ਤੋਂ ਸਾਡੇ ਵੱਲ ਦੇਖ ਰਹੇ ਨੇ ਕਿ ਅਸੀਂ ਕੁਝ ਨਵਾਂ ਜਿਹੜਾ ਆ ਉਹ ਨਹੀਂ ਕਰ ਰਹੇ ਜਾਂ ਆਪਣੇ ਪ੍ਰੈਸ਼ਰ ਨੂੰ ਵਧਾਉਣ ਦੀ ਕੋਸ਼ਿਸ਼ ਜਿਹੜੀ ਹੈ ਨਹੀਂ ਕਰ ਰਹੇ। ਹੱਥ ਬੰਨਣ ਵਾਲੀ ਕੀ ਗੱਲ ਸੀ? ਬਿਲਕੁਲ, ਉਹਨਾਂ ਨੇ ਇੱਕ ਵਿਰੋਧ ਦਾ ਹੀ ਤਰੀਕਾ ਦੱਸਿਆ। ਹੱਥ ਜਦੋਂ ਅਸੀਂ ਬੰਨ ਕੇ ਪ੍ਰਦਰਸ਼ਨ ਕਰਦੇ ਹਾਂ ਤਾਂ ਫਿਰ ਤੁਸੀਂ ਇਹ ਦੱਸਦੇ ਆ ਕਿ ਅਸੀਂ ਸਰਕਾਰ ਦੇ ਗੁਲਾਮ ਆ ਜਾਂ ਸਰਕਾਰ ਸਾਡੇ ਨਾਲ ਗੁਲਾਮਾਂ ਵਰਗਾ ਬਿਹੇਵ ਕਰ ਰਹੀ ਹੈ, ਸਰਕਾਰ ਸਾਡੀ ਵਿਚਾਰਧਾਰਾ ਦਾ ਸਮਰਥਨ ਨਹੀਂ ਕਰਦੀ, ਜਿਸ ਅਸੀਂ ਗੱਲ ਦੀ ਡਿਮਾਂਡ ਕਰਦੇ ਹਾਂ ਸਰਕਾਰ ਉਹਨੂੰ ਨਹੀਂ ਸੁਣ ਰਹੀ। ਇਹ ਸਾਰੀਆਂ ਚੀਜ਼ਾਂ ਸਰਕਾਰ ਦਾ ਧਿਆਨ ਖਿੱਚਣ ਲਈ ਨੇ, ਜਾਂ ਇਦਾਂ ਕਹਿ ਲਈਏ ਕਿ ਅੰਤਰਰਾਸ਼ਟਰੀ ਮੀਡੀਆ ਦਾ ਵੀ ਧਿਆਨ ਖਿੱਚਣਗੇ। ਜੇ ਇੱਕ ਇੰਨੀ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਲੱਖਾਂ ਲੋਕ ਹੱਥ ਬੰਨ੍ਹ ਕੇ ਸਰਕਾਰ ਵੱਲ ਨੂੰ ਤੁਰ ਪੈਣਗੇ ਤੇ ਉਹ ਸਰਕਾਰ ਦੇ ਉੱਤੇ ਪ੍ਰੈਸ਼ਰ ਤਾਂ ਇਸ ਗੱਲ ਦਾ ਬਣੇਗਾ। ਉਹਦੇ ਲਈ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਪਹਿਲਾਂ ਸਾਡੇ ਤੇ ਇਲਜ਼ਾਮ ਲੱਗ ਗਏ ਕਿ ਅਸੀਂ ਉੱਥੇ ਹਿੰਸਾ ਕੀਤੀ ਆ ਜਾਂ ਅਸੀਂ ਝੰਡੇ ਚਲਾਏ ਆ ਜਾਂ ਅਸੀਂ ਉੱਥੇ ਤੋੜ ਭੰਨ ਕੀਤੀ, ਟਰੈਕਟਰ ਸੀ ਸਾਡੇ ਕੋਲ, ਜੇ ਅਸੀਂ ਪੈਦਲ ਜਾਵਾਂਗੇ ਹੱਥ ਬੰਨ੍ਹ ਕੇ ਜਾਵਾਂਗੇ ਤੇ ਫਿਰ ਜੇ ਸਾਡੇ ਨਾਲ ਕੁਝ ਵਧੀਕੀ ਹੋਵੇਗੀ ਤੇ ਉਹਦਾ ਜਿਹੜਾ ਅਸਰ ਸਰਕਾਰ ਤੇ ਹੀ ਪਏਗਾ। ਕੁੱਲ ਮਿਲਾ ਕੇ ਇੱਕ ਵਿਰੋਧ ਦਾ ਤਰੀਕਾ ਆ। ਦੇਖੋ ਬਾਕੀ ਜਥੇਬੰਦੀਆਂ ਇਸ ਗੱਲ ਨੂੰ ਮੰਨਦੀਆਂ ਕਿ ਨਹੀਂ ਮੰਨਦੀਆਂ, ਪਰ ਸਰਕਾਰ ਨੂੰ ਇਸ ਗੱਲ ਨੂੰ ਹੁਣ ਸੁਲਝਾ ਲੈਣਾ ਚਾਹੀਦਾ, ਨਹੀਂ ਤੇ ਉਹਦਾ ਨੁਕਸਾਨ ਕਿਸਾਨਾਂ ਦਾ ਵੀ ਨੁਕਸਾਨ ਹੋ ਰਿਹਾ, ਫਸਲਾਂ ਦਾ ਵੀ ਨੁਕਸਾਨ ਹੋ ਰਿਹਾ, ਅਰਥਚਾਰੇ ਦਾ ਵੀ ਨੁਕਸਾਨ ਹੋ ਰਿਹਾ, ਮਹਾਮਾਰੀ ਵੀ ਉਹਦੇ ਨਾਲ ਜੁੜੀ ਹੋਈ ਚੀਜ਼ ਬਣੀ ਹੋਈ ਹੈ ਤੇ ਸਰਕਾਰ ਲਈ ਜਿਹੜੀ ਜੁੜੀ ਹੋਈ ਚੀਜ਼ ਆ ਉਹ ਦਿਨ ਜਿਹੜੇ ਆ ਬੀਤਦੇ ਜਾ ਰਹੇ ਆ ਤੇ ਚੋਣਾਂ ਨੇੜੇ ਆ ਰਹੀਆਂ। ਪਰ ਸਰਕਾਰ ਪ੍ਰੈਸ਼ਰ ਲੈਂਦੀ ਜਾਪਦੀ ਨਹੀਂ ਹਲੇ। ਵਨ ਲਾਈਨ, ਬਿਲਕੁਲ ਇੱਕੋ ਹੀ ਲਾਈਨ ਤੇ ਰੁਕੇ ਹੋਏ, ਕੱਟੜਤਾ ਨਾਲ ਜਾਂ ਉਹਨੂੰ ਕਹਿ ਲਈਏ ਜਾਂ ਹੰਕਾਰ ਕਹਿ ਲਈਏ, ਉਸ ਲਾਈਨ ਤੇ ਆ। ਬਿਲਕੁਲ ਤੁਹਾਡੀ ਗੱਲ ਬਿਲਕੁਲ ਦਰੁਸਤ ਆ ਕਿ ਸਰਕਾਰ ਭੋਰਾ ਵੀ ਇਸ ਚੀਜ਼ ਦਾ ਪ੍ਰੈਸ਼ਰ ਨਹੀਂ ਲੈ ਰਹੀ, ਜਦ ਕਿ ਲੈਣਾ ਚਾਹੀਦਾ। ਜੀ, ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਸੀਪੀਸੀ ਦੇ 100 ਸਾਲ ਪੂਰੇ ਹੋ ਗਏ, ਇਹ ਭਲਾ ਕੀ ਗੱਲ ਹੋਈ? ਚਾਈਨਾ ਦੀ ਜਿਹੜੀ ਪਾਰਟੀ ਆ ਸਭ ਤੋਂ ਵੱਡੀ, ਕਮਿਊਨਿਸਟ ਪਾਰਟੀ ਆਫ ਚਾਈਨਾ, 1921 'ਚ ਉਹਦਾ ਗਠਨ ਹੋਇਆ ਸੀ ਤੇ 2021 ਹੋ ਗਿਆ। 100 ਸਾਲ ਪੁਰਾਣਾ ਉੱਥੇ ਉਹਨਾਂ ਦਾ ਕਮਿਊਨਿਸਟਾਂ ਦਾ ਇਤਿਹਾਸ ਹੋ ਗਿਆ। ਤੇ ਤੁਸੀਂ ਹੈਰਾਨ ਹੋਵੋਗੇ ਕਿ ਇਹ ਇੱਕੋ ਹੀ ਪਾਰਟੀ ਆ ਉੱਥੇ, ਇੱਕੋ ਹੀ ਪਾਰਟੀ ਆ ਤੇ ਉਹੀ ਰਾਜ ਕਰਦੇ ਆ। 1949 ਦੇ ਵਿੱਚ ਜਦੋਂ ਤੋਂ ਚਾਈਨਾ ਦਾ ਗਠਨ ਹੋਇਆ ਉਦੋਂ ਤੋਂ ਇਹੀ ਪਾਰਟੀ ਜਿਹੜੀ ਆ ਉੱਥੇ ਸਰਕਾਰ 'ਚ ਆ। ਤੇ ਹੋਰ ਇੱਕ ਕਮਿਊਨਿਸਟ ਥਿਊਰੀ ਦਾ ਸਿਸਟਮ ਉੱਥੇ ਦਾ ਇਦਾਂ ਦਾ ਆ ਵੀ ਜਿਹੜਾ ਉਹਨਾਂ ਦਾ ਪਾਰਟੀ ਦਾ ਮੁਖੀ ਆ, ਸਾਡੇ ਤਾਂ ਕਹਿੰਦੇ ਆ ਨਾ ਵੀ ਤੁਸੀਂ ਇੱਕ ਬੰਦੇ ਕੋਲ ਇੱਕੋ ਹੀ ਅਹੁਦਾ ਹੋਵੇ, ਉੱਥੇ ਜਾਂ ਤੇ ਲੋਕ ਅਹੁਦਾ ਮੰਗਦੇ ਨੇ ਤੇ ਜਾਂ ਫਿਰ ਉਹ ਦਿੰਦੇ ਨਹੀਂ। ਤੇ ਚੀਨ ਦੀ ਇੱਕ ਹੋਰ ਬੜੀ ਖਾਸ ਗੱਲ ਆ ਕਿ ਉੱਥੇ ਬਾਹਰਲੀਆਂ ਅਖਬਾਰਾਂ ਜਾਂ ਉਹਨਾਂ ਦੀਆਂ ਅਖਬਾਰਾਂ ਬਾਹਰ, ਉਹਨਾਂ ਦੀਆਂ ਗੱਲਾਂ ਬਾਹਰ, ਜਿਹੜਾ ਉੱਥੇ ਦਾ ਜਿਹੜਾ ਨਿਊਜ਼ ਤੰਤਰ ਆ ਜਾਂ ਜਿਹਨੂੰ ਕਮਿਊਨੀਕੇਸ਼ਨ ਤੁਸੀਂ ਕਹਿੰਦੇ ਆ, ਉਹ ਉਹਨਾਂ ਦਾ ਆਪਣਾ ਹੀ ਆ। ਸਿਨਾ ਹੁਆ ਉਹਨਾਂ ਦਾ ਟੈਲੀਵਿਜ਼ਨ ਆ, ਮੇਰਾ ਖਿਆਲ ਅਖਬਾਰ ਵੀ ਇਸੇ ਨਾਮ ਤੇ ਹੀ ਆ, ਆਪਣਾ ਹੀ ਤੰਤਰ ਆ ਸਾਰਾ। ਆਜ਼ਾਦੀ ਨਾਂ ਦੀ ਜਿਹੜੀ ਚੀਜ਼ ਆ, ਆਜ਼ਾਦ ਵਿਚਾਰ ਨਾਂ ਦੀ ਚੀਜ਼ ਉੱਥੇ ਨਹੀਂ ਮਿਲਦੀ, ਬਾਕੀ ਸਾਰੀਆਂ ਚੀਜ਼ਾਂ ਉੱਥੇ ਖੁੱਲੀਆਂ ਮਿਲਦੀਆਂ, ਵਿਚਾਰਾਂ ਦੀ ਆਜ਼ਾਦੀ ਕੋਈ ਨਹੀਂ। ਜਿਸ ਤਿਨਾਨਮੇਨ ਚੌਂਕ ਦੇ ਵਿੱਚ ਕੱਲ ਖੜੇ ਹੋ ਕੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਇਸ ਖੁਸ਼ੀ ਦਾ ਆਗਾਜ਼ ਕੀਤਾ, ਐਲਾਨ ਕੀਤਾ, ਉੱਥੇ ਜਸ਼ਨ ਮਨਾਏ ਆ, ਇਹ ਉਹੀ ਤਿਨਾਨਮੇਨ ਸਕੇਅਰ ਆ ਜਿੱਥੇ ਕਦੀ ਉਹਨਾਂ ਨੇ ਵਿਰੋਧ ਕਰਦੇ ਜਿਹੜੇ ਸਟੂਡੈਂਟ ਸੀ, ਲੱਖਾਂ ਦੀ ਗਿਣਤੀ 'ਚ, ਹਜ਼ਾਰਾਂ ਦੀ ਗਿਣਤੀ 'ਚ, ਉਹਨਾਂ ਦੇ ਉੱਤੇ ਗੋਲੇ ਬਰਸਾ ਕੇ, ਟੈਂਕ ਚਾੜ ਕੇ ਤੇ ਉਸੇ ਚੌਂਕ 'ਚ ਸਾਰੇ ਮਾਰ ਦਿੱਤੇ ਸੀ। ਤੇ ਅੱਜ ਤੱਕ ਇਹ ਖਬਰ ਸਹੀ ਨਹੀਂ ਬਾਹਰ ਆਈ ਕਿ ਉੱਥੇ ਮਰੇ ਕਿੰਨੇ ਸੀ। ਤੋ ਸੀਪੀਸੀ 1949 ਦੀ ਮੈਂ ਗੱਲ ਕੀਤੀ ਕਿ 49 ਦੇ ਵਿੱਚ ਚੀਨ ਦੇਸ਼ ਬਣਦਾ, ਮਾਓ ਦਾ ਉੱਥੇ ਰਾਜ ਆਉਂਦਾ, ਮਾਓ ਤੋਂ ਤੁੰਗ, ਤੇ ਮੇਰਾ ਖਿਆਲ 58 ਤੱਕ 61 ਤੱਕ ਉੱਥੇ ਮਾਓ ਦਾ ਰਾਜ ਰਿਹਾ। ਬਹੁਤ ਲੰਬਾ ਸਮਾਂ ਉਹਨਾਂ ਨੇ ਉੱਥੇ ਰਾਜ ਕੀਤਾ, ਬਹੁਤ ਤਾਨਾਸ਼ਾਹ ਤਰੀਕੇ ਨਾਲ ਉਹਨਾਂ ਨੇ ਉੱਥੇ ਸਿਸਟਮ ਨੂੰ ਬਣਾਇਆ, ਪੁਰਾਣੀਆਂ ਆਦਤਾਂ, ਪੁਰਾਣੇ ਵਿਚਾਰ, ਸੰਸਕ੍ਰਿਤੀ ਸਭ ਖਤਮ ਕਰਤਾ। ਫਿਰ ਉਸ ਤੋਂ ਬਾਅਦ ਇੱਕ ਜਿਹੜਾ ਸ਼ਾਸਕ ਉੱਥੇ ਆਏ, ਉਹਨਾਂ ਦਾ ਨਾਮ ਦੇਂਗ ਕਰਕੇ ਲਿਆ ਜਾਂਦਾ ਕੁਛ, ਉਹਨਾਂ ਨੇ ਕਾਫੀ ਸਾਲ, ਦੇਂਗ ਸ਼ਿਆਓਪਿੰਗ, 49 ਤੋਂ 76 ਤੱਕ ਮਾਓ,
76 ਤੋਂ ਬਾਅਦ ਫਿਰ ਅਗਲੇ ਕੁਝ ਟਾਈਮ ਤੋਂ ਬਾਅਦ 78 ਤੋਂ ਲੈ ਕੇ 97 ਤੱਕ 20 ਸਾਲ ਲਗਭਗ ਦੇਂਗ ਦਾ ਰਾਜ ਰਿਹਾ। ਉਹਨਾਂ ਨੇ ਉੱਥੇ ਜਿਹੜਾ ਵਪਾਰਕ ਗਤੀਵਿਧੀਆਂ, ਇੰਡਸਟਰੀਲਾਈਜੇਸ਼ਨ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਬਹੁਤ ਕੰਮ ਕੀਤਾ। ਪਿਛਲੇ 40 ਸਾਲਾਂ ਦੇ ਦੌਰਾਨ ਉੱਥੇ ਮੈਂ ਇੱਕ ਅੱਜ ਛੋਟਾ ਜਿਹਾ ਆਰਟੀਕਲ ਪੜ੍ਹਦਾ ਸੀ, 80 ਗੁਣਾ ਉਹਨਾਂ ਦੀ ਜਿਹੜੀ ਆ ਸਾਲਾਨਾ ਆਮਦਨ ਪਰ ਵਿਅਕਤੀ ਆਏ ਜਿਹੜੀ ਆ ਉਹ ਵਧੀ ਆ। ਜੇ ਉਦੋਂ ਇੱਕ ਬੰਦਾ 1 ਰੁਪਈਆ ਕਮਾਉਂਦਾ ਸੀ 40 ਸਾਲਾਂ ਬਾਅਦ ਤੇ ਉਹ 80 ਰੁਪਏ ਕਮਾਉਣ ਲੱਗ ਪਿਆ। ਤੇ ਜੇ ਤੁਸੀਂ ਭਾਰਤ ਨਾਲ ਇਹਦੀ ਤੁਲਨਾ ਕਰੋ ਤਾਂ ਉਹ ਜਿਹੜੀ ਆ ਸਿਰਫ ਇੱਥੇ 7 ਗੁਣਾ ਵਧੀ ਆ ਜੀ। ਉਹਨਾਂ ਨੇ ਪ੍ਰਤੀ ਵਿਅਕਤੀ ਆਮਦਨ ਜਿਹੜੀ 80 ਗੁਣਾ ਵਧਾਈ ਆ, ਸਾਡਿਆਂ ਨੇ 7 ਗੁਣਾ ਵਧਾਈ ਆ। ਆਬਾਦੀ ਬਹੁਤ ਵੱਡੀ ਸਮੱਸਿਆ ਸੀ ਚੀਨ ਲਈ ਤੇ ਉਹਨਾਂ ਨੇ ਉਹਨੂੰ ਵੀ ਕੰਟਰੋਲ ਕੀਤਾ। ਅਸੀਂ ਪ੍ਰੋਗਰਾਮ 'ਚ ਗੱਲ ਕਰ ਚੁੱਕੇ ਹਾਂ ਕਿ ਉਹਨਾਂ ਨੇ ਜਿਹੜੀ ਆਬਾਦੀ ਆ ਅਗਲੇ ਸਾਲ ਤੋਂ ਘਟਣੀ ਸ਼ੁਰੂ ਹੋ ਜਾਣੀ ਜੀ। ਚੀਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਬਹੁਤ ਨਿਖਰ ਕੇ ਸਾਹਮਣੇ ਆਈਆਂ। ਤਰੱਕੀ ਜਿਹੜੇ ਕਰਨ ਦਾ ਕੰਮ ਸੀਗਾ ਉਹਨਾਂ ਦਾ ਬਹੁਤ ਤੰਗ ਜਿਹੜਾ ਸਮਾਜ ਆ, ਬਹੁਤ ਸਾਰੀਆਂ ਚੀਜ਼ਾਂ ਮਾੜੀਆਂ ਨੇ, ਪਰ ਇਸ ਸਭ ਦੇ ਬਾਵਜੂਦ ਵੀ ਉਹਨਾਂ ਦੀ ਜਿਹੜੀ ਇੰਡਸਟਰੀਅਲ ਗਰੋਥ ਆ ਉਹਨੂੰ ਦੇਖਦੇ ਹੋਏ ਅੱਜ ਤੱਕ ਕਿਸੇ ਦੁਨੀਆ ਦੇ ਦੇਸ਼ ਨੇ ਉਹਨਾਂ ਨਾਲ ਕੰਮ ਕਰਨਾ ਬੰਦ ਨਹੀਂ ਕੀਤਾ। 20 ਗਲਫ ਦੀਆਂ ਛੋਟੀਆਂ-ਛੋਟੀਆਂ ਕੰਟਰੀਆਂ ਨਾਲ ਤੇ ਦੁਨੀਆ ਨੇ ਪਾਬੰਦੀਆਂ ਲਾਈਆਂ, ਉਹਨਾਂ ਨਾਲ ਵਪਾਰ ਛੱਡਿਆ। हिंदुस्तान ने 20 बार रौला पाया, पिछले साल 2 साल बड़ा रौला पाया कि हम चीन से सामान नहीं लेंगे। बीजेपी ने भी बड़ा रौला पाया, पर जदों असीं आंकड़े साल बाद कढ़दे हां ते जिहड़ा वपार आ उहनां नाल साडा वाधा आ। 12 ਦੇ ਵਿੱਚ ਫਿਰ ਉੱਥੇ ਸੱਤਾ ਪਰਿਵਰਤਨ ਹੋਇਆ। ਫਿਰ ਹੁਣ ਉੱਥੇ ਰਾਸ਼ਟਰਪਤੀ ਨੇ ਸ਼ੀ ਜਿਨਪਿੰਗ ਉਹ ਬਣੇ ਨੇ। 21 ਆ ਗਿਆ ਤੇ ਹਾਲ ਤੱਕ ਉਹੀ ਨੇ ਤੇ ਹੁਣ ਉਹਨਾਂ ਨੇ ਸੰਵਿਧਾਨ 'ਚ ਸੋਧ ਕਰ ਲਈ ਆ ਕਿ ਜਦ ਤੱਕ ਉਹ ਜ਼ਿੰਦਾ ਨੇ ਉਹੀ ਇੱਥੇ ਦੇ ਰਾਸ਼ਟਰਪਤੀ ਰਹਿਣਗੇ। ਮਜ਼ੇ ਦੀ ਗੱਲ ਆਪਾਂ ਹੁਣੀ ਕਰਦੇ ਸੀ ਕਿ ਉੱਥੇ ਸਿਸਟਮ ਇਦਾਂ ਦਾ ਆ ਕਿ ਜਿਹੜਾ ਰਾਸ਼ਟਰਪਤੀ ਆ ਉਹੀ ਪਾਰਟੀ ਦਾ ਮੁਖੀ ਆ, ਉਹੀ ਉੱਥੇ ਦੀਆਂ ਫੌਜਾਂ ਦਾ ਮੁਖੀ ਆ। ਮਤਲਬ ਸਾਰੇ ਵੱਡੇ ਅਹੁਦੇ ਇੱਕ ਬੰਦੇ ਕੋਲ ਹੀ ਨੇ। ਜੇ ਥੋੜੀ ਜਿਹੀ ਉਹਨਾਂ ਦੀ ਵਿਚਾਰਾਂ ਦੀ ਆਜ਼ਾਦੀ ਹੋਵੇ ਜਾਂ ਬਾਕੀ ਸਾਰੀਆਂ ਚੀਜ਼ਾਂ ਠੀਕ ਹੋਣ ਤੇ ਫਿਰ ਜਿਹੜਾ ਡਿਸੀਜਨ ਮੇਕਿੰਗ ਆ ਉਹ ਇੱਕ ਬੰਦੇ ਕੋਲ ਹੀ ਆ। ਇਹ ਵੀ ਨਹੀਂ ਆ ਕਿ ਉੱਥੇ ਵਿਰੋਧ ਨਹੀਂ ਹੁੰਦਾ, ਛੋਟੇ ਮੋਟੇ ਵਿਰੋਧ ਜ਼ਰੂਰ ਹੁੰਦੇ ਨੇ, ਪਰ ਉਹ ਬਹੁਤ ਬੁਰੇ ਤਰੀਕੇ ਨਾਲ ਦਬਾ ਦਿੱਤੇ ਜਾਂਦੇ ਨੇ ਜਾਂ ਕੁਚਲ ਦਿੱਤੇ ਜਾਂਦੇ ਨੇ ਤੇ ਫਿਰ ਵਿਰੋਧ ਕਰਨ ਦਾ ਜਿਹੜਾ ਕੋਈ ਵੀ ਆ ਉਹ ਜੁਰਤ ਨਹੀਂ ਕਰਦਾ ਤੇ ਉਹਦਾ ਜਿਹੜਾ ਆ ਉਹਨੂੰ ਦਬਾ ਦਿੱਤਾ ਜਾਂਦਾ। CPC ਜਿਹੜੀ ਉਹਨਾਂ ਦੀ ਪਾਰਟੀ ਆ ਉਹ ਕਹਿੰਦੀ ਆ ਕਿ ਸਾਡੇ ਕੋਲ 9 ਕਰੋੜ ਤੋਂ ਜ਼ਿਆਦਾ ਮੈਂਬਰ ਆ ਤੇ ਭਾਜਪਾ ਕਹਿੰਦੀ ਆ ਕਿ ਸਾਡੇ ਕੋਲ 12 ਕਰੋੜ ਮੈਂਬਰ ਨੇ। ਭਾਜਪਾ ਦੇ ਮੈਂਬਰ ਹੋਣਗੇ 12 ਕਰੋੜ ਉਹਨਾਂ ਦੀ, ਪਰ ਇੱਕ ਹੈਰਾਨੀਜਨਕ ਤੱਥ ਆ ਉਸ ਪਾਰਟੀ ਨੂੰ ਜੁਆਇਨ ਕਰਨ ਲਈ ਪਿਛਲੇ ਸਾਲ 2 ਕਰੋੜ ਐਪਲੀਕੇਸ਼ਨਾਂ ਚਾਈਨਾ ਦੇ ਵਿੱਚ ਉਹਨਾਂ ਨੇ ਲੋਕਾਂ ਨੇ ਦਿੱਤੀਆਂ CPC ਨੂੰ ਕਿ ਅਸੀਂ ਪਾਰਟੀ ਦੇ ਮੈਂਬਰ ਬਣਨਾ ਚਾਹੁੰਦੇ ਹਾਂ। ਇੱਥੇ ਕੋਈ ਪਾਰਟੀ ਹੈ ਜਿਹੜੀ ਤੁਹਾਨੂੰ ਪਾਰਟੀ ਦਾ ਮੈਂਬਰ ਬਣਾਉਣ ਤੋਂ ਵੀ ਮਨਾ ਕਰਦੀ ਹੋਵੇ? ਉਹਨਾਂ ਨੇ 2 ਕਰੋੜ ਚੋਂ ਸਿਰਫ 20 ਲੱਖ ਐਪਲੀਕੇਸ਼ਨਾਂ ਜਿਹੜੀਆਂ ਉਹ ਅਸੈਪਟ ਕੀਤੀਆਂ ਤੇ ਬਾਕੀ ਜਿਹੜੀਆਂ 1 ਕਰੋੜ 80 ਲੱਖ ਸੀ ਉਹ ਰਿਜੈਕਟ ਕਰਤੀਆਂ। ਤੇ ਇੱਥੇ ਜਿਹੜੀ ਮਰਜ਼ੀ ਪਾਰਟੀ ਛੱਡ ਕੇ ਜਦੋਂ ਮਰਜ਼ੀ ਤੁਸੀਂ ਦੂਜੇ ਪਾਸੇ ਚਲ ਜਾਓ, ਤੀਜੇ ਪਾਸੇ ਚਲ ਜਾਓ, ਕੋਈ ਨਹੀਂ ਤੁਹਾਨੂੰ ਪੁੱਛਦਾ ਜੀ। ਤੇ ਸ਼ੀ ਜਿਨਪਿੰਗ ਨੇ ਕੱਲ ਜਦੋਂ ਆਪਣਾ ਉਹ ਜਸ਼ਨਾਂ ਦਾ ਆਗਾਜ਼ ਕਰ ਰਹੇ ਸੀ ਉਦੋਂ ਉਹਨਾਂ ਨੇ ਕੱਲ ਇੱਕ ਹੋਰ ਗੱਲ ਕੀਤੀ। ਵੀਅਤਨਾਮ ਨੂੰ ਲੈ ਕੇ ਅਮਰੀਕਾ ਨੇ ਕੁਝ ਬੋਲਿਆ ਸੀ ਤੇ ਉਹਨਾਂ ਨੇ ਕਿਹਾ ਕਿ ਚੀਨ ਨਾਲ ਕੋਈ ਵੀ ਬਦਸਲੂਕੀ ਨਹੀਂ ਕਰ ਸਕਦਾ, ਚੀਨ ਨਾਲ ਕੋਈ ਵੀ ਧੱਕਾ ਨਹੀਂ ਕਰ ਸਕਦਾ। ਅਸੀਂ ਹਰ ਕਿਸਮ ਦਾ ਜਿਹੜਾ ਧੱਕਾ ਆ ਉਹਦਾ ਜਵਾਬ ਦੇਣ ਲਈ ਵੀ ਤਿਆਰ ਹਾਂ ਤੇ ਅਸੀਂ ਖੂਨ ਵੀ ਬਹਾ ਸਕਦੇ ਹਾਂ, ਸਾਨੂੰ ਸਾਡੀ ਜਿਹੜੀ ਤਾਕਤ ਆ ਉਹਦਾ ਪਤਾ ਆ। ਸੋ ਬੀਤੇ ਸਮੇਂ ਦੇ ਵਿੱਚ ਉਹਨਾਂ ਨੇ ਬਹੁਤ ਜਿਹੜੀ ਤਰੱਕੀ ਉਹ ਕੀਤੀ ਆ। ਭਾਰਤ ਦੇ ਇੱਕ ਗਵਰਨਰ ਆ ਹੁਣ ਬੰਡਾਰੂ ਦੱਤਾਤਰੇਆ, ਉਹਨਾਂ ਨੇ ਇੱਕ ਲੇਖ ਲਿਖਿਆ ਅਖਬਾਰ ਦੇ ਵਿੱਚ ਤੇ ਉਹਨਾਂ ਨੇ ਚੀਨ ਦੇ ਨਾਲ ਭਾਰਤ ਦੇ ਸੰਬੰਧਾਂ ਦੀ ਗੱਲ ਕੀਤੀ ਆ ਤੇ ਹੋਰ ਸਾਰੀਆਂ ਗੱਲਾਂ, ਰੂਸ ਨਾਲ ਚੀਨ ਦੀ ਗੱਲ ਕੀਤੀ ਆ ਤੇ ਚੀਨ ਦੇ ਆਪਣੇ ਉਭਾਰ ਦੀ ਵੀ ਗੱਲ ਕੀਤੀ ਆ ਤੇ ਨਾਲ ਦੀ ਨਾਲ ਉਹ ਗੱਲ ਕਰਦੇ ਆ ਕਿ ਜੇ ਭਾਰਤ ਜਿਹੜਾ ਹੈ ਉਹ ਚੀਨ ਨਾਲੋਂ ਕਈ ਗੱਲਾਂ 'ਚ ਚੰਗਾ ਆ ਤੇ ਭਾਰਤ ਦੇ ਵਿੱਚ ਵੀ ਤਰੱਕੀ ਬਹੁਤ ਹੋਈ ਆ ਜੀ। ਤੇ ਜਦੋਂ ਚੀਨ ਦੀ ਤਰੱਕੀ ਦੀ ਗੱਲ ਕਰਦੇ ਆ ਤੇ ਭਾਰਤ ਦੀ ਤਰੱਕੀ ਦੀ ਗੱਲ ਕਰਦੇ ਆ, ਚੀਨ ਦੇ ਭਾਰਤ ਨਾਲ ਸੰਬੰਧਾਂ ਦੀ ਉਹ ਗੱਲ ਕਰਦੇ ਆ, ਫਿਰ ਉਹ ਕਈ ਗੱਲਾਂ ਸਾਹਮਣੇ ਆਉਂਦੀਆਂ ਕਿ ਪਾਕਿਸਤਾਨ ਦੇ ਨਾਲ ਚੀਨ ਦੀ ਨੇੜਤਾ ਹੋਈ ਆ, ਲੱਦਾਖ ਦੇ ਵਿੱਚ ਵੀ ਚੀਨ ਦਾ ਜਿਹੜਾ ਇੰਟਰਫੇਰੈਂਸ ਆ, ਜੰਮੂ ਕਸ਼ਮੀਰ ਦੇ ਵਿੱਚ ਵੀ ਇੰਟਰਫੇਰੈਂਸ ਆ ਤੇ ਉਹ ਜਿਹੜਾ ਦਲਾਈ ਲਾਮਾ ਵਾਲਾ ਕੇਸ ਨੂੰ ਲੈ ਕੇ ਵੀ ਇੰਟਰਫੇਰੈਂਸ ਆ, ਉਧਰ ਨਾਰਥ ਈਸਟਰਨ ਸਟੇਟਸ ਦੇ ਵਿੱਚ ਵੀ ਇੰਟਰਫੇਰੈਂਸ ਆ। ਤੇ ਉਹ BJP ਦੇ ਲੀਡਰ ਰਹੇ ਆ ਦੱਤਾਤਰੇਆ ਸਾਹਿਬ, ਤੇ ਉਹ ਕਹਿੰਦੇ ਆ ਕਿ ਜੇ ਭਾਰਤ ਨੇ ਚੀਨ ਨਾਲ ਲੜਾਈ ਲੜਨੀ ਆ ਤਾਂ ਸਾਨੂੰ ਆਪਣੀ ਉਦਯੋਗਿਕ ਜਿਹੜੀ ਗਰੋਥ ਆ ਉਹ ਵਧਾਉਣੀ ਪਊਗੀ ਤੇ ਸਾਨੂੰ ਸਾਡੀ ਜਿਹੜੀ ਕਿਸਾਨੀ ਆ ਉਹਦਾ ਖਿਆਲ ਰੱਖਣਾ ਪਊਗਾ, ਸਾਨੂੰ ਸਾਡੀ ਜਿਹੜੀ ਖੇਤੀਬਾੜੀ ਦੀ ਅਰਥ ਵਿਵਸਥਾ ਹੈ ਉਹਨੂੰ ਮਜ਼ਬੂਤ ਕਰਨਾ ਪਊਗਾ। ਤੇ ਗੱਲਾਂ ਤੇ ਕਰੀ ਜਾਂਦੇ ਅਸੀਂ ਖੇਤੀਬਾੜੀ ਨੂੰ, ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਦੀਆਂ। ਜਿਸ ਢਾਂਚੇ ਨੂੰ ਚੀਨ ਨੇ ਵਿਕਸਿਤ ਕੀਤਾ ਇੰਡਸਟਰੀਅਲ ਗਰੋਥ ਦੇ ਲਈ, ਉਹ ਇੱਕ ਰੋਲ ਮਾਡਲ ਬਣ ਗਿਆ। ਸਾਰੀ ਦੁਨੀਆ ਉਹਨਾਂ ਤੋਂ ਸਸਤਾ ਸਮਾਨ ਇਸ ਵੇਲੇ ਲੈ ਰਹੀ ਆ ਕਿਉਂਕਿ ਉਹਨਾਂ ਕੋਲ ਜਿਹੜੀ ਆਬਾਦੀ ਸੀ, ਉਹਨਾਂ ਕੋਲ ਜਿਹੜੇ ਕੰਮ ਕਰਨ ਵਾਲੇ ਹੱਥ ਸੀ, ਉਹਨਾਂ ਨੇ ਉਹਦਾ ਸਹੀ ਉਪਯੋਗ ਕੀਤਾ। ਤੇ ਸਾਡੇ ਜਿਹੜੇ ਕੰਮ ਕਰਨ ਵਾਲੇ ਹੱਥ ਆ ਉਹ ਲੱਖਾਂ ਦੀ ਗਿਣਤੀ 'ਚ ਸੜਕਾਂ ਤੇ ਬੈਠੇ ਆ ਤੇ ਲੇਖ ਤੇ ਉਹਨਾਂ ਨੇ ਲਿਖ ਦਿੱਤਾ ਕਿ ਤਰੱਕੀ ਦੀ ਜੇ ਅਸੀਂ ਰਾਹ ਫੜਨੀ ਆ ਤੇ ਲੋਕਾਂ ਨੂੰ ਜਿਹੜੀ ਖੇਤੀ ਦੀ ਅਰਥ ਵਿਵਸਥਾ ਉਹ 'ਤੇ ਕੰਮ ਕਰਨਾ ਪਊਗਾ। ਪਰ ਖੇਤੀ ਦੇ ਅਸੀਂ ਚਾਹੁੰਦੇ ਹਾਂ ਕਿ ਸਾਰੀ
ਵੱਡੀਆਂ ਕੰਪਨੀਆਂ ਕੋਲ ਚਲ ਜੀ, ਜਾਏ ਤੇ ਜਦੋਂ ਕਾਰਪੋਰੇਟਸ ਕੋਲ ਚਲੇ ਜਾਏਗੀ ਫਿਰ ਉਹ ਜਿਹੜੇ ਲੋਕ ਆ ਉਹ ਕੀ ਕਰਨਗੇ ਤੇ ਤੁਹਾਡੀ ਬਾਜ਼ਾਰ ਕਿੰਨਾ ਵੱਡਾ ਹੋਊਗਾ ਤੇ ਸਾਰਾ ਕੰਮ ਕਿੱਦਾਂ ਹੋਊਗਾ। ਪੜ੍ਹੇ ਲਿਖੇ ਵੀ ਸੜਕਾਂ ਤੇ, ਮਿਹਨਤ ਕਰਨ ਵਾਲੇ ਵੀ ਸੜਕਾਂ ਤੇ ਸਾਡੇ ਮੁਲਕ ਦੇ। ਬਿਲਕੁਲ। ਸੋ ਚੀਨ ਦੀ ਜਿਹੜੀ ਗੱਲ ਆ ਉੱਥੇ ਇੱਕੋ ਹੀ ਗੱਲ ਜਿਹੜੀ ਉਹਨਾਂ ਦੀ ਇਹ ਆ ਕਿ ਉੱਥੇ ਜਿਹੜਾ ਵਿਚਾਰਾਂ ਦੀ ਆਜ਼ਾਦੀ ਆ ਜਾਂ ਬੋਲਣ ਦੀ ਆਜ਼ਾਦੀ ਆ ਉਹ ਸਾਰੀਆਂ ਚੀਜ਼ਾਂ ਨਹੀਂ ਹੈਗੀਆਂ। ਬਾਕੀ ਉਹਨਾਂ ਦਾ ਜਿਹੜਾ ਇੰਡਸਟਰੀਅਲ ਮਾਡਲ ਆ ਉਹ ਬਹੁਤ ਚੰਗਾ ਹੈ। ਜੀ, ਜਾਂਦੇ ਜਾਂਦੇ ਫਿਰ ਪੰਜਾਬ ਦੀ ਗੱਲ ਕਰਦੇ ਆ। ਕੈਪਟਨ ਸਾਹਿਬ ਨੇ ਕੱਲ ਸਿਸਵਾ ਫਾਰਮ ਤੇ ਭੋਜ ਦਾ ਸੱਦਾ ਦਿੱਤਾ ਸੀ ਕਾਂਗਰਸੀਆਂ ਨੂੰ, ਉਹਦਾ ਕੀ ਬਣਿਆ? ਦੇਖੋ ਜੀ, ਕਿਹਾ ਜਾਂਦਾ ਕਿ 6 ਮੰਤਰੀ ਸੀਗੇ ਤੇ 35 ਲੀਡਰ ਸੀ। ਲੀਡਰਾਂ ਦੇ ਵਿੱਚ ਸਾਰੇ ਵਿਧਾਇਕ ਨਹੀਂ ਸੀ, ਮਾਲਤੀ ਥਾਪਰ ਸੀ, ਅਸ਼ਵਨੀ ਸੇਖੜੀ ਸੀ, ਕੁਝ ਹੋਰ ਲੋਕ ਵੀ ਆਏ ਸੀ। ਪਰ ਜਿਹੋ ਜੀ ਰੰਗਤ ਉਹਨਾਂ ਦੇ ਲੰਚ ਨੂੰ ਦਿੱਤੀ ਗਈ ਆ ਉਹ ਮੈਨੂੰ ਬਹੁਤ ਕੋਝੀ ਜਿਹੀ ਲੱਗੀ। ਬਹੁਤ ਸਾਰੀਆਂ ਅਖਬਾਰਾਂ ਨੇ ਕਿਹਾ ਕਿ ਹਿੰਦੂ ਚਿਹਰਿਆਂ ਨੂੰ ਮਿਲੇ। ਯਾਰ ਸੰਵਿਧਾਨ ਜਿਹਦੀ ਅਸੀਂ ਸਹੁੰ ਖਾ ਕੇ MP ਬਣਦੇ ਆ, MLA ਬਣਦੇ ਆ, ਜਾਂ ਅਸੀਂ ਹਰ ਕੰਮ ਦੇ ਵਿੱਚ ਭਾਰਤ ਦੇ ਸੰਵਿਧਾਨ ਨੂੰ ਸਭ ਤੋਂ ਉੱਪਰ ਰੱਖਦੇ ਆ, ਉਹਦੀ ਪ੍ਰੈਂਬਲ 'ਚ ਲਿਖਿਆ ਹੋਇਆ, ਉਹਦੀ ਪ੍ਰਸਤਾਵਨਾ 'ਚ ਲਿਖਿਆ ਹੋਇਆ ਕਿ ਇੱਥੇ ਕਿਸੇ ਵੀ ਵਿਅਕਤੀ ਨਾਲ ਧਰਮ, ਜਾਤ ਜਾਂ ਲਿੰਗ ਦੇ ਆਧਾਰ ਤੇ ਜਿਹੜਾ ਭੇਦਭਾਵ ਉਹ ਨਹੀਂ ਕੀਤਾ ਜਾਂਦਾ। ਫਿਰ ਇਹ ਅਖਬਾਰਾਂ, ਜਿਹੜਾ ਸਾਡਾ ਸੋ ਕਾਲਡ ਮੀਡੀਆ ਆ, ਇਹਨੂੰ ਇਹੋ ਜਿਹੀਆਂ ਗੱਲਾਂ ਬਿਲਕੁਲ ਨਹੀਂ ਫੈਲਾਉਣੀਆਂ ਚਾਹੀਦੀਆਂ। ਉਹ ਸਾਰੇ ਲੀਡਰ ਨੇ ਜੇ ਕਿਸੇ ਇੱਕ ਧਰਮ ਦੇ ਵੀ ਇਕੱਠੇ ਹੋ ਕੇ ਗਏ ਤਦ ਵੀ ਸਾਨੂੰ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਆ ਉਹਨਾਂ ਦੀ ਵਰਤੋਂ ਤੋਂ ਥੋੜੀ ਜਿਹੀ ਗਰੇਜ਼ ਕਰਨੀ ਚਾਹੀਦੀ। ਤੇ ਸਰਕਾਰਾਂ ਨੂੰ ਤੇ ਅਸੀਂ ਕੀ ਕਹਿਣਾ ਵੀ ਉਹਨਾਂ ਨੂੰ ਇਦਾਂ ਨਹੀਂ, ਉਹਨਾਂ ਨੇ ਜੇ ਬੰਦੇ ਉਹੀ ਸੱਦਿਆ ਜਿਹੜੇ ਕਿਸੇ ਜਾਤੀ ਵਿਸ਼ੇਸ਼ ਨਾਲ ਜੁੜੇ ਹੋਏ ਨੇ ਤੇ ਉਹਨਾਂ ਤੇ ਤਾਂ ਵੈਸੇ ਹੀ ਇਹ ਜਿਹੜੀ ਆ ਲਾਹਨਤ ਦੀ ਗੱਲ ਆ। ਪੰਜਾਬ ਕਿਸੇ ਇੱਕ ਖਿੱਤੇ ਦਾ ਨਹੀਂ। ਉੱਥੇ ਗੱਲਾਂ ਵੀ ਸਾਹਮਣੇ ਉਹਦੇ ਚੋਂ ਨਿਕਲ ਕੇ ਆਈਆਂ ਕਿ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਸਿੱਖ ਵੋਟਾਂ ਨੇ ਤੇ ਉਸ ਤੋਂ ਬਾਅਦ ਹਿੰਦੂ ਵੋਟਾਂ ਨੇ ਤੇ ਹਿੰਦੂ ਨੂੰ ਪਾਰਟੀ ਪ੍ਰਧਾਨ ਲਾਇਆ ਜਾਵੇ। ਬੀਤੇ ਦਿਨਾਂ ਦੇ ਵਿੱਚ ਸਾਰੀਆਂ ਪਾਰਟੀਆਂ ਕਹਿ ਚੁੱਕੀਆਂ ਦਲਿਤ ਨੂੰ ਮੁੱਖ ਮੰਤਰੀ ਬਣਾਇਆ ਜਾਵੇ, ਦਲਿਤ ਨੂੰ ਉਪ ਮੁੱਖ ਮੰਤਰੀ ਬਣਾਉਣੇ। ਯਾਰ ਅਸੀਂ ਕਿਹੜੀ ਦੁਨੀਆ 'ਚ ਰਹਿ ਰਹੇ ਹਾਂ? 21ਵੀਂ ਸਦੀ 'ਚ ਰਹਿ ਰਹੇ ਹਾਂ। ਬਹੁਤੇ ਲੋਕ ਅਸੀਂ ਕਹਿੰਦੇ ਹਾਂ ਕਿ ਅਸੀਂ ਪੜ੍ਹੇ ਲਿਖੇ ਹਾਂ, ਅਸੀਂ ਸਮਝਦਾਰ ਹਾਂ। ਫਿਰ ਵੀ ਸਾਡੇ ਜਿਹੜੇ ਲੀਡਰ ਆ ਇਹ ਸਾਡੇ ਤੇ ਕਿਹੋ ਜਿਹੀ ਰਾਜਨੀਤੀ ਥੋਪ ਰਹੇ ਆ। ਇਹ ਲੋਕਾਂ ਨੂੰ ਇਸ ਗੱਲ ਤੋਂ ਸੁਚੇਤ ਹੋਣਾ ਪਊਗਾ ਤੇ ਇਹਨਾਂ ਨੂੰ ਵੋਟਾਂ ਦੇ ਨਾਲ ਹੀ ਜਵਾਬ ਦਿੱਤਾ ਜਾਵੇ ਕਿ ਤੁਸੀਂ ਇਹ ਜਿਹੜੀਆਂ ਧਾਰਮਿਕ ਗੱਲਾਂ ਆ, ਜਾਤੀ ਦੀਆਂ ਗੱਲਾਂ ਆ, ਧਰਮ ਦੀਆਂ ਗੱਲਾਂ ਆ, ਮਜ਼ਹਬ ਦੀਆਂ ਗੱਲਾਂ ਆ, ਫਿਰਕੇ ਦੀਆਂ ਗੱਲਾਂ ਆ, ਇਹ ਨਾ ਕੀਤੀਆਂ ਜਾਣ। ਕਿਸੇ ਇੱਕ ਇਲਾਕੇ ਤੋਂ ਲੋਕ ਸੱਦ ਲਏ ਤਾਂ ਉਹਨਾਂ ਨਾਲ ਗੱਲ ਕਰ ਲਈ ਤੇ ਸਮਝ ਆਉਂਦੀ ਹੈ। ਸੁਧਾਰਾਂ ਦੀਆਂ ਗੱਲਾਂ ਕਰ ਲਓ। ਸੁਧਾਰ ਜੇ ਇੱਕ ਮੰਨ ਲਓ ਕਿ ਦੁਆਬੇ ਦੇ ਲੀਡਰ ਸੱਦ ਲਏ ਤੇ ਉਹਨਾਂ ਨਾਲ ਗੱਲ ਕੀਤੀ, ਜਾਂ ਕਿਸੇ ਜ਼ਿਲ੍ਹੇ ਤੋਂ ਲੋਕ ਸੱਦ ਲਏ, ਕੱਲੇ ਹਿੰਦੂ ਲੀਡਰ ਸੱਦ ਕੇ ਕੈਪਟਨ ਸਾਹਿਬ ਹੁਣ ਕੀ ਸਿੱਧ ਕਰਨਾ ਚਾਹੁੰਦੇ ਆ? ਫਿਰ ਉੱਥੇ ਗੱਲ ਇਹ ਆਈ ਆ ਕਿ ਉਹਨਾਂ ਦੇ ਜਿਹੜੇ ਪਾਰਟੀ ਪ੍ਰਧਾਨ ਸੀ ਉਹਦੇ 'ਚ ਸ਼ਾਮਿਲ ਨਹੀਂ ਸੀ, ਜਾਖੜ ਸਾਹਿਬ ਉੱਥੇ ਨਹੀਂ ਸੀ ਤੇ ਸਿੱਧੂ ਸਾਹਿਬ ਨੇ ਵੱਖਰਾ ਰੌਲਾ ਪਾਇਆ ਹੋਇਆ। ਤੇ ਹੁਣ ਅੱਜ ਦੀ ਵੀ ਕੁਝ ਚੈਨਲ ਦੱਸ ਰਹੇ, ਅਸੀਂ ਵੀ ਖਬਰ ਦੱਸੀ ਆ ਕਿ ਸਿੱਧੂ ਸਾਹਿਬ ਨੂੰ ਪਾਰਟੀ ਪ੍ਰਧਾਨ ਲਾਉਣ ਦੀ ਗੱਲ ਹੋ ਰਹੀ ਹੈ ਤੇ ਕੈਬਨਿਟ ਦੇ ਵਿੱਚ ਫੇਰ ਬਦਲ ਦੀ ਗੱਲ ਮੈਂ ਬਹੁਤ ਪਹਿਲਾਂ ਗੱਲ ਕਹੀ ਸੀ ਕਿ ਸਿੱਧੂ ਸਾਹਿਬ ਨੂੰ ਵੱਡਾ ਅਹੁਦਾ ਮਿਲਣਾ ਆ। ਸਰਕਾਰ ਸਿਰਫ ਟਾਈਮ ਪਾਸ ਕਰ ਰਹੀ ਆ, ਜਿਹੜਾ ਸਮਾਂ ਉਹ ਬਦਲੇਗਾ। ਕੈਬਨਿਟ ਦੇ ਵਿੱਚ ਫੇਰ ਬਦਲ ਵੀ ਹੋਣ ਜਾ ਰਹੀ ਹੈ। ਸਰਕਾਰ ਨੇ ਜਿਹੜੀ ਪੰਜਾਬ ਸਰਕਾਰ ਦੀ ਜਿਹੜੀ ਹਾਈ ਕਮਾਂਡ ਦਿੱਲੀ ਬੈਠੀ, ਉਹਨਾਂ ਨੇ ਬਹੁਤਿਆਂ ਨਾਲ ਗੁਫ਼ਤਗੂ ਕਰ ਲਈ ਆ, ਸਾਰਿਆਂ ਤੋਂ ਇਨਪੁਟਸ ਲੈ ਲਈ ਆ। ਜੁਲਾਈ ਦੇ ਵਿੱਚ ਕਿਹਾ ਜਾ ਰਿਹਾ ਕਿ ਸੋਨੀਆ ਗਾਂਧੀ ਇਸ ਕਮਾਂਡ ਨੂੰ ਫੜ ਕੇ ਤੇ ਕੁਝ ਜਿਹੜੀਆਂ ਚੀਜ਼ਾਂ ਉਹ ਠੀਕ ਕਰਨ ਦਾ ਯਤਨ ਕਰਨਗੇ। ਦੇਖਦੇ ਹਾਂ ਆਉਣ ਵਾਲੇ ਦਿਨਾਂ 'ਚ ਕੀ ਹੁੰਦਾ। ਇੰਸ਼ਾਅੱਲਾ ਪੰਜਾਬ ਦਾ ਥੋੜਾ ਜਿਹਾ ਭਲਾ ਹੋ ਜਾਏ। ਬਿਲਕੁਲ ਬਿਲਕੁਲ। ਅੱਜ ਦੇ ਪ੍ਰੋਗਰਾਮ 'ਚ ਬਸ ਇੰਨਾ ਹੀ। ਸ਼ਰਮਾ ਜੀ, ਤੁਸੀਂ ਸਟੂਡੀਓ 'ਚ ਆਏ ਤੇ ਆਪਣੇ ਵਿਚਾਰਾਂ ਦੀ ਸਾਂਝ ਸਾਡੇ ਦਰਸ਼ਕਾਂ ਦੇ ਨਾਲ ਪਾਈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਜੀ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਬਹੁਤ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।